ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਾਚੂ ਜੁਗਾਦ ਸਾਚੂ ਹੈ ਵੀ ਸਾਚੂ ਨਾਨਕ ਹੋਸੀ ਵੀ ਸਾਚੂ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੂ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟੇ ਇੰਦਰ ਇੰਦਰਾਣੇ ਸਾਹੀ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਣ ਕਹਿਤ ਤੈ ਸਰਬ ਨਾਮ ਕਥ ਕਵਨ ਕਰਮ ਨਾਮ ਬਰਨਤ ਸੁਮਤ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ के ऊपन के पूप हो के दाता महादान हो प्राण के बचैया दूध पूत के देवैया रोग सोग के मिटैया के दौमानी महामान हो विद्या के विचार हो के अद्वैत अवतार हो के सिद्धता की सूरत हो के शुद्धता की शान हो जोबन के जाल हो के काल हो के काल हो के सत्रन के सूल हो के मित्रन के प्राण हो जग और न याहि महातम में अवतार उजागर आन कियाओ तिनके दुख कोटिक दूर गए मथुरा जिन अमृत नाम पियो इहे पद्धति ते मत चुके रे मन भेद बभेद न जान दियाओ परताशरदा गुर अर्जुन का हारे पूरन ब्रह्म निवास दियाओ
जब लो नहीं भाग लीलार उदय, तब लो प्रमते फिरते बहुत आयो। काल कोर समुद्र में बूढ़त थे, कबहू मिट है नहीं रे पछुतायो। तात विचार यह मथुरा, जग तारन को अवतार बनायो। जपयाओ जिन अर्जुन देव गुरु, फिर संकट जोन गर्भ न आयो। कहा बुद्ध प्रभ तोष हमारी, बरन सका महिमा जो तिहारी। हम न सकत कर सिफत तुम्हारी, आप ले हो तुम कथा सुधारी। हम न सकत कर सिफत तुम्हारी, आप ले हो तुम कथा सुधारी। संग जपयो भगवंत, केवल नाम दियो गोरमंत। तज अभिमान पहे निर्वैर, आठ पहर पूजहो गुर पैर। साध संग जपयो भगवंत, केवल नाम दियो गुरमंत। तज अभिमान पै निर्वैर, आठ पहर पूजहो गुर पैर। अब मात बिन से दोष्ट बिगाने, जब ते सुनिया हर जस काने। रहाओ सहज सुख आनंद निधान, राखन हार रख ले निदान। दुख दर्द बिन से परम, आवन जान रखे कर कर्म। देखा बोला सुन सब आप, सदा संग ताको मन जाप। संत प्रसाद पयो प्रगास, पूर रहे एक गुणतास। कहत पवित्र सुनत पुनीत, गुण गोविंद गावह नित नित। कहो नानक जांको हो कृपाल,
ਤਿਸ ਜਨ ਕੇ ਸਭ ਪੂਰਨ ਕਾਲ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਬਿੰਦ ਗਾਵਹਿ ਨਿਤ ਨੇਤ ਕਹੋ ਨਾਨਕ ਜਾਂ ਕਹੋ ਕਿਰਪਾਲ ਤਿਸ ਜਨ ਕੇ ਸਭ ਪੂਰਨ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਨ ਕਰੁਣਾ ਨਿਧਾਨ ਜੋਤੀ ਸਰੂਪ ਅਖੰਡ ਜੋਤ ਸ਼ਬਦ ਅਵਤਾਰ ਪਰਮ ਪਿਤਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਪਾਵਨ ਹਾਜ਼ਰ ਨਾਜ਼ਰ ਪ੍ਰਤੱਖ ਜੋਤ ਪ੍ਰਤੱਖ ਸਵਰੂਪ ਪ੍ਰਗਟ ਗੁਰਾਂ ਕੀ ਦੇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਕ ਛਤਰ ਛਾਇਆ ਦੇ ਹੇਠ ਚੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੀ ਪਾਵਨ ਮੁਬਾਰਕ ਚਰਨ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਨੇ ਸਾਡੇ ਸਾਰਿਆਂ ਦੇ ਉੱਪਰ ਬੇਅੰਤ ਕਿਰਪਾਲਤਾ ਬਖਸ਼ਿਸ਼ ਰਹਿਮਤ ਕਰਕੇ ਤਰਸ ਕਰਕੇ ਸਾਨੂੰ ਸਤ ਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਨਾ ਕੀਤੀਆਂ ਨੇ। ਸਤਿਗੁਰੂ ਜੀ ਦੇ ਪਿਆਰ ਵਾਲਿਆਂ ਨੇ ਨੇਮ ਵਾਲਿਆਂ ਨੇ ਪ੍ਰੇਮ ਵਾਲਿਆਂ ਨੇ ਸਤਿਗੁਰੂ ਜੀ ਦੇ ਦੀਦਾਰ ਕਰਕੇ ਅੰਮ੍ਰਿਤ ਗੁਰਬਾਣੀ ਪੜ੍ਹ ਸਰਵਣ ਗਾਇਨ ਕਰਕੇ ਗੁਰਚਰਨਾਂ ਵਿਖੇ ਹਾਜ਼ਰੀਆਂ ਲਗਵਾ ਕਰਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰਨੇ ਦਾ ਯਤਨ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਤਖਤ ਸਾਹਿਬ ਜੀ ਦੀ ਮਰਿਆਦਾ ਦੇ ਅਨੁਸਾਰ ਵਕਤ ਹੈ ਸਤਿਗੁਰਾਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਨੂੰ ਸਰਵਣ ਕਰਨੇ ਦਾ। ਸਰਬਤ ਜਗਿਆਸੂ ਜਨ ਮਾਈ ਭਾਈ ਮਨ ਬਾਣੀ ਸਰੀਰ ਕਰਕੇ ਸਾਵਧਾਨਤਾ ਦੇ ਸਹਿਤ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਵੱਡ ਭਾਗੇ ਬਣੀਏ ਜੀ। ਹਿਰਦੇ ਦੀ ਇਕਾਗਰਤਾ ਤੇ ਰਸਨਾ ਦੀ ਪਵਿੱਤਰਤਾ ਦੇ ਵਾਸਤੇ ਪਿਆਰ ਦੇ ਨਾਲ ਬੋਲਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਗੌੜੇ ਗੁਆਰੇ ਰੇ ਮਹਲਾ ਪੰਜਵਾਂ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਗੌੜੀ ਰਾਗ ਹੈ ਗੁਆਰੇਰੀ ਇਸ ਦੀ ਜਾਤੀ ਹੈ। ਗਰੀਬ ਨਿਵਾਜ ਸਤਿਗੁਰੂ ਜੀ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ। ਸਾਧ ਸੰਗ ਜਪਿਓ ਭਗਵੰਤ। ਸਤਿਗੁਰੂ ਜੀ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕਰਨਾ ਕੀਤੀ ਏ ਗਰੀਬ ਨਿਵਾਜ ਆਪ ਜੀ ਨੇ ਕਿਰਪਾਲਤਾ ਕਰਕੇ ਨਾਮ ਦੀ ਵੱਡੀ ਭਾਰੀ ਮਹਿਮਾ ਕਥਨ ਕਰਨਾ ਕੀਤੀ ਹੈ ਜਣਾਵਣਾ ਕੀਤੀ ਹੈ। ਪਰ ਗਰੀਬ ਨਿਵਾਜ ਸਾਹਿਬ ਜੀ ਦੁਨੀਆ ਦੇ ਸਾਰੇ ਕਾਰਜਾਂ ਦੇ ਵਿੱਚੋਂ ਔਖਾ ਕਾਰਜ ਵੀ ਤੇ ਨਾਮ ਜਪਣਾ ਹੀ ਹੈ ਨਾ। ਦੁਨਿਆਵੀ ਮਨੁੱਖ ਦੁਨਿਆਵੀ ਬਿਰਤੀ ਵਾਲਾ ਇਨਸਾਨ ਦੁਨੀਆ ਦੇ ਸੈਂਕੜੇ ਕੰਮਕਾਰ ਧੰਦੇ ਧੰਦਾਰ ਕਰ ਲੈਂਦਾ ਹੈ ਪਰ ਇੱਕ ਨਾਮ ਹੀ ਤੇ ਨਹੀਂ ਨਾ ਜਪਿਆ ਜਾਂਦਾ। ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ। ਬਾਕੀ ਤੇ ਸਾਰੇ ਹੀ ਆਹਰ ਕਰ ਲੈਂਦਾ ਬਸ ਨਾਮ ਜਪਣ ਰੂਪੀ ਆਹਰ ਹੀ ਨਹੀਂ ਇਸ ਤੋਂ ਹੁੰਦਾ। ਸੱਚੇ ਪਾਤਸ਼ਾਹ ਆਪ ਜੀ ਨੇ ਹੀ ਪਹਿਲੇ ਸਰੂਪ ਦੇ ਅੰਦਰ ਕਥਨ ਕਰਨਾ ਕੀਤਾ ਹੈ ਆਖਣ ਔਖਾ ਸਾਚਾ ਨਾਉ। ਜੋ ਸੱਚੇ ਨਾਮ ਦਾ ਆਖਣਾ ਹੈ ਜਪਣਾ ਹੈ ਸਿਮਰਨਾ ਹੈ ਧਿਆਉਣਾ ਹੈ ਆਰਾਧਨਾ ਹੈ ਬੋਲਣਾ ਹੈ ਮਹਾਰਾਜ ਅਤਿਅੰਤ ਦੁਸ਼ਤਰ ਹੈ ਕਠਨ ਹੈ ਬੜਾ ਔਖਾ ਹੈ ਸੱਚੇ ਨਾਮ ਨੂੰ ਜਪਣਾ।
ਪਰ ਗਰੀਬ ਨਿਵਾਜ ਆਪ ਜੀ ਦੇ ਘਰ ਵਿੱਚ ਤੇ ਪ੍ਰਵਾਨੀ ਤਾਂ ਹੋਈਦਾ ਜੇ ਨਾਮ ਨੂੰ ਜਪਣਾ ਕਰੀਏ। ਤੇ ਸੱਚੇ ਪਾਤਸ਼ਾਹ ਜੀ ਜਿਵੇਂ ਆਪ ਜੀ ਨਾਮ ਦੀਆਂ ਬਖਸ਼ਿਸ਼ਾਂ ਕਰਦੇ ਹੋ, ਨਾਮ ਦੇ ਰਸੀਏ ਵੀ ਬੇਅੰਤ ਗੁਰੂ ਘਰ ਦੇ ਅੰਦਰ ਦੇਖੇ ਜਾਂਦੇ ਨੇ। ਸਾਡੇ ਪਾਸੋਂ ਤੇ ਹਜ਼ੂਰ ਨਾਮ ਜਪਿਆ ਨਹੀਂ ਜਾਂਦਾ। ਤੇ ਸੱਚੇ ਪਾਤਸ਼ਾਹ ਜੀ ਜਿਹੜੇ ਬੇਅੰਤ ਨਾਮ ਦੇ ਰਸੀਏ ਨਾਮ ਜਪਦੇ ਨੇ, ਉਹਨਾਂ ਨੇ ਕਿਵੇਂ ਜਪਿਆ, ਉਹਨਾਂ ਨੂੰ ਇਹ ਜਪਣ ਦੀ ਦਾਤ ਕਿਵੇਂ ਪ੍ਰਾਪਤ ਹੋਈ। ਜਿਸ ਵੇਲੇ ਗੁਰਸਿੱਖਾਂ ਨੇ ਇਹ ਬੇਨਤੀ ਕਰਨਾ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਵਣਾ ਕਰਦੇ ਨੇ, ਪੰਕਤੀ ਪੜ੍ਹ ਦਿਓ ਜੀ। ਸਾਧ ਸੰਗ ਜਪਿਓ ਭਗਵੰਤ। ਹੇ ਗੁਰਸਿੱਖੋ, ਹੇ ਪਿਆਰਿਓ, ਜਿਨ੍ਹਾਂ ਨੇ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕੀਤਾ ਹੈ ਨਾ, ਸਾਧ ਸੰਗਤ ਦੇ ਨਾਲ ਮਿਲ ਕਰਕੇ ਤਿੰਨਾਂ ਨੇ ਜਪਣਾ ਕੀਤਾ ਹੈ ਭਗਵੰਤ ਤਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ। ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਅਥਵਾ ਭਗਤ ਰਵਿਦਾਸ ਸਾਹਿਬ ਜੀ ਦਾ ਬਚਨ ਹੈ, ਸਾਧ ਸੰਗਤ ਬਿਨਾ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਤੇਰੀ ਤੋਂ ਭਾਵ ਹੈ ਤਿਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜਿਹੜੀ ਬੰਦਗੀ ਹੈ ਉਹ ਪ੍ਰੇਮ ਤੋਂ ਬਿਨਾ ਕੀਤੀ ਨਹੀਂ ਜਾਂਦੀ। ਤੇ ਜਿਹੜਾ ਹਿਰਦੇ ਦੇ ਅੰਦਰ ਪ੍ਰੇਮ ਉਤਪੰਨ ਹੋਣਾ, ਇਹ ਸਾਧ ਸੰਗਤ ਦੀ ਦਇਆਲਤਾ ਦੇ ਨਾਲ, ਕਿਰਪਾਲਤਾ ਦੇ ਨਾਲ, ਸੰਗਤ ਦੇ ਨਾਲ ਉਤਪੰਨ ਹੁੰਦਾ ਹੈ। ਨਹੀਂ ਤਾਂ ਸਾਧ ਸੰਗਤ ਕੀਤੇ ਤੋਂ ਬਿਨਾਂ ਹਿਰਦੇ ਦੇ ਅੰਦਰ ਭਾਵਨਾ ਹੀ ਪ੍ਰਗਟ ਨਹੀਂ ਹੁੰਦੀ, ਪਿਆਰ ਹੀ ਪ੍ਰਗਟ ਨਹੀਂ ਹੁੰਦਾ ਹੈ ਵਾਹਿਗੁਰੂ ਜੀ ਦੀ ਬੰਦਗੀ ਕਰਨੇ ਦਾ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਸਾਧ ਸੰਗ ਭਾਈ ਜਿਨ ਕਿਨੈ ਪਾਇਆ ਸਾਧ ਸੰਗਤੀ। ਜਿਸ ਕਿਸੇ ਨੇ ਵੀ ਨਾਮ ਜਪਣਾ ਪਾਇਆ, ਪ੍ਰਾਪਤ ਕੀਤਾ ਹੈ, ਜਿਸ ਕਿਸੇ ਨੇ ਵੀ ਨਾਮ ਦੇ ਦਾਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪ੍ਰਾਪਤ ਕੀਤਾ ਹੈ ਨਾ, ਸਾਧ ਸੰਗਤ ਦੁਆਰਾ ਹੀ ਕੀਤਾ ਹੈ। ਇਸ ਕਰਕੇ ਸਾਧ ਸੰਗ ਦੇ ਨਾਲ ਮਿਲ ਕਰਕੇ ਗੁਰੂ ਕੇ ਪਿਆਰਿਆਂ ਨੇ, ਭਾਵਨਾ ਵਾਲਿਆਂ ਨੇ ਭਗਵੰਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪਣਾ ਕੀਤਾ ਹੈ। ਸਾਧ ਸੰਗਤ ਦੇ ਨਾਲ ਮਿਲ ਕਰਕੇ ਹੀ ਧਿਆਉਣਾ ਹੁੰਦਾ ਹੈ। ਸਾਧ ਸੰਗਤ ਜੀ, ਵਿਦਵਾਨ ਜਨਾਂ ਨੇ ਸੰਗਤ 4 ਪ੍ਰਕਾਰ ਦੀ ਮੰਨੀ ਹੈ। ਸੰਗਤ, ਕੁਸੰਗਤ, ਸਾਧ ਸੰਗਤ, ਸਤ ਸੰਗਤ। ਜਿਨ੍ਹਾਂ ਪੁਰਸ਼ਾਂ ਦੀ, ਜਿਨ੍ਹਾਂ ਮਨੁੱਖਾਂ ਦੀ ਸੰਗਤ ਕਰਕੇ ਨਾ ਲਾਭ ਹੋਵੇ ਨਾ ਨੁਕਸਾਨ ਹੋਵੇ, ਨਾ ਪੁੰਨ ਲੱਗੇ ਨਾ ਪਾਪ ਲੱਗੇ, ਉਸ ਨੂੰ ਕਿਹਾ ਜਾਂਦਾ ਸੰਗਤ। ਜੈਸੇ ਆਏ ਤੈਸੇ ਖਾਲੀ ਉੱਠ ਕੇ ਚਲੇ ਗਏ। ਪਰ ਐਸੇ ਖੋਟੇ ਆਚਰਨ ਵਾਲੇ ਪੁਰਸ਼ ਹੋਣ ਜਿਨ੍ਹਾਂ ਦੀ ਸੰਗਤ ਕਰਕੇ ਹਿਰਦੇ ਨੂੰ ਕਾਲਖ ਲੱਗ ਜਾਵੇ, ਮੈਲ ਲੱਗ ਜਾਵੇ, ਜੀਵਨ ਵਿੱਚ ਐਬ ਆ ਜਾਵੇ, ਊਣਤਾਈ ਆ ਜਾਵੇ, ਕਮੀ ਆ ਜਾਵੇ, ਨਿਊਣਤਾਈ ਆ ਜਾਵੇ, ਹਿਰਦਾ ਵਿਕਾਰੀ ਹੋ ਜਾਵੇ, ਜੀਵ ਵਿਕਾਰਾਂ ਦੇ ਸਹਿਤ ਹੋ ਜਾਵੇ ਜਾਂ ਨਸ਼ੇੜੀ ਇਤਿਆਦਿਕ ਹੋ ਜਾਵੇ, ਜਿਨ੍ਹਾਂ ਦੇ ਨਾਲ ਮਿਲਣੇ ਕਰਕੇ ਜੀਵ ਖੋਟੇ ਕਰਮ ਕਰਨ ਲੱਗ ਜਾਵੇ, ਸੋ ਕਹਿਆ ਜਾਂਦਾ ਕੁਸੰਗਤ, ਖੋਟੀ ਸੰਗਤ। ਤੇ ਤੀਸਰੀ ਹੈ ਸਾਧ ਸੰਗਤ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਵਣਾ ਕਰਦੇ ਨੇ, ਜਿੱਥੇ ਵੀ ਗੁਰਸਿੱਖ ਪਿਆਰੇ ਮਿਲ ਕਰਕੇ ਵਾਹਿਗੁਰੂ ਜੀ ਦਾ ਜਸ ਕਰਦੇ ਹੋਣ ਨਾ, ਉਹ ਸਾਧ ਸੰਗਤ ਹੀ ਹੈ। ਜੇ ਇਕੱਲਾ ਸਿਮਰਨ ਭਜਨ ਕਰਦਾ ਗੁਰਸਿੱਖੀ ਨੂੰ ਕਮਾ ਰਿਹਾ ਹੈ, ਪਰ ਜੋ ਦੋ ਵੀ ਮਿਲ ਕੇ ਜਪਦੇ ਨੇ ਤੇ ਫਿਰ ਸਾਧ ਸੰਗਤ ਹੈ। ਇੱਕ ਸਿੱਖ ਦੋਏ ਸਾਧ ਸੰਗ। ਜੇ ਦੋ ਵੀ ਮਿਲ ਕੇ ਜਪਦੇ ਨੇ ਤੇ ਉਹ ਸਾਧ ਸੰਗ ਹੈ। ਇੱਕ ਵਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਕਰ ਰਹੇ ਸਨ। ਤੇ ਮਹਾਂਪੁਰਖ ਕਥਾ ਕਰਦਿਆਂ ਬਚਨ ਕਰਨ, ਸੋ ਸਾਧ ਸੰਗਤ ਜੀ ਇਸ ਪ੍ਰਕਾਰ ਕਹਿ ਕੇ ਤੇ ਅੱਗੇ ਪੰਕਤੀ ਦੇ ਅਰਥ ਕਰ ਦੇਣ, ਕਦੇ ਸਾਖੀ ਸੁਣਾ ਦੇਣ। ਤੇ ਜਿਹੜਾ ਪਾਠੀ ਗੁਰਸਿੱਖ ਸੀ ਨਾਲ ਸਿੰਘ ਪਾਠ ਕਰਾਉਣ ਵਾਲਾ, ਜਦੋਂ ਕਥਾ ਦੀ ਸਮਾਪਤੀ ਹੋਈ ਤੇ ਮਹਾਂਪੁਰਖਾਂ ਨੂੰ ਕਹਿਣ ਲੱਗਾ, ਮਹਾਂਪੁਰਖੋ ਅੱਜ ਬਾਰਿਸ਼ ਇੰਨੀ ਜ਼ਿਆਦਾ ਹੋ ਰਹੀ ਹੈ, ਮੀਂਹ ਇੰਨਾ ਜ਼ਿਆਦਾ ਪੈ ਰਿਹਾ ਹੈ ਕਿ ਸੰਗਤ ਤੇ ਆਈ ਕੋਈ ਨਹੀਂ। ਤੁਸੀਂ ਕਥਾ ਕਰਨ ਵਾਲੇ ਤੇ ਮੈਂ ਪਾਠ ਕਰਾਉਣ ਵਾਲਾ, ਆਪਾਂ ਤੇ ਦੋਵੇਂ ਸੀ, ਤੀਜਾ ਤੇ ਹੈ ਹੀ ਕੋਈ ਨਹੀਂ। ਤੇ ਤੁਸੀਂ ਬਾਰ-ਬਾਰ ਬਚਨ ਕਰ ਰਹੇ ਸੀ, ਸਾਧ ਸੰਗਤ ਜੀ, ਸਾਧ ਸੰਗਤ ਜੀ। ਮਹਾਂਪੁਰਖੋ ਅੱਜ ਤੇ ਸਾਧ ਸੰਗਤ ਆਈ ਕੋਈ ਨਹੀਂ। ਤੇ ਮਹਾਂਪੁਰਖਾਂ ਨੇ ਬਚਨ ਕਰਨਾ ਕੀਤਾ ਸੀ, ਸਿੰਘਾ ਭਾਈ ਗੁਰਦਾਸ ਜੀ ਦਾ ਬਚਨ ਹੈ, ਇੱਕ ਸਿੱਖ ਦੋਏ ਸਾਧ ਸੰਗ। ਅਸੀਂ ਦੋ ਤੇ ਹੈਗੇ ਸੀ ਨਾ, ਅਸੀਂ ਕਥਾ ਕਰਨ ਵਾਲੇ, ਤੂੰ ਕਰਾਉਣ ਵਾਲਾ, ਦੋ ਹੋ ਗਏ, ਇਸ ਕਰਕੇ ਸਾਧ ਸੰਗ। ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਸੇ ਪਾਤਸ਼ਾਹ ਹਾਜ਼ਰ ਨਾਜ਼ਰ ਸਤਿਗੁਰੂ ਜੀ ਤੇ ਹਾਜ਼ਰੀ ਪ੍ਰਵਾਨ ਕਰ ਰਹੇ, ਸਰਵਣ ਕਰ ਹੀ ਰਹੇ ਨੇ ਨਾ, ਇਸ ਕਰਕੇ ਸਤ ਸੰਗਤ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਤੇ ਜਿੱਥੇ ਪੰਜ ਸਤਿਗੁਰੂ ਜੀ ਦੇ ਪਿਆਰੇ ਮਿਲ ਜਾਣ, ਫਿਰ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਉਹ ਪੰਜ ਪਿਆਰੇ, ਪੰਜ ਗੁਰੂ ਕੇ ਗੁਰਸਿੱਖ ਹਾਜ਼ਰ ਨਾਜ਼ਰ ਸਤਿਗੁਰੂ ਜੀ ਦਾ ਸਰੂਪ ਜਾਣੇ ਜਾਂਦੇ ਨੇ। ਕਹਿਣੇ ਤੋਂ ਭਾਵ 2 4 ਜਿਤਨੇ ਵੀ ਸਰੀਰ ਮਿਲ ਕੇ ਆਪਸ ਦੇ ਵਿੱਚ
ਵਾਹਿਗੁਰੂ ਜੀ ਦਾ ਜਸ ਕਰਦੇ ਹੋਣ, ਵਡਿਆਈ ਕਰਦੇ ਹੋਣ, ਜਿੱਥੇ ਵੀ ਮਿਲ ਬੈਠਣ ਉੱਥੇ ਹੀ ਸਾਧ ਸੰਗਤ ਹੈ। ਇਸੇ ਪ੍ਰਕਾਰ ਚੌਥੀ ਹੈ ਸਤ ਸੰਗਤ। ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਸੁਭਾਈਮਾਨ ਹੋਣ, ਬਿਰਾਜਮਾਨ ਹੋਣ, ਸ਼ੋਭਰੀਕ ਹੋਣ, ਸੋ ਕਹੀ ਜਾਂਦੀ ਹੈ ਸਤ ਸੰਗਤ। ਦਸੇ ਹੀ ਪਾਤਸ਼ਾਹ, ਦਸੇ ਹੀ ਸਤਿਗੁਰੂ ਸਾਹਿਬਾਨ ਜੀ ਅੰਮ੍ਰਿਤ ਵੇਲੇ ਦੇ ਦੀਵਾਨ ਦੇ ਵਿੱਚ ਵੀ ਸ੍ਰੀ ਆਸਾ ਜੀ ਦੀ ਵਾਰ ਤੋਂ ਉਪਰੰਤ ਆਪ ਗੁਰਤਾ ਗੱਦੀ ਦੇ ਉੱਪਰ ਸੁਭਾਈਮਾਨ ਹੋ ਕਰਕੇ ਅੰਮ੍ਰਿਤ ਗੁਰਬਾਣੀ ਦੀ ਕਥਾ ਅੰਮ੍ਰਿਤ ਪ੍ਰਵਚਨਾਂ ਦੇ ਦੁਆਰਾ ਗੁਰਸਿੱਖਾਂ ਨੂੰ ਸਰਵਣ ਕਰਾਇਆ ਕਰਦੇ। ਆਪ ਹਾਜ਼ਰ ਨੇ ਨਾ, ਪ੍ਰਵਚਨ ਸਰਵਣ ਕਰਾ ਰਹੇ ਨੇ, ਇਹ ਸਤ ਸੰਗਤ ਹੈ। ਅੱਜ ਮੌਜੂਦਾ ਸਮੇਂ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਹੀ ਪਾਤਸ਼ਾਹੀਆਂ ਜੀ ਦੀ ਪਾਵਨ ਆਤਮਿਕ ਜੋਤ ਹਾਜ਼ਰ ਨਾਜ਼ਰ ਪ੍ਰਤੱਖ ਨੇ। ਸਤਿਗੁਰਾਂ ਦਾ ਬਚਨ ਆਤਮਾ ਗ੍ਰੰਥ ਵਿੱਚ ਅਥਵਾ ਪ੍ਰਗਟ ਗੁਰਾਂ ਕੀ ਦੇਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਸਤਿਗੁਰਾਂ ਦੀ ਦੇਹ, ਸਤਿਗੁਰਾਂ ਦਾ ਸਰੀਰ ਹੈ। ਇਵੇਂ ਭਾਵਨਾ ਕਰਕੇ ਸਤਿਗੁਰਾਂ ਦੀ ਹਜ਼ੂਰੀ ਦੇ ਅੰਦਰ ਬੈਠਣਾ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੈ ਤੇ ਕਥਾ, ਵਾਰਤਾ, ਕੀਰਤਨ, ਨਿਤਨੇਮ, ਅਰਦਾਸ ਇਤਿਆਦਿਕ ਗੁਰਮਤਿ ਦੀ ਮਰਿਆਦਾ ਹੋ ਰਹੀ ਹੈ ਨਾ ਗੁਰੂ ਘਰ ਦੀ, ਉੱਥੇ ਸਤ ਸੰਗਤ ਹੈ। ਕਹਿਣ ਤੋਂ ਭਾਵ ਜਿੱਥੇ ਸਤਿਗੁਰੂ ਜੀ ਖੁਦ ਮੌਜੂਦ ਨੇ, ਇਸ ਨੂੰ ਸਤ ਸੰਗਤ ਕਹਿਆ ਜਾਂਦਾ ਹੈ। ਤੇ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਪਿਆਰਿਓ, ਜੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਜਸ ਹੋ ਰਿਹਾ ਤੇ ਉਹ ਸਾਧ ਸੰਗਤ ਵੀ ਹੈ ਕਿਉਂਕਿ ਮਿਲ ਕੇ ਬੈਠੇ ਨੇ, ਤੇ ਸਤ ਸੰਗਤ ਵੀ ਹੈ ਕਿਉਂਕਿ ਸਤਿਗੁਰੂ ਜੀ ਮੌਜੂਦ ਨੇ। ਤੇ ਜਿਵੇਂ ਸਾਧ ਸੰਗਤ ਜੀ ਨਦੀ ਹੁੰਦੀ ਹੈ ਨਾ, ਤੇ ਅੱਗੇ ਜਾ ਕਰਕੇ ਸਮੁੰਦਰ ਦੇ ਵਿੱਚ ਪੈ ਜਾਂਦੀ ਤੇ ਸਮੁੰਦਰ ਦਾ ਹੀ ਰੂਪ ਹੋ ਜਾਂਦੀ ਹੈ। ਸਾਧ ਸੰਗਤ ਦੇ ਵਿੱਚ ਵੀ ਨਾਮ ਜਪਿਆ ਜਾਂਦਾ ਹੈ ਤੇ ਸਤ ਸੰਗਤ ਦੇ ਵਿੱਚ ਵੀ ਨਾਮ ਹੀ ਜਪਿਆ ਜਾਂਦਾ ਹੈ। ਜਿਵੇਂ ਨਦੀ ਦੇ ਵਿੱਚ ਵੀ ਪਾਣੀ ਹੈ ਤੇ ਸਮੁੰਦਰ ਦੇ ਵਿੱਚ ਵੀ ਪਾਣੀ ਹੈ, ਦੋਵਾਂ 'ਚ ਪਾਣੀ ਹੀ ਹੈ। ਪਾਣੀ ਪਾਣੀ ਨਾਲ ਜਾ ਮਿਲਦਾ, ਇੱਕ ਰੂਪ ਹੋ ਜਾਂਦਾ। ਇਵੇਂ ਸਾਧ ਸੰਗਤ ਵਿੱਚ ਮਿਲ ਕਰਕੇ ਜਿਹੜੇ ਜਸ ਕਰਦੇ ਨੇ, ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਕਥਾ ਵਾਰਤਾ ਕੀਰਤਨ ਕਰਦੇ ਨੇ ਜਾਂ ਵਿਖਿਆਨ ਸਰਵਣ ਕਰਦੇ ਨੇ, ਇਹ ਨਾਮ ਰੂਪੀ ਜਲ ਪ੍ਰਾਪਤ ਹੈ ਸਾਧ ਸੰਗਤ ਰੂਪੀ ਨਦੀ ਦੇ ਅੰਦਰ। ਤੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੌਜੂਦ ਨੇ, ਇਹ ਸਾਗਰ ਹੈ ਭਗਤੀ ਦਾ। ਜਿਹੜੀ ਸਾਧ ਸੰਗਤ ਆ, ਇਹ ਵੀ ਸਤ ਸੰਗਤ ਦੇ ਵਿੱਚ ਲੀਨ ਹੋ ਜਾਂਦੀ ਹੈ, ਕਿਉਂਕਿ ਸਾਧ ਸੰਗਤ ਵਿੱਚ ਵੀ ਨਾਮ, ਸਤ ਸੰਗਤ ਦੇ ਵਿੱਚ ਵੀ ਨਾਮ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ, ਵੱਡਾ ਭਾਰੀ ਮਹਾਤਮ ਹੈ ਸਾਧ ਸੰਗਤ ਦਾ। ਜਿਨ ਕਿਨੈ ਪਾਇਆ ਸਾਧ ਸੰਗਤੀ, ਪੂਰੇ ਭਾਗ ਵੈਰਾਗ। ਪੂਰੇ ਭਾਗਾਂ ਦੇ ਨਾਲ ਜੇ ਕਿਸੇ ਨੇ ਵੈਰਾਗ ਧਾਰਨ ਕਰਨਾ ਕੀਤਾ, ਹਿਰਦੇ ਦੇ ਅੰਦਰ ਵੈਰਾਗ ਪ੍ਰਮਾਤਮਾ ਜੀ ਦੇ ਪਿਰ ਪਰਥਾਏ ਉਤਪੰਨ ਹੋਇਆ ਨਾ, ਤੇ ਸਾਧ ਸੰਗਤ ਕਰਕੇ ਹੀ ਹੋਇਆ। ਜੇ ਇਕੱਲੇ ਸਿਮਰਨ ਭਜਨ ਕਰਦੇ ਰਹੀਏ ਮੁਬਾਰਕ ਹੈ, ਪਰ ਕਈ ਵਾਰ ਹਿਰਦੇ ਦੇ ਅੰਦਰ ਨਾ ਸੂਖਮਤਾ ਆ ਜਾਂਦੀ ਏ। ਇਕੱਲਾ ਹੀ ਘਰੇ ਬੈਠ ਕੇ ਸਿਮਰਨ ਭਜਨ ਕਰੀ ਜਾਂਦਾ, ਬੜੀ ਚੰਗੀ ਗੱਲ ਹੈ, ਅਤੀ ਉੱਤਮ ਹੈ। ਪਰ ਸਤ ਸੰਗਤ ਨਾ ਕਰਨੇ ਤੋਂ ਬਿਨਾਂ ਕਈ ਵਾਰ ਹਿਰਦੇ ਅੰਦਰ ਹੰਗਤਾ ਆ ਜਾਂਦੀ ਏ, ਮੈਂ ਬੜਾ ਨਿਤਨੇਮੀ ਹੈ, ਮੈਂ 5 ਬਾਣੀਆਂ ਪੜ੍ਹਨ ਵਾਲਾ ਹੈ, ਮੈਂ 5 ਗ੍ਰੰਥੀ ਦਾ ਨਿਤਨੇਮ ਕਰਨ ਵਾਲਾ, ਮੈਂ 21 ਪਾਠ ਜਪਜੀ ਸਾਹਿਬ ਦੇ ਕਰਨ ਵਾਲਾ। ਕਦੇ ਸੂਖਮ ਜਿਹੀ ਹੰਗਤਾ ਆ ਜਾਂਦੀ ਏ। ਪਰ ਉਹੀ ਉਹ ਜਗਿਆਸੂ ਜਦੋਂ ਸਤ ਸੰਗਤ ਵਿੱਚ ਆਉਂਦਾ ਨਾ, ਜੇ 5 ਬਾਣੀਆਂ ਘਰੇ ਪੜ੍ਹਦਾ, ਇੱਥੇ 5 ਗ੍ਰੰਥੀ ਦਾ ਨਿਤਨੇਮ ਕਰਨ ਵਾਲੇ ਮਿਲਦੇ ਨੇ। ਘਰੇ ਜੇ 5 ਗ੍ਰੰਥੀ ਦਾ ਨਿਤਨੇਮ ਕਰਕੇ ਸੂਖਸ਼ਮ ਜਿਹੀ ਹੰਗਤਾ ਧਾਰਨ ਕਰੇ, ਇੱਥੇ ਸਵਾਸ ਸਿਮਰਨ ਭਜਨ ਕਰਨ ਵਾਲੇ ਮਿਲਦੇ ਨੇ, ਤੇ ਹੰਗਤਾ ਦੂਰ ਹੋ ਜਾਂਦੀ। ਮਨਾ ਕਾਹਦਾ ਮਨ ਕਰਦਾ ਹੈ, ਤੂੰ ਤੇ 5 ਗ੍ਰੰਥੀ ਪੜ੍ਹਦਾ, 2-3-4 ਘੰਟੇ ਦਾ ਨਿਤਨੇਮ ਹੈ। ਇੱਥੇ ਤੇ 8 ਪਹਿਰ ਇੱਕ ਤੈ ਲਿਵੈ, ਮੰਨੇ ਹੁਕਮ ਅਪਾਰ। ਇੱਥੇ ਤੇ ਉਹ ਗੁਰਸਿੱਖ ਪਿਆਰੇ ਜਿਨ੍ਹਾਂ ਨੂੰ ਕਦੇ ਭੁੱਲਦਾ ਹੀ ਨਹੀਂ, ਜਿਹੜੇ ਸਦਾ ਹੀ ਨਾਮ ਜਪਦੇ ਵੀ ਜੋਦੜੀਆਂ ਕਰਦੇ ਰਹਿੰਦੇ ਨੇ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ, ਨਾਨਕ ਚਾਹੋ ਇਹੋ। ਸਾਧ ਸੰਗਤ ਜੀ, ਜਿਸ ਪ੍ਰਕਾਰ ਨਦੀ ਦੇ ਕਿਨਾਰੇ ਤੇ ਰੁੱਖ ਹੋਵੇ ਨਾ, ਤੇ ਉਹਦੀਆਂ ਜੜ੍ਹਾਂ ਨੂੰ ਪਾਣੀ ਮਿਲਦਾ ਹੈ, ਪੋਸ਼ਣ ਮਿਲਦਾ ਹੈ, ਦਰਖਤ ਹਰਿਆ ਭਰਿਆ ਹੁੰਦਾ ਹੈ, ਵੱਧਦਾ ਹੈ, ਫੁੱਲਦਾ ਹੈ, ਪਰ ਤਾਂ ਵੀ ਉਸ ਦੇ ਪੱਤਿਆਂ ਦੇ ਉੱਪਰ, ਕਰੁੰਬਲੀਆਂ ਦੇ ਉੱਪਰ, ਤਾਣੇ ਪੇਟੇ ਦੇ ਉੱਪਰ ਗਰਦ ਗੁਬਾਰ ਘੱਟਾ ਉੱਡ ਕੇ ਪੈ ਜਾਂਦਾ ਹੈ। ਇਸੇ ਪ੍ਰਕਾਰ ਇਕੱਲਾ ਸਿਮਰਨ ਕਰਦਾ, ਇਹ ਭਗਤੀ ਰੂਪੀ ਨਦੀ ਦੇ ਕਿਨਾਰੇ ਤੇ ਹੈ, ਪਰ ਹੰਗਤਾ ਰੂਪੀ ਮੋਹ ਰੂਪੀ ਗਰਦ ਧੂੜ ਮਿੱਟੀ ਪੈ ਹੀ ਜਾਂਦੀ ਹੈ। ਪਰ ਜਦੋਂ ਵਰਖਾ ਹੋ ਜਾਵੇ, ਮੀਂਹ ਹੋ ਪਾਇਆ ਪਰਮੇਸ਼ਰ ਪਾਇਆ, ਜੀਏ ਜੰਤ ਸਭ ਸੁਖੀ ਵਸਾਇਆ, ਸਾਰਾ ਜਿਹੜਾ ਦਰਖਤ ਧੁੱਪ ਜਾਂਦਾ ਹੈ, ਤਾਹਣਾ ਪੇਟਾ ਧੁੱਪ ਜਾਂਦਾ ਹੈ, ਪੱਤੇ ਧੁੱਪ ਜਾਂਦੇ ਨੇ, ਕਰੁੰਬਲੀਆਂ ਧੁੱਪ ਜਾਂਦੀਆਂ ਨੇ, ਸ਼ੁੱਧ ਹੋ ਜਾਂਦਾ ਹੈ, ਸਾਰੀ ਗਰਦ ਲੱਥ ਜਾਂਦੀ ਏ। ਇਸੇ ਪ੍ਰਕਾਰ ਜਦੋਂ ਸਤ ਸੰਗਤ ਦੇ ਵਿੱਚ ਅਥਵਾ ਸਾਧ ਸੰਗਤ ਦੇ ਵਿੱਚ ਬੈਠ ਕਰਕੇ ਜੀਵ ਜਗਿਆਸੂ ਵਾਹਿਗੁਰੂ ਜੀ ਦੇ ਨਾਮ ਨੂੰ ਸਰਵਣ ਕਰਦਾ ਨਾ, ਤੇ ਜਿਹੜਾ ਕੀਰਤਨ ਹੈ, ਕੀਰਤਨ ਹੈ ਮੇਘ ਕੀ ਵਰਖਾ, ਇਹ ਮੂਲੇ ਧਾਰ ਵਰਖਾ ਦੀ ਨਿਆਈ ਹੈ।
ਤੇ ਸਾਧ ਸੰਗਤ ਜੀ ਜਿਹੜੀ ਕਥਾ ਹੈ ਨਾ, ਇਹ ਝੜੀ ਦੀ ਨਿਆਈ ਹੈ। ਥਿਮਕ ਥਿਮਕ ਬੂੰਦੀ ਤਿਮ ਪਰ ਹੈ, ਤੇ ਅਵਨੀ ਆਪਣੇ ਮਹਤਰ ਹੈ। ਜਿਵੇਂ ਥਮ ਥਮ ਕੇ ਛੋਟੀਆਂ ਛੋਟੀਆਂ ਬੂੰਦਾਂ ਪੈਂਦੀਆਂ ਨੇ, ਛਿੱਟਾਂ ਪੈਂਦੀਆਂ ਨੇ, ਕਣੀਆਂ ਪੈਂਦੀਆਂ ਨੇ, ਉਹ ਜਿਵੇਂ ਜਿਵੇਂ ਪਾਣੀ ਵਰਦਾ ਹੈ, ਕਣੀਆਂ ਪੈਂਦੀਆਂ ਧਰਤੀ ਵਿੱਚ, ਮਿੱਟੀ ਵਿੱਚ ਰਚਦੀਆਂ ਜਾਂਦੀਆਂ ਨੇ। ਤੇ ਕਥਾ ਇਵੇਂ ਹੁੰਦੀ ਹੈ, ਸ਼ਬਦਾਂ ਦਾ ਵਿਸਥਾਰ, ਸ਼ਬਦਾਂ ਦੀ ਵਿਆਖਿਆ, ਗੁਰਬਾਣੀ ਦੇ ਅਰਥ ਜਿਵੇਂ ਜਿਵੇਂ ਜਗਿਆਸੂ ਸਰਵਣ ਕਰਦਾ ਹਿਰਦੇ ਵਿੱਚ ਰਚਦੇ ਜਾਂਦੇ ਨੇ, ਸਮਾਉਂਦੇ ਜਾਂਦੇ ਨੇ। ਸਾਰੀ ਹੰਤਾ ਦੀ ਮੈਲ ਲੱਥ ਜਾਂਦੀ ਏ, ਮੋਹ ਦਾ ਜਾਲਾ ਸਾਰਾ ਲੱਥ ਜਾਂਦਾ ਹੈ। ਇਸ ਕਰਕੇ ਹਜ਼ੂਰ ਜੀ ਨੇ ਵੱਡੀ ਭਾਰੀ ਦਾਤ ਬਖਸ਼ਣਾ ਕੀਤੀ ਹੈ ਸਾਧ ਸੰਗਤ ਦੀ ਅਥਵਾ ਸਤ ਸੰਗਤ ਦੀ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ, ਜਿਹੜੇ ਬਖਸ਼ਿਸ਼ ਵਾਲੇ ਨੇ ਉਹਨਾਂ ਦੇ ਉੱਪਰ ਬਖਸ਼ਿਸ਼ਾਂ ਇਸ ਕਰਕੇ ਹੋਈਆਂ ਨੇ, ਉਹਨਾਂ ਨੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਭਗਵੰਤ ਜੀ ਦੇ, ਪਰਮਾਤਮਾ ਜੀ ਦੇ, ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਹੈ। ਤੇ 4 ਘੜੀਆਂ ਵੀ ਬੈਠ ਕਰਕੇ ਸਤ ਸੰਗਤ ਦੇ ਵਿੱਚ ਮਿਲ ਕਰਕੇ ਨਾਮ ਜਪ ਲਿਆ ਜਾਵੇ ਨਾ, ਤੇ ਹਜ਼ਾਰਾਂ ਵਰੇ ਦੀ ਤਪੱਸਿਆ ਦੇ ਨਾਲੋਂ ਜ਼ਿਆਦਾ ਫਲ ਮਿਲਦਾ ਹੈ ਸਤ ਸੰਗਤ ਦੇ ਵਿੱਚ ਬੈਠ ਕਰਕੇ ਸਰਵਣ ਕਰਨੇ ਦਾ। ਇਸ ਕਰਕੇ ਛੇਤੀ ਪ੍ਰਾਪਤੀ ਹੁੰਦੀ ਹੈ। ਪਿਆਰਿਓ, ਜਿਸ ਕਿਸੇ ਨੇ ਸਿਮਰਨ ਨੂੰ ਕਰਨਾ ਪਾਇਆ ਹੈ, ਜਪਣਾ ਪਾਇਆ ਹੈ, ਉਹ ਸਾਧ ਸੰਗਤ ਦੁਆਰਾ ਹੀ ਪ੍ਰਾਪਤ ਕੀਤਾ ਹੈ। ਕੇਵਲ ਨਾਮ ਦਿਓ ਗੁਰਮੰਤ। ਮਹਾਰਾਜ ਜੀ, ਸਾਧੂ ਜਨਾਂ ਨੂੰ ਇਹ ਦਾਤ ਕਿਵੇਂ ਪ੍ਰਾਪਤ ਹੋਈ ਏ ਕਿ ਹਜ਼ੂਰ ਜੀ ਫਰਮਾਉਂਦੇ ਨੇ, ਕੇਵਲ ਨਾਮ ਦਿਓ ਗੁਰਮੰਤ। ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਮੰਤਰ ਵਾਹਿਗੁਰੂ ਬਖਸ਼ਣਾ ਕੀਤਾ ਹੈ। ਅਤੇ ਉਹ ਕੇਵਲ ਤੇ ਕੇਵਲ ਸੁੱਧ ਸਰੂਪ, ਸੁੱਧ ਭੂਮਾ ਸਰੂਪ ਸਤਿਗੁਰੂ ਜੀ ਦੇ ਗੁਰਮੰਤਰ ਵਾਹਿਗੁਰੂ ਨੂੰ ਜਪਦੇ ਨੇ। ਕੇਵਲ ਨਾਮ ਦਿਓ ਗੁਰਮੰਤ। ਕੇਵਲ ਤੋਂ ਭਾਵ ਹੈ ਕੇਵਲ ਮੁਕਤੀ। ਜਿਹੜੀਆਂ 4 ਪ੍ਰਕਾਰ ਦੀਆਂ ਮੁਕਤੀਆਂ ਮੰਨੀਆਂ ਜਾਂਦੀਆਂ ਸਾਧ ਸੰਗਤ ਜੀ, ਉਹਨਾਂ ਤੋਂ ਅੱਗੇ ਹੈ ਕੇਵਲ ਮੁਕਤੀ, ਜਿਸ ਨੂੰ ਜੀਵਨ ਮੁਕਤ ਆਖਿਆ ਜਾਂਦਾ ਹੈ। ਜਿਵੇਂ ਸਾਮੀਪ ਮੁਕਤੀ, ਸਰੂਪ ਮੁਕਤੀ, ਸਾਲੋਕ ਮੁਕਤੀ, ਸਜੋਜ ਮੁਕਤੀ, ਇਹ 4 ਪ੍ਰਕਾਰ ਦੀਆਂ ਮੁਕਤੀਆਂ ਨੇ। ਜਿਸ ਇਸ਼ਟ ਦੇਵ ਦੀ ਪੂਜਾ ਕਰਨੀ, ਉਸ ਦੀ ਨੇੜਤਾ ਪ੍ਰਾਪਤ ਹੋ ਜਾਣੀ। ਜਿਵੇਂ ਸ਼ਿਵ ਜੀ ਦੇ ਗਣ ਨੇ, ਨੰਦੀ ਨੇ, ਭ੍ਰਿੰਗੀ ਨੇ, ਨੇੜਤਾ ਪ੍ਰਾਪਤ ਹੋ ਗਈ ਨਾ, ਇਸ ਨੂੰ ਨੇੜੇ ਰਹਿਣ ਦੀ ਮੁਕਤੀ ਕਿਹਾ ਜਾਂਦਾ, ਸਾਮੀਪ ਮੁਕਤੀ। ਦੂਸਰੀ ਹੈ ਸਾਰੂਪ ਮੁਕਤੀ, ਜਿਸ ਦੀ ਬੰਦਗੀ ਕਰਨਾ ਉਸ ਦਾ ਰੂਪ ਹੋ ਜਾਣਾ। ਮੰਨਿਆ ਜਾਂਦਾ ਜਿਹੜੇ ਸ਼ਿਵਾਂ ਦੀ ਬੰਦਗੀ ਕਰਦੇ ਨੇ, ਜੇ ਤਾਂ ਬੰਦਗੀ ਨਾ ਪੂਰੀ ਹੋਈ ਤੇ ਫਿਰ ਉਸ ਦੀ ਅਸਵਾਰੀ ਬਲਦ ਬਣਨਾ ਪੈਂਦਾ ਹੈ, ਤੇ ਜੇ ਪੂਰੀ ਹੋ ਗਈ ਫਿਰ ਉਸ ਦਾ ਸਰੂਪ ਮਿਲ ਜਾਂਦਾ ਹੈ। ਮਸਾਣਾ ਵਿੱਚ ਵਾਸਾ, ਪਿੰਡੇ ਤੇ ਸਵਾਹ, ਗਲ ਵਿੱਚ ਸੱਪਾਂ ਦਾ ਹਾਰ, ਹੱਥ ਵਿੱਚ ਡਮਰੂ। ਇਸ ਪ੍ਰਕਾਰ ਫਿਰ ਮਸਾਣਾ ਵਿੱਚ ਵਾਸਾ, ਉਸ ਦਾ ਸਰੂਪ ਮਿਲ ਜਾਂਦਾ ਹੈ। ਤੇ ਸਾਧ ਸੰਗਤ ਦੀ ਤੀਸਰੀ ਮੁਕਤੀ ਕਹੀ ਜਾਂਦੀ ਹੈ ਸਾਲੋਕ ਮੁਕਤੀ। ਜੇ ਸ਼ਿਵ ਦੀ ਆਰਾਧਨਾ ਕੀਤੀ, ਸ਼ਿਵਪੁਰੀ ਦੇ ਵਿੱਚ ਵਾਸਾ ਮਿਲ ਗਿਆ। ਜੇ ਇਸੇ ਪ੍ਰਕਾਰ ਵਿਸ਼ਨੂੰ ਜੀ ਦੀ ਆਰਾਧਨਾ ਕੀਤੀ, ਵਿਸ਼ਨਪੁਰੀ ਵਿੱਚ ਵਾਸਾ ਮਿਲ ਗਿਆ। ਜਿਸ ਦੀ ਆਰਾਧਨਾ ਕਰਨੀ, ਉਸ ਦੀ ਪੁਰੀ ਵਿੱਚ ਵਾਸਾ ਹੋ ਜਾਣਾ। ਤੇ ਚੌਥਾ ਕਿਹਾ ਜਾਂਦਾ ਜੀ ਸਯੁਜ ਮੁਕਤੀ। ਜਿਸ ਇਸ਼ਟ ਦੇਵ ਦੀ ਆਰਾਧਨਾ ਕਰਨੀ, ਉਸ ਦੇ ਵਿੱਚ ਮਿਲ ਜਾਣਾ। ਜਿਵੇਂ ਮਛਲੀ ਪਾਣੀ ਦੇ ਅੰਦਰ ਮਿਲ ਕਰਕੇ ਵਸ ਕਰਕੇ ਰਹਿੰਦੀ ਹੈ, ਇਵੇਂ ਇਸ਼ਟ ਦੇਵ ਵਿੱਚ ਸਮਾ ਜਾਂਦੇ ਨੇ। ਮਛਲੀ ਰਹਿੰਦੀ ਤੇ ਪਾਣੀ ਦੇ ਅੰਦਰ ਹੈ, ਪਰ ਜਦੋਂ ਸ਼ਿਕਾਰੀ ਆ ਕਰਕੇ ਜਾਲ ਪਾਉਂਦਾ ਫਿਰ ਪਾਣੀ ਚੋਂ ਕੱਢ ਲੈਂਦਾ ਹੈ। ਇਸੇ ਪ੍ਰਕਾਰ ਦੇਵਤਿਆਂ ਦੀਆਂ ਪੁਰੀਆਂ ਦੇ ਵਿੱਚ ਜਾਂ ਦੇਵਤਿਆਂ ਵਿੱਚ ਅਭੇਦ ਹੋਣੇ ਤੋਂ ਬਾਅਦ ਵੀ ਜਦੋਂ ਮਹਾਪਰਲੋ ਹੁੰਦੀ ਹੈ ਨਾ, ਸਾਧ ਸੰਗਤ ਜੀ 4 ਪ੍ਰਕਾਰ ਦੀ ਪਰਲੋ, ਨਿਤ ਪਰਲੋ, ਨਿਮਿਤ ਪਰਲੋ, ਅਵਾਂਤਰ ਪਰਲੋ, ਮਹਾਪਰਲੋ। ਤੇ ਜਦੋਂ ਮਹਾਪਰਲੋ ਹੁੰਦੀ ਹੈ, ਕਾਲ ਦਾ ਜਾਲ ਪੈਂਦਾ ਨਾ, ਫਿਰ ਜਿਹੜਾ ਕਾਲ ਦਾ ਜਾਲ ਹੈ ਉਹਨਾਂ ਦੀਆਂ ਦੇਹਾਂ ਚੋਂ ਵੀ ਕੱਢ ਲੈਂਦਾ। ਫਿਰ ਜੀਵਾਂ ਨੂੰ ਜੰਮਣ ਮਰਨ ਚ ਆਉਣਾ ਹੀ ਪੈਂਦਾ ਹੈ। ਇਸ ਕਰਕੇ ਉਹਨਾਂ 4 ਪ੍ਰਕਾਰ ਦੀਆਂ ਮੁਕਤੀਆਂ ਦੇ ਵਿੱਚ ਵੀ ਜੀਵ ਦਾ ਭਲਾ ਨਹੀਂ, ਸਦੀਵ ਕਾਲ ਦਾ ਸੁੱਖ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਵਾਹਿਗੁਰੂ ਨਾਮ ਜਪਾਇਆ ਹੈ, ਤੇ ਵਾਹਿਗੁਰੂ ਨਾਮ ਕੇਵਲ ਮੁਕਤੀ ਨੂੰ ਦੇਣ ਵਾਲਾ ਹੈ। ਕੇਵਲ ਮੁਕਤੀ ਸਾਧ ਸੰਗਤ ਜੀ ਇਸ ਪ੍ਰਕਾਰ ਹੁੰਦੀ ਹੈ, ਜਿਉ ਜਲ ਮਹਿ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ। ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ। ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲਾ ਦਈਏ ਤੇ ਮਿਲਾਇਆ ਹੋਇਆ ਪਾਣੀ ਫਿਰ ਵੱਖ-ਵੱਖ ਨਹੀਂ ਨਾ ਕੀਤਾ ਜਾ ਸਕਦਾ। ਵਾਹਿਗੁਰੂ ਜੀ ਦੇ ਗੁਰਮੰਤਰ ਜਪਣੇ ਦਾ ਇਹ ਮਹੱਤਮ ਹੈ। ਸਤਿਗੁਰੂ ਜੀ ਐਸੀ ਬਖਸ਼ਿਸ਼ ਕਰ ਦਿੰਦੇ ਨੇ, ਜੀਵ ਵਾਹਿਗੁਰੂ ਜੀ ਦੇ ਵਿੱਚ ਇਵੇਂ ਭੇਦ ਹੋ ਜਾਂਦਾ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ। ਸਾਗਰ ਦੇ ਵਿੱਚ ਇੱਕ ਬੂੰਦ ਮਿਲ ਜਾਵੇ, ਕਿੰਨਾ ਵੀ ਯਤਨ ਕਰ ਲਈਏ ਨਾ, ਅਨਕ ਸਿਆਣੇ ਪਚ ਮੋਏ ਨਾ ਨਿਰਵਾਰੀ ਜਾਏ।
ਜੇ ਇੱਕ ਵਾਰ ਬੂੰਦ ਸਾਗਰ ਦੇ ਵਿੱਚ ਪੈ ਗਈ, ਫਿਰ ਬੇਅੰਤ ਸਿਆਣੇ ਯਤਨ ਕਰਕੇ ਹਾਰ ਜਾਣ, ਥੱਕ ਜਾਣ, ਉਹ ਬੂੰਦ ਵਾਪਸ ਨਹੀਂ ਕੱਢੀ ਜਾ ਸਕਦੀ, ਸਾਗਰ ਵਿੱਚ ਮਿਲ ਕੇ ਲੀਨ ਹੋ ਗਈ। ਇਸੇ ਪ੍ਰਕਾਰ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਦੇ ਨੇ, ਵਾਹਿਗੁਰੂ ਸਰੂਪ ਸਾਗਰ ਦੇ ਅੰਦਰ ਉਹਨਾਂ ਦੀ ਆਤਮਾ ਸਰੂਪ ਜਿਹੜੀ ਬੂੰਦ ਹੈ ਉਹ ਲੀਨ ਹੋ ਜਾਂਦੀ ਹੈ, ਫਿਰ ਕਦੇ ਵੀ ਵਾਹਿਗੁਰੂ ਜੀ ਤੋਂ ਵੱਖ ਨਹੀਂ ਹੁੰਦੇ। ਇਸ ਨੂੰ ਕਿਹਾ ਜਾਂਦਾ ਕੈਵਲ ਮੁਕਤੀ। ਜਦ ਤੱਕ ਸਰੀਰ ਦੇ ਅੰਦਰ ਐਸੇ ਪਿਆਰੇ ਰਹਿੰਦੇ ਨੇ, ਸਰੀਰ ਦੇ ਅੰਦਰ ਰਹਿੰਦਿਆਂ ਹੋਇਆਂ ਵੀ ਬੰਧਨਾਂ ਤੋਂ ਮੁਕਤ ਨੇ, ਉਹਨਾਂ ਨੂੰ ਕਾਮ ਕ੍ਰੋਧ ਵਿਕਾਰ ਤੰਗ ਨਹੀਂ ਕਰਦੇ, ਉਹਨਾਂ ਨੂੰ ਸ਼ਬਦ ਸਪਰਸ਼ ਰਸਗੰਧ ਨਹੀਂ ਪਾਉਂਦੇ ਹਨ, ਰਾਗ ਦਵੈਖ ਉਸਤਤ ਨਿੰਦਿਆ ਚੁਗਲੀ ਬਖੀਲੇ ਉਹਨਾਂ ਨੂੰ ਨਹੀਂ ਪਾਉਂਦੀ ਹੈ, ਮਾਇਆ ਦੇ ਜੰਜਾਲ ਜੜ ਮਾਇਆ ਦੇ ਚੇਤਨ ਮਾਇਆ ਦੇ ਉਹਨਾਂ ਨੂੰ ਨਹੀਂ ਪਾਉਂਦੇ, ਸਾਰਿਆਂ ਤੋਂ ਮੁਕਤ ਹੁੰਦੇ ਨੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਇਹ ਹੈ ਜੀਵਨ ਮੁਕਤੀ, ਇਹ ਹੈ ਕੈਵਲ ਮੁਕਤੀ। ਜਦੋਂ ਤੱਕ ਸਰੀਰ ਦੇ ਅੰਦਰ ਨੇ ਬੰਧਨ ਕੋਈ ਨਹੀਂ, ਤਾਂ ਸਰੀਰ ਛੁੱਟ ਗਿਆ ਤੇ ਫਿਰ ਵਾਹਿਗੁਰੂ ਜੀ ਦੀ ਅਭੇਦਤਾ। ਇਸ ਪ੍ਰਕਾਰ ਕੈਵਲ ਮੁਕਤੀ ਦੀ ਦਾਤ ਸਤਿਗੁਰੂ ਜੀ ਆਪਣੇ ਪਿਆਰਿਆਂ ਨੂੰ ਬਖਸ਼ਣਾ ਕਰਦੇ ਨੇ। ਤੇ ਹਜ਼ੂਰ ਫਰਮਾਉਂਦੇ ਨੇ, ਜਿਹੜੇ ਸਤਿਗੁਰੂ ਜੀ ਦੇ ਸਾਧੂ ਨੇ ਨਾ, ਸਤਿਗੁਰੂ ਜੀ ਦੇ ਸੰਤ ਨੇ, ਨਾਮ ਰਸੀਏ ਨੇ ਨਾ, ਉਹਨਾਂ ਨੇ ਸਤਿਗੁਰੂ ਜੀ ਦੇ ਪਾਸੋਂ ਵਾਹਿਗੁਰੂ ਗੁਰਮੰਤਰ ਦੀ ਦਾਤ ਪ੍ਰਾਪਤ ਕੀਤੀ ਹੋਈ ਹੈ। ਉਹ ਆਪ ਜਪਦੇ ਨੇ ਤੇ ਦੂਜਿਆਂ ਨੂੰ ਜਪਾਉਂਦੇ ਨੇ। ਆਪ ਜਪਹੁ ਅਵਰਹਿ ਨਾਮ ਜਪਾਵਹੁ, ਸੁਨਤ ਕਹਿਤ ਰਹਿਤ ਗਤ ਪਾਵਹੁ। ਕੈਵਲ ਮੁਕਤੀ ਦੀ ਦਾਤ ਨੂੰ ਆਪ ਪ੍ਰਾਪਤ ਕੀਤਾ ਹੁੰਦਾ ਹੈ। ਸੰਤ ਜਪਾਵੈ ਨਾਮ, ਤੇ ਦੂਜਿਆਂ ਨੂੰ ਨਾਮ ਜਪਾ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਤੱਕ ਤਿੰਨਾਂ ਦੀ ਪਹੁੰਚ ਕਰਵਾਵਣੇ ਵਾਲੇ ਹਨ ਜੀ। ਤਜ ਅਭਿਮਾਨ ਭਏ ਨਿਰਵੈਰ। ਮਹਾਰਾਜ, ਜਿਨ੍ਹਾਂ ਆਪ ਜੀ ਦੇ ਸਾਧੂ ਮਹਾਤਮਾ ਨੇ, ਅਥਵਾ ਜਿਨ੍ਹਾਂ ਨੇ ਉਹਨਾਂ ਦੇ ਸੰਗਤੀ ਹੋ ਕਰਕੇ ਨਾਮ ਜਪਿਆ, ਉਹਨਾਂ ਨੂੰ ਮਹਾਤਮ ਕੀ ਮਿਲਦਾ ਹੈ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਪਿਆਰਿਓ, ਨਾਮ ਦਾ ਮਹਾਤਮ ਇਹ ਮਿਲਿਆ ਕਿ ਨਿਰਵੈਰ ਹੋ ਗਏ। ਤਜ ਅਭਿਮਾਨ ਭਏ ਨਿਰਵੈਰ। ਵਾਹਿਗੁਰੂ ਜੀ ਨਿਰਭਉ ਹੈ, ਵਾਹਿਗੁਰੂ ਜੀ ਨਿਰਵੈਰ ਹੈ। ਜਿਹੜੇ ਵਾਹਿਗੁਰੂ ਜੀ ਨੂੰ ਜਪਦੇ ਨੇ ਨਿਰਭਉ ਹੀ ਹੋ ਜਾਂਦੇ ਨੇ, ਨਿਰਵੈਰ ਹੀ ਹੋ ਜਾਂਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ। ਵਾਹਿਗੁਰੂ ਜੀ ਸਤ ਸਰੂਪ ਹੈ ਤੇ ਜਪਣ ਵਾਲੇ ਸਤ ਸਰੂਪ ਹੋ ਜਾਂਦੇ ਨੇ। ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਨਿਡਰ ਬੇਖੌਫ ਪਰਮਾਤਮਾ ਨੂੰ ਧਿਆਇਆ, ਉਹ ਨਿਡਰ ਤੇ ਬੇਖੌਫ ਹੀ ਹੋ ਜਾਂਦੇ ਨੇ। ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣ ਹੋਣ ਤੇ ਡਰਦੇ ਨਹੀਂ, ਆਰਿਆਂ ਤੇ ਰੰਬੀਆਂ ਨੂੰ ਦੇਖ ਕਰਕੇ ਵੀ ਦਹਿਲਦੇ ਨਹੀਂ। ਇਸੇ ਪ੍ਰਕਾਰ ਨਿਰਵੈਰ ਹੋ ਜਾਂਦੇ ਨੇ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਕਿਸੇ ਦੇ ਨਾਲ ਰਾਗ ਨਹੀਂ, ਕਿਸੇ ਦੇ ਨਾਲ ਦਵੈਖ ਨਹੀਂ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਤਜ ਅਭਿਮਾਨ। ਉਹਨਾਂ ਨੇ ਅਭ ਹਿਰਦੇ ਦੇ ਵਿੱਚੋਂ ਮਾਨ ਸਰੂਪ ਦਾ, ਸੁੰਦਰ ਸਰੂਪ ਦਾ ਮਾਣ ਵੀ ਛੱਡ ਦਿੱਤਾ, ਗੁਣਾਂ ਦਾ ਮਾਣ ਵੀ ਛੱਡ ਦਿੱਤਾ, ਕੁੱਲ ਦਾ, ਉੱਚੀ ਜਾਤ ਦਾ ਮਾਣ ਵੀ ਛੱਡ ਦਿੱਤਾ, ਪੜ੍ਹੀ ਹੋਈ ਵਿਦਿਆ ਦਾ ਮਾਣ ਵੀ ਉਹਨਾਂ ਨੇ ਛੱਡ ਦਿੱਤਾ, ਮਾਇਆ ਦਾ ਮਾਣ ਵੀ ਉਹਨਾਂ ਨੇ ਛੱਡ ਦਿੱਤਾ। ਕਿਸੇ ਪ੍ਰਕਾਰ ਦਾ ਮਾਣ ਹਿਰਦੇ ਦੇ ਅੰਦਰ ਨਹੀਂ ਕਰਦੇ। ਤਜ ਅਭਿਮਾਨ, ਵਿਸ਼ੇਸ਼ ਕਰਕੇ ਹਿਰਦੇ ਦੇ ਵਿੱਚੋਂ ਮਾਣ ਛੱਡ ਦਿੱਤਾ। ਮਹਾਰਾਜ, ਜਿਸ ਦਾ ਮਾਣ ਤਾਣ ਹੀ ਨਾ ਹੋਵੇ, ਉਸ ਦਾ ਤੇ ਜੀਵਨ ਵੀ ਦੁਸਤਰ ਹੋ ਜਾਂਦਾ ਹੈ, ਤੇ ਬਿਨਾਂ ਮਾਣ ਤਾਣ ਤੋਂ ਜਿਉਂਦੇ ਕਿਵੇਂ ਨੇ? ਹਜ਼ੂਰ ਫਰਮਾਉਂਦੇ ਨੇ, ਪਿਆਰਿਓ, ਉਹ ਆਪਣੇ ਤੇ ਮਾਣ ਨਹੀਂ ਕਰਦੇ, ਉਹ ਆਪਣੇ ਵਾਹਿਗੁਰੂ ਤੇ ਮਾਣ ਕਰਦੇ ਨੇ, ਖੁਦ ਤੇ ਨਹੀਂ ਕਰਦੇ। ਮਾਨ ਕਰੋ ਤੁਧ ਉਪਰੇ ਮੇਰੇ ਪ੍ਰੀਤਮ ਪਿਆਰੇ, ਹਮ ਅਪਰਾਧੀ ਸਦ ਭੂਲਤੇ ਤੁਮ ਬਖਸ਼ਨਹਾਰੇ। ਮਾਣ ਵਾਹਿਗੁਰੂ ਜੀ ਤੇ ਕਰਦੇ ਨੇ। ਹਿਰਦੇ ਦਾ ਮਾਣ ਛੱਡ ਦਿੱਤਾ ਹੋਇਆ, ਹੰਕਾਰ ਨੂੰ ਤਿਆਗ ਕਰਕੇ ਨਿਰਵੈਰ ਹੋ ਗਏ। ਨਿਰਵੈਰ ਹੋਣਾ ਬਹੁਤ ਵੱਡੀ ਦਾਤ ਹੈ। ਇਹ ਵੈਰ ਭਾਵਨਾ, ਦਵੈਤਵਾਦ ਨਹੀਂ ਛੱਡਿਆ ਜਾਂਦਾ। ਇਸੇ ਪ੍ਰਕਾਰ ਹੰਕਾਰ ਤੋਂ ਰਹਿਤ ਹੋਣਾ ਬੜਾ ਔਖਾ ਹੈ, ਪਰ ਵਾਹਿਗੁਰੂ ਜੀ ਦੇ ਨਾਮ ਦੀ ਬਰਕਤ ਐਸੀ, ਜਿਨ੍ਹਾਂ ਨੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪਿਆ, ਨਿਰਭਉ ਹੋ ਗਏ, ਨਿਰਵੈਰ ਹੋ ਗਏ, ਹੰਕਾਰ ਤੋਂ ਰਹਿਤ ਹੋ ਗਏ। ਉਹਨਾਂ ਨੇ ਨਿਮਰਤਾ ਨੂੰ ਧਾਰਨ ਕਰਕੇ ਸਤਿਗੁਰੂ ਜੀ ਦੀ ਪ੍ਰੇਮਾ ਭਗਤੀ ਨੂੰ ਕਰਨਾ ਕੀਤਾ ਹੈ ਜੀ। ਆਠ ਪਹਿਰ ਪੂਜਾ ਹੋ ਗੁਰ ਪੈਰ। ਇਸ ਕਰਕੇ ਗੁਰੂ ਕੇ ਪਿਆਰਿਓ, ਤੁਸੀਂ ਵੀ ਨਿਰਭਉ ਹੋ ਜਾਓਗੇ, ਤੁਹਾਡਾ ਵੀ ਮਾਣ ਹੰਕਾਰ ਮਿਟ ਜਾਵੇਗਾ, ਨਿਰਵਿਕਾਰ ਜੀਵਨ ਹੋ ਜਾਵੇਗਾ। ਹਜ਼ੂਰ ਜੁਗਤ ਕੀ ਹੈ? ਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਆਠ ਪਹਿਰ ਪੂਜੋ ਗੁਰ ਪੈਰ। ਅੱਠੇ ਪਹਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੈਰ ਭਾਵ ਕੇ ਚਰਨ ਪੂਜਣਾ ਕਰੋ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਹੜੇ ਚਰਨ ਪੂਜੀਏ?
ਤੇ ਹਜ਼ੂਰ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫਰਮਾਉਂਦੇ ਨੇ, ਚਿੱਤ ਚਰਨ ਨਾਮ। ਚਿੱਤ ਦੇ ਵਿੱਚ ਨਾਮ ਨੂੰ ਵਸਾ ਕਰਕੇ ਰੱਖਣਾ, ਚਿੱਤ ਦੇ ਵਿੱਚ ਹਰ ਵੇਲੇ ਨਾਮ ਦਾ ਚਿੰਤਨ ਕਰਨਾ, ਨਾਮ ਨੂੰ ਹਿਰਦੇ ਦੇ ਵਿੱਚ ਧਿਆਉਣਾ, ਆਰਾਧਨਾ, ਇਹ ਸਤਿਗੁਰੂ ਜੀ ਦੇ ਚਰਨ ਪੂਜਣੇ ਨੇ। ਸਾਧ ਸੰਗਤ ਜੀ, ਇੱਕ ਸਤਿਗੁਰੂ ਜੀ ਦੇ ਪ੍ਰਤੱਖ ਚਰਨ ਨੇ, ਜਿੱਥੈ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਆ। ਇੱਕ ਸਤਿਗੁਰੂ ਜੀ ਦੇ ਅਧਿਸ਼ਠਾਨ ਰੂਪੀ ਚਰਨ ਨੇ, ਭਾਵ ਆਸਰਾ ਰੂਪੀ ਚਰਨ ਨੇ। ਜਿੱਥੇ ਹੋਰ ਕਿਸੇ ਦਾ ਆਸਰਾ ਨਾ ਰਹਿ ਜਾਵੇ, ਫਿਰ ਜੀਵ ਵਾਹਿਗੁਰੂ ਜੀ ਦੀ ਟੇਕ ਲੈਂਦਾ, ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾਂ ਕੋਈ ਆਸਰਾ ਨਹੀਂ। ਇਹ ਜਿਹੜਾ ਆਸਰਾ ਲੈਂਦੇ ਅਧਿਸ਼ਠਾਨ ਰੂਪੀ ਚਰਨ ਨੇ। ਤੇ ਤੀਸਰੇ ਸਤਿਗੁਰੂ ਜੀ ਦੇ ਨਾਮ ਬਾਣੀ ਰੂਪੀ ਚਰਨ ਨੇ। ਗੁਰਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਧਿਓ ਪਾਲ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾ ਲੈਣਾ, ਧਾਰਨ ਕਰ ਲੈਣਾ ਨਾ, ਇਹ ਸਤਿਗੁਰੂ ਜੀ ਦੇ ਚਰਨ ਹਿਰਦੇ ਵਿੱਚ ਵਸਾਉਣੇ ਨੇ। ਪਿਆਰਿਓ, ਅੱਠੇ ਪਹਿਰ ਹਿਰਦੇ ਦੇ ਅੰਦਰ ਨਾਮ ਨੂੰ ਧਿਆਵਣਾ ਕਰੋ। ਇਹ ਅੱਠੇ ਪਹਿਰ ਸਤਿਗੁਰੂ ਜੀ ਦੇ ਚਰਨਾਂ ਦੀ ਪੂਜਾ ਹੈ। ਨਿਮਖ ਮਾਤਰ ਵੀ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਿਧਰੇ ਭੁੱਲ ਨਾ ਜਾਵੇ। ਸਤਿਗੁਰੂ ਜੀ ਐਸੇ ਪਰਮ ਕਿਰਪਾਲੂ ਨੇ, ਜਿਹੋ ਜਿਹਾ ਜਗਿਆਸੂ ਹੁੰਦਾ ਨਾ, ਉਸ ਦੀ ਅਵਸਥਾ ਦੇ ਮੁਤਾਬਕ ਉਹ ਜਿਹਾ ਉਪਦੇਸ਼ ਦਿੰਦੇ ਨੇ। ਨਵਾਂ ਜਗਿਆਸੂ ਆਇਆ ਹੈ, ਨਾਮ ਦੇ ਅੰਦਰ ਚਿੱਤ ਨਹੀਂ ਜੁੜਦਾ, ਤੇ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦੇ ਦੁਆਰਾ ਉਪਦੇਸ਼ ਦਿੰਦੇ ਨੇ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਪਿਆਰਿਆ, ਬਹੁਤਾ ਸਮਾਂ ਨਹੀਂ ਤੇ ਇੱਕ ਘੜੀ। ਮਹਾਰਾਜ ਸਾਡੇ ਕੋਲ ਤੇ ਇੱਕ ਘੜੀ ਵੀ ਸਮਾਂ ਨਹੀਂ, ਕਹਿੰਦੇ ਕੋਈ ਨਹੀਂ ਅੱਧੀ ਘੜੀ ਕੱਢ ਲੈ। ਮਹਾਰਾਜ ਬੜੇ ਬਿਜ਼ੀ ਐ, ਸਾਡੇ ਕੰਮਕਾਰ ਧੰਦੇ ਧੰਧਾਰੀ ਐਸੇ ਨੇ, ਫਿਰ ਮਨ ਐਸਾ ਮੈਲਾ, ਨਾਮ 'ਚ ਜੁੜਦਾ ਹੀ ਨਹੀਂ। ਅੱਧੀ ਘੜੀ ਕੋਈ ਛੋਟਾ ਹੈ, 12 ਮਿੰਟ ਵੀ ਨਹੀਂ ਜੁੜਦਾ। 12 ਮਿੰਟ ਬਹੁਤ ਹੁੰਦੇ ਮਹਾਰਾਜ, ਨਹੀਂ ਜੁੜਿਆ ਜਾਂਦਾ। ਤੇ ਹਜ਼ੂਰ ਕਹਿੰਦੇ ਫਿਰ ਅੱਧੀ ਚੋਂ ਅੱਧੀ ਘੜੀ ਕੱਢ ਲੈ, 6 ਮਿੰਟ ਹੀ ਕੱਢ ਲੈ। ਭਗਤ ਜਨਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਜੀ ਦੇ ਨਾਮ ਦੀ ਜਿਤਨੀ ਵਿਚਾਰ ਕਰ ਲਵੇਂਗਾ, ਗੋਸ਼ਟ ਕਰ ਲਵੇਂਗਾ, ਤੇਰਾ ਲਾਭ ਹੀ ਲਾਭ ਹੈ। ਅੱਧੀ ਚੋਂ ਅੱਧੀ 6 ਮਿੰਟ ਬਣਦੇ ਨੇ। ਇੱਕ ਘੜੀ 24 ਮਿੰਟ ਦੀ, ਅੱਧੀ ਘੜੀ 12 ਮਿੰਟ ਦੀ, ਅੱਧੀ ਚੋਂ ਅੱਧੀ 6 ਮਿੰਟ ਦੀ। ਮਹਾਰਾਜ 6 ਮਿੰਟਾਂ ਦੇ ਨਾਲ ਤਰ ਜਾਵਾਂਗੇ। ਤੇ ਹਜ਼ੂਰ ਫਰਮਾਉਂਦੇ, ਜੇ 6 ਮਿੰਟ ਰੋਜ਼ ਕੱਢੇਗਾ ਫਿਰ 12 ਵੀ ਲੱਗ ਜਾਣੇ ਨੇ, ਫਿਰ ਘੜੀ ਵੀ ਨਿਕਲਣ ਲੱਗ ਜਾਣੀ ਏ। ਜਿਵੇਂ ਜਿਵੇਂ ਪ੍ਰੇਮ ਲੱਗੇਗਾ ਤਿਵੇਂ ਤਿਵੇਂ ਸਿਮਰਨ ਵਧੇਗਾ। ਤੇ ਮਹਾਰਾਜ ਇਸ ਪ੍ਰਕਾਰ ਸਿਮਰਨ ਵਧਾਉਂਦਿਆਂ ਤਰ ਜਾਵਾਂਗੇ। ਤੇ ਹਜ਼ੂਰ ਫਰਮਾਉਂਦੇ, ਹਿਰਦੇ ਦੀ ਭਾਵਨਾ ਤੇ ਰੱਖ, ਵਾਹਿਗੁਰੂ ਜੀ ਦਾ ਨਾਮ ਤੇ ਐਸਾ ਸਮਰੱਥਾ ਵਾਲਾ ਹੈ ਨਾ, 6 ਮਿੰਟ ਤਾਂ ਬਹੁਤ ਜ਼ਿਆਦਾ ਨੇ। ਇੱਕ ਵਾਰ ਵੀ ਹਿਰਦੇ ਦੇ ਪਿਆਰ ਦੇ ਨਾਲ ਜਪ ਲਿਆ ਤੇ ਜੰਮਣ ਮਰਨ ਵਿੱਚ ਨਹੀਂ ਆਵੇਗਾ। ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹਿ ਉਬਾਰਾ। ਪਿਆਰਿਓ, ਜਿਸ ਨੂੰ ਇੱਕ ਵਾਰ ਜਪਣ ਨਾਲ ਹੀ ਤਰ ਜਾਈਦਾ ਹੈ। ਤੇ ਜੇ ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਅੱਠੇ ਪਹਿਰ ਜਪਣਾ ਕਰੀਏ ਤੇ ਫਿਰ ਤਰਨ ਵਿੱਚ ਕੋਈ ਸ਼ੰਕਾ ਰਹਿ ਜਾਵੇਗੀ। ਹਜ਼ੂਰ ਫਰਮਾਉਂਦੇ ਨੇ ਨਾ, ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ, ਫਿਰ ਤੇਰੀਆਂ ਵੀ ਕੁਲਾਂ ਤਰ ਜਾਣਗੀਆਂ। ਅਮੀਰ ਭੰਡਾਰ ਦੇ ਵਿੱਚ 101 ਕੁਲ ਦਾ ਵੀ ਵੇਰਵਾ ਏ। 101 ਕੁਲ ਤਰ ਜਾਂਦੀ ਏ ਨਾਮ ਰਸੀਏ ਦੀ। ਤੇ ਹਜ਼ੂਰ ਦੇ ਪਿਆਰ ਦੇ ਨਾਲ ਫਰਮਾਵਣਾ ਕਰਦੇ ਨੇ, ਜਪਣ ਵਾਲਾ ਨਾਮ ਦਾ ਰਸੀਆ ਹੋ ਜਾਵੇ, ਆਤਮ ਰਸੀਆ ਹੋ ਜਾਵੇ, ਬ੍ਰਹਮ ਗਿਆਨੀ ਹੋ ਜਾਵੇ। ਨਾਨਕ ਬ੍ਰਹਮ ਗਿਆਨੀ ਕੁੱਲ ਕਾ ਕਰੇ ਉਧਾਰ। ਆਪਣੀ ਕੁੱਲ ਦਾ ਤੇ ਉਧਾਰ ਕਰ ਹੀ ਲੈਂਦਾ ਹੈ। ਨਾਮ ਦੀ ਬਰਕਤ ਦੇ ਨਾਲ ਕੁੱਲ ਸ੍ਰਿਸ਼ਟੀ ਦਾ ਉਧਾਰ ਕਰਨੇ ਦੇ ਸਮਰੱਥ ਹੋ ਜਾਂਦਾ ਹੈ। ਜਿਵੇਂ ਰਾਜੇ ਜਨਕ ਨੇ ਅੱਧੀ ਘੜੀ ਦੇ ਸਿਮਰਨ ਦੇ ਨਾਲ ਸਾਰੇ ਨਰਕੀ ਖਾਲੀ ਕਰਾ ਦਿੱਤੇ ਸੀ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਪਿਆਰਿਓ, ਅੱਠੇ ਪਹਿਰ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਦੇ ਅੰਦਰ ਧਰਨਾ ਕਰੋ। ਜਿਵੇਂ ਪ੍ਰਤੱਖ ਸਰੂਪ ਦੇ ਅੰਦਰ ਭਾਈ ਗੋਂਦਾ ਜੀ ਨੇ ਸਤਿਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਰਿਆ ਸੀ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਨੂੰ ਅੱਠੇ ਪਹਿਰ ਹਿਰਦੇ ਅੰਦਰ ਵਸਾ ਕੇ ਰੱਖੋ। ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਿਤਾਰ। ਚੱਲਦਿਆਂ ਬੈਠਿਆਂ ਸੌਂਦਿਆਂ ਜਾਗਦਿਆਂ ਸਤਿਗੁਰੂ ਜੀ ਦੇ ਗੁਰ ਮੰਤਰ ਵਾਹਿਗੁਰੂ ਨੂੰ ਹਿਰਦੇ ਦੇ ਅੰਦਰ ਚਿਤਾਰਦਾ ਹੀ ਰਹੋ, ਧਿਆਉਂਦਾ ਹੀ ਰਹੋ, ਆਰਾਧਦਾ ਰਹੋ। ਅਬ ਮਾਤ ਬਿਨ ਸੇ ਦੁਸ਼ਟ ਬੇਗਾਨੇ। ਫਿਰ ਪੜ੍ਹ ਦਿਓ ਜੀ। ਅਬ ਮਾਤ ਬਿਨ ਸੇ ਦੁਸ਼ਟ ਬੇਗਾਨੇ। ਸੱਚੇ ਪਾਤਸ਼ਾਹ ਜਦੋਂ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪਿਆ ਤੇ ਹੋਰ ਮਹਾਤਮ ਕੀ ਪ੍ਰਾਪਤ ਹੋਇਆ। ਹਜ਼ੂਰ ਫਰਮਾਉਂਦੇ ਨੇ, ਜਿਨ੍ਹਾਂ ਨੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪਿਆ ਨਾ,
ਉਹਨਾਂ ਦੀ ਖੋਟੀ ਬੁੱਧੀ ਜਿਹੜੀ ਸੀ ਉਹ ਨਾਸ਼ ਹੋ ਗਈ, ਅਭਾਵ ਹੋ ਗਈ। ਤੇ ਜਿਹੜੀ ਬੇਗਾਨੀ ਬੇਗਿਆਤ ਕਰਨੇ ਵਾਲੀ ਅਵਿਦਿਆ ਦੇ ਸਹਿਤ ਬੁੱਧੀ ਸੀ ਉਸ ਦਾ ਵੀ ਅਭਾਵ ਹੋ ਗਿਆ। ਅਵਿਦਿਆ ਤੋਂ ਭਾਵ ਹੈ ਬ੍ਰਹਮ ਵਿਦਿਆ ਤੋਂ ਵਿਰਵੇ ਰਹਿ ਜਾਣਾ, ਵਾਂਝੇ ਰਹਿ ਜਾਣਾ, ਹੀਣੇ ਰਹਿ ਜਾਣਾ, ਖਾਲੀ ਰਹਿ ਜਾਣਾ, ਸਖਣੇ ਰਹਿ ਜਾਣਾ। ਜਿਸ ਨੇ ਕਦੇ ਗੁਰੂ ਕੀ ਹਜ਼ੂਰੀ ਵਿੱਚ ਆ ਕਰਕੇ ਨਾਮ ਜਪਿਆ ਹੀ ਨਹੀਂ, ਕਦੀ ਗੁਟਕਾ ਸਾਹਿਬ ਪ੍ਰਕਾਸ਼ ਕੀਤਾ ਹੀ ਨਹੀਂ, ਜਪਜੀ ਸਾਹਿਬ ਪੜ੍ਹਿਆ ਹੀ ਨਹੀਂ, ਉਹ ਬ੍ਰਹਮ ਵਿਦਿਆ ਤੋਂ ਸਾਰੇ ਹੀਣੇ ਹੀ ਨੇ ਨਾ। ਸਤਿਗੁਰੂ ਜੀ ਦੀ ਗੁਰਬਾਣੀ ਬ੍ਰਹਮ ਵਿਦਿਆ ਹੈ। ਤੇ ਜਿਹੜੀ ਬੇਗਿਆਤ ਬੁੱਧ ਹੈ, ਬ੍ਰਹਮ ਵਿਦਿਆ ਤੋਂ ਵਿਰਵੇ ਰੱਖਣ ਵਾਲੀ ਬੁੱਧੀ ਹੈ, ਸਾਧ ਸੰਗਤ ਦੇ ਨਾਲ ਮਿਲ ਕਰਕੇ ਜਪਣਾ ਕਰੀਏ ਤਿਸ ਦਾ ਅਭਾਵ ਹੋ ਜਾਂਦਾ ਹੈ। ਜਿਹੜੀ ਖੋਟੀ ਬੁੱਧੀ ਹੈ ਨਾ, ਸਤਿਗੁਰੂ ਜੀ ਦੀ ਕਿਰਪਾਲਤਾ ਦੇ ਨਾਲ ਆਤਮ ਵਿਸ਼ੈਣੀ ਬੁੱਧੀ ਹੋ ਜਾਂਦੀ ਹੈ, ਆਤਮ ਵਿਸ਼ੈਣੀ ਮੱਤ ਹੋ ਜਾਂਦੀ ਹੈ। ਤੇ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬੇਗਿਆਤ ਬੇਗਾਨੇ ਕਰਨੇ ਵਾਲੇ, ਬੇਸਮਝ ਰੱਖਣ ਵਾਲੇ ਵਿਸ਼ੇ ਵਿਕਾਰ ਨੇ, ਉਹਨਾਂ ਤੋਂ ਵੀ ਜੀਵ ਛੁੱਟ ਜਾਂਦਾ ਹੈ। ਫਿਰ ਪੰਕਤੀ ਪੜ੍ਹਦੇ ਹੋ ਜੀ। ਅਬ ਮਾਤ ਬਿਨ ਸੇ ਦੁਸ਼ਟ ਬੇਗਾਨੇ। ਤੇ ਇਸ ਪ੍ਰਕਾਰ ਵਾਹਿਗੁਰੂ ਜੀ ਤੋਂ ਬੇਗਾਨਿਆਂ ਕਰਨੇ ਦੇਣ ਵਾਲੀ, ਵਿਛੋੜਾ ਪਾ ਦੇਣ ਵਾਲੀ, ਬੰਦਗੀ ਤੋਂ ਤੋੜਨ ਵਾਲੀ ਜਿਹੜੀ ਬੁੱਧੀ, ਉਸ ਦਾ ਅਭਾਵ ਹੋ ਜਾਂਦਾ ਹੈ, ਰਾਗ ਦਵੈਖ ਦਾ ਅਭਾਵ ਹੋ ਜਾਂਦਾ ਹੈ। ਤੇ ਵਾਹਿਗੁਰੂ ਜੀ ਦੇ ਪਿਆਰ ਵਾਲਾ ਜਿਹੜਾ ਜੀਵ ਹੈ ਹੋ ਜਾਂਦਾ ਹੈ ਸਾਧ ਸੰਗਤ ਦੇ ਵਿੱਚ ਮਿਲ ਕਰਕੇ ਨਾਮ ਜਪਣੇ ਦੁਆਰਾ। ਜਬ ਤੇ ਸੁਣਿਆ ਹਰ ਜਸ ਕਾਨੇ। ਸੋ ਮਹਾਰਾਜ ਇਹ ਦਾਤ ਕਦੋਂ ਮਿਲੀ? ਸੱਚੇ ਪਾਤਸ਼ਾਹ ਫਰਮਾਉਂਦੇ, ਜਬ ਤੇ ਸੁਣਿਆ ਹਰ ਜਸ ਕਾਨੀ। ਜਦੋਂ ਸਤ ਸੰਗਤ ਵਿੱਚ ਆ ਕੇ ਕੰਨਾਂ ਦੇ ਨਾਲ ਵਾਹਿਗੁਰੂ ਜੀ ਦਾ ਨਾਮ ਸੁਣਿਆ। ਮਹਾਰਾਜ ਅਵਿਦਿਆ ਦਾ ਅਭਾਵ ਹੋ ਜਾਣਾ, ਨਿਰਵੈਰ ਹੋ ਜਾਣਾ, ਨਿਰਭਉ ਹੋ ਜਾਣਾ, ਚਰਨਾਂ ਦੇ ਪ੍ਰੇਮੀ ਹੋ ਜਾਣਾ, ਬੜੀਆਂ ਵੱਡੀਆਂ ਦਾਤਾਂ ਨੇ। ਤੇ ਸੱਚੇ ਪਾਤਸ਼ਾਹ ਜੀ ਇਹ ਦਾਤਾਂ ਪ੍ਰਾਪਤ ਕਰਨ ਵਾਸਤੇ ਤੇ ਬਹੁਤ ਘਾਲਣਾ ਘਾਲਣੀ ਪੈਂਦੀ ਹੋਵੇਗੀ ਨਾ। ਇੱਕ ਇੱਕ ਸ਼ੁਭ ਗੁਣ ਨੂੰ ਧਾਰਨ ਕਰਨਾ ਹੋਵੇ ਤੇ ਬੜੇ ਯਤਨ ਕਰਨੇ ਪੈਂਦੇ ਨੇ। ਔਗਣ ਤੇ ਝਾਟੀ ਜੀਵਨ ਵਿੱਚ ਆ ਜਾਂਦੇ ਨੇ, ਪਰ ਗੁਣ ਧਾਰਨੇ ਕਰਨੇ ਬੜੇ ਦੁਸ਼ਤਰ ਨੇ, ਬੜੇ ਕਠਿਨ ਨੇ। ਤੇ ਜੇ ਕੋਈ ਕਵੇ ਜੀ ਜੇ ਔਗਣ ਧਾਰਨੇ ਸੌਖੇ ਨੇ ਤੇ ਗੁਣ ਵੀ ਸੌਖੇ ਹੀ ਹੋਣਗੇ, ਤੇ ਰੋਜ਼ ਅੰਮ੍ਰਿਤ ਵੇਲੇ 2 ਵਜੇ 3 ਵਜੇ ਉੱਠਣਾ ਸ਼ੁਰੂ ਕਰੋ, ਹਾਂ 5-10 ਦਿਨਾਂ 'ਚ ਹੀ ਪਤਾ ਲੱਗ ਜਾਣਾ ਗੁਣ ਧਾਰਨ ਕਰਨੇ ਕਿੰਨੇ ਸੌਖੇ ਨੇ। ਗੁਰਮੁਖ ਪਿਆਰੇ 8-8 ਘੰਟੇ ਦਾ ਚੌਂਕੜਾ ਮਾਰ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਨੇ। ਭਲਿਆ 2 ਘੰਟੇ ਚੌਂਕੜਾ ਮਾਰ ਕੇ ਵੇਖ, ਪਤਾ ਲੱਗ ਜਾਊ ਸਿਮਰਨ ਕਰਨਾ ਕਿਤਨਾ ਦੁਸਤਰ ਹੈ। ਇਹ ਸੌਖੀਆਂ ਦਾਤਾਂ ਨਹੀਂ। ਇੱਕ ਬੀਬੀ ਮਲੇਸ਼ੀਆ ਦੇ ਵਿੱਚ ਹੈ, ਰੰਗਲੀਨ ਕੌਰ ਨਾਮ। ਭਾਣਾ ਐਸਾ ਵਰਤਿਆ, ਕਲਾ ਐਸੀ ਵਰਤੀ ਕਿ ਚੜ੍ਹਾਈ ਕਰ ਗਈ। ਬਹੁਤ ਸਰੀਰ ਬਿਮਾਰ ਰਿਹਾ, ਸਰੀਰ ਦਾ ਭਾਰ 25 ਕਿਲੋ ਹੀ ਰਹਿ ਗਿਆ। ਚੜ੍ਹਾਈ ਕਰ ਗਈ ਤੇ ਵਾਹਿਗੁਰੂ ਜੀ ਦੀ ਐਸੀ ਬਖਸ਼ਿਸ਼ ਹੋਈ ਕਿ 5 ਪਿਆਰੇ ਸਿੰਘ ਸਾਹਿਬਾਨਾਂ ਦੇ ਦਰਸ਼ਨ ਹੋਏ। 5 ਪਿਆਰੇ ਲੈਣ ਵਾਸਤੇ ਆਏ ਤੇ ਨਾਲ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਹੋਏ। ਤੇ ਮਹਾਂਪੁਰਸ਼ ਕਹਿਣ ਲੱਗੇ ਬੇਟੀ ਨੂੰ ਲੈ ਚਲੀਏ। ਤੇ 5 ਪਿਆਰਿਆਂ ਦੇ ਮਨ ਵਿੱਚ ਦਇਆ ਆ ਗਈ, ਕਹਿਣ ਲੱਗੇ ਨਹੀਂ ਅਜੇ ਬੇਟੀ ਨੂੰ ਰਹਿਣ ਦਈਏ, ਫਿਰ ਆ ਕੇ ਲੈ ਕੇ ਜਾਵਾਂਗੇ। ਬਚਨ ਕਹਿਣ ਦੀ ਦੇਰ ਸੀ। ਜਿਹੜਾ ਸਰੀਰ ਅਤਿਅੰਤ ਰੋਗੀ ਸੀ ਨਾ, ਅਤਿਅੰਤ ਰੋਗੀ, ਉਹ ਭੈਣ ਦੱਸਦੀ ਹੈ ਕਿ ਇੰਨਾ ਜ਼ਿਆਦਾ ਰੋਗੀ ਸਰੀਰ, ਇੱਕ ਪਾਣੀ ਦਾ ਚਮਚਾ ਤੱਕ ਵੀ ਹਜਮ ਨਹੀਂ ਸੀ ਹੁੰਦਾ। ਨਾਲੀਆਂ ਲੱਗੀਆਂ, ਪਾਈਪਾਂ ਲੱਗੀਆਂ, ਬਹੁਤ ਬੁਰਾ ਹਾਲ ਸੀ। ਪਰ ਜਦੋਂ ਸਰੀਰ ਚੋਂ ਆਤਮਾ ਨਿਕਲੀ ਤੇ ਬਿਲਕੁਲ ਹੌਲੀ, ਕੋਈ ਰੋਗ ਨਹੀਂ, ਕੋਈ ਦੁੱਖ ਨਹੀਂ। ਬੜਾ ਸੁੱਖ ਪ੍ਰਾਪਤ ਹੋਇਆ ਆਤਮ ਸਰੂਪ ਨੂੰ ਪ੍ਰਾਪਤ ਕਰਕੇ, 5 ਪਿਆਰਿਆਂ ਦੇ ਦਰਸ਼ਨ, ਮਹਾਂਪੁਰਖਾਂ ਦੇ ਦਰਸ਼ਨ ਕਰਕੇ। ਪਰ ਬਚਨ ਹੋ ਗਿਆ ਨਹੀਂ ਅਜੇ ਨਹੀਂ ਲੈ ਕੇ ਜਾਣਾ। ਬਚਨ ਕਹਿਣ ਦੀ ਦੇਰ ਸੀ, ਸਰੀਰ ਵਿੱਚ ਵਾਪਸ ਆਤਮਾ ਆ ਗਈ। ਆਤਮਾ ਆਉਂਦਿਆਂ ਸਾਰ 5 ਪਿਆਰਿਆਂ ਦੇ ਦਰਸ਼ਨਾਂ ਦਾ ਐਸਾ ਤੇਜ ਪ੍ਰਤਾਪ, ਬੀਬੀ ਕਹਿਣ ਲੱਗੀ ਲਿਆਓ ਮੈਂ ਤੇ ਪ੍ਰਸ਼ਾਦੇ ਛਕਣੇ ਆ। ਉਸੇ ਵੇਲੇ ਪਰੌਂਠੇ ਛਕਣੇ ਸ਼ੁਰੂ ਕਰ ਦਿੱਤੇ। 7 ਕੁ ਦਿਨਾਂ ਦੇ ਵਿੱਚ ਸਭ ਕੁਝ ਹਜਮ ਹੋਣਾ ਸ਼ੁਰੂ ਹੋ ਗਿਆ। ਥੋੜੇ ਸਮੇਂ ਦੇ ਵਿੱਚ ਹਸਪੀਟਲ ਤੋਂ ਛੁੱਟੀ ਲਈ ਘਰ ਆ ਗਏ। ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕੀਤਾ। ਕਿਤਨਾ ਦੁਸਤਰ ਹੈ। ਤੇ 5000 ਪਾਠ ਮੂਲ ਮੰਤਰ ਦਾ, ਲਗਭਗ 48-49 ਵਾਲਾ ਬਣ ਜਾਂਦੀਆਂ। ਸਾਰਾ ਦਿਨ ਮੂਲ ਮੰਤਰ ਕਰਦਿਆਂ ਲੰਘ ਜਾਣਾ। 5000 ਹੋਣਾ ਨਾ, ਤੇ ਉਸ ਭੈਣ ਨੇ ਸਿਮਰਨ ਕਰ ਤੋਂ ਹਟਣਾ ਨਾ। ਤੇ ਉਹ ਭੈਣ ਜੀ ਦੱਸਦੇ, ਕਹਿਣ ਲੱਗੇ ਨਾਲੇ ਤੇ ਸਿਮਰਨ ਕਰਨਾ ਤੇ ਨਾਲੇ ਵੈਰਾਗ ਕਰਨਾ, ਰੋਣਾ। ਵਾਹਿਗੁਰੂ ਜੀ ਤੁਹਾਡੀ ਬੰਦਗੀ ਕਰਨੀ ਇੰਨੀ ਔਖੀ ਹੈ, ਇੰਨਾ ਕਠਿਨ ਹੈ ਨਾਮ ਜਪਣਾ। ਸੱਚਮੁੱਚ ਜੋ ਪੜ੍ਹਦੇ ਹਾਂ ਆਖਣ ਔਖਾ ਸਾਚਾ ਨਾਓ, ਅਤਿਅੰਤ ਦੁਸਤਰ ਹੈ, ਬੜਾ ਔਖਾ ਹੈ। ਹੁਣ ਉਸ ਭੈਣ ਦੀ ਇੰਨੀ ਅਵਸਥਾ ਏ, ਹਰ ਵੇਲੇ ਸਿਮਰਨ ਕਰਦੀ ਏ ਤੇ 5000 ਪਾਠ ਮੂਲ ਮੰਤਰ ਦਾ 2 ਘੰਟਿਆਂ 'ਚ ਹੀ ਹੋ ਜਾਂਦਾ ਸਹਿਜੇ ਹੀ, ਸੁਭਾਵਕ ਹੀ। 2 ਘੰਟਿਆਂ 'ਚ 5000, ਲਗਭਗ 48-49 ਮਾਲਾ। ਜਿਵੇਂ ਜਿਵੇਂ ਸਿਮਰਨ ਚੱਲਦਾ ਨਾ, ਤਿਵੇਂ ਤਿਵੇਂ ਅਵਸਥਾ ਬਣਦੀਆਂ ਨੇ। ਜ਼ੁਬਾਨ ਨਾਲ ਬੋਲਣਾ ਬੈਖਰੀ ਬਾਣੀ, ਗਲੇ ਦੀ ਮੱਧਮਾ ਬਾਣੀ, ਨਾਭੀ ਵਾਲੀ ਪਸੰਤੀ ਬਾਣੀ, ਹਿਰਦੇ ਵਾਲੀ ਪਰਾ ਬਾਣੀ,
ਜਿਵੇਂ ਜਿਵੇਂ ਅਵਸਥਾ ਵੱਧਦੀਆਂ ਨੇ ਫਿਰ ਅਵਸਥਾ ਦਾ ਸਿਮਰਨ ਵੀ ਤੇਜ਼ ਹੋ ਜਾਂਦਾ ਹੈ। ਤੇ ਜਦੋਂ ਅਵਸਥਾ ਬਣਦੀ ਗੁਰਮੁਖ ਰੋਮ ਰੋਮ ਹਰ ਧਿਆਵੈ, ਫਿਰ ਤਾਂ ਸਾਧ ਸੰਗਤ ਜੀ ਇੱਕ ਵਾਰ ਵਾਹਿਗੁਰੂ ਬੋਲਿਆ ਤੇ 3.5 ਕਰੋੜ ਵਾਰ ਵਾਹਿਗੁਰੂ ਦਾ ਜਾਪ ਹੋ ਜਾਣਾ ਹੈ। ਇੱਕ ਜਪਜੀ ਸਾਹਿਬ ਦਾ ਪਾਠ ਕੀਤਾ ਤੇ 3.5 ਕਰੋੜ ਹੋ ਜਾਣੇ ਨੇ। ਪਰ ਪਹਿਲੀਆਂ ਅਵਸਥਾਵਾਂ ਦੇ ਵਿੱਚ ਸ਼ੁਭ ਗੁਣ ਧਾਰਨ ਕਰਨੇ ਅਤਿਅੰਤ ਦੁਸ਼ਤਰ ਨੇ, ਬੜੇ ਕਠਿਨ ਨੇ, ਬੜੇ ਯਤਨ ਕਰਨੇ ਪੈਂਦੇ। ਬਾਰ-ਬਾਰ ਅਰਦਾਸਾਂ, ਸੱਚੇ ਪਾਤਸ਼ਾਹ ਕਿਰਪਾ ਕਰੋ, ਮਹਾਰਾਜ ਸਾਡੇ ਤੋਂ ਨਹੀਂ ਹੋ ਸਕਦਾ, ਸਾਡੇ ਤੋਂ ਨਹੀਂ ਹੋ ਪਾਉਂਦਾ, ਆਪ ਜੀ ਕਰਵਾਓ। ਅਰਦਾਸਾਂ, ਖਿਨ ਖਿਨ ਅਰਦਾਸ, ਪਲ ਪਲ ਅਰਦਾਸ। ਸੱਚੇ ਪਾਤਸ਼ਾਹ ਗੁਣ ਤੇ ਇੱਕ ਹੀ ਧਾਰਨ ਕਰਨਾ ਬੜਾ ਔਖਾ ਹੈ, ਕੱਲਾ ਸਿਮਰਨ ਹੀ ਬੜਾ ਔਖਾ ਹੈ, ਕੱਲੀ ਮਰਿਆਦਾ ਰੱਖਣੀ ਬੜੀ ਔਖੀ ਹੈ। ਫੈਸ਼ਨ ਦੇ ਯੁੱਗ ਵਿੱਚ ਕੱਲਾ ਬਾਣਾ ਧਾਰਨ ਕਰ ਲੈਣਾ ਹੀ ਬੜਾ ਔਖਾ ਹੈ। ਮਹਾਰਾਜ ਭਾਣਾ ਮੰਨਣਾ ਬੜਾ ਔਖਾ ਹੈ। ਤੇ ਸਾਰੀਆਂ ਹੀ ਦਾਤਾਂ ਮਿਲ ਜਾਣੀਆਂ, ਸਾਧ ਸੰਗਤ ਵੀ, ਸਿਮਰਨ ਵੀ, ਨਿਰਭਉ ਵੀ, ਨਿਰਵੈਰ ਵੀ ਹੋ ਜਾਣਾ, ਨਿਰਵਿਕਾਰ ਵੀ ਹੋ ਜਾਣਾ। ਸਾਰੇ ਗੁਣ ਧਾਰਨ ਕਰਨ ਵਾਸਤੇ ਤੇ ਵੱਡਾ ਭਾਰੀ ਯਤਨ ਕਰਨਾ ਪੈਂਦਾ ਹੋਵੇਗਾ ਨਾ। ਕਿੰਨੇ ਕੁ ਯਤਨ ਕਰਨੇ ਪੈਣਗੇ ਇਹਨਾਂ ਦਾਤਾਂ ਵਾਸਤੇ। ਜਿਨ੍ਹਾਂ ਨੂੰ ਮਿਲਿਆ ਮਹਾਰਾਜ ਉਹਨਾਂ ਨੇ ਕਿੰਨੇ ਕੁ ਯਤਨ ਕੀਤੇ। ਤੇ ਹਜ਼ੂਰ ਫਰਮਾਉਂਦੇ ਨੇ, ਪਿਆਰਿਓ ਰਸਤਾ ਸੌਖਾ ਕਰ ਦਿੱਤਾ ਤੁਹਾਡਾ। ਦੂਰ ਦੁਰਾਡੇ ਤੇ ਸਫ਼ਰ ਤੇ ਜਾਣਾ ਹੋਵੇ ਤੇ ਜੇ ਪੈਦਲ ਹੀ ਤੁਰ ਕੇ ਜਾਣਾ ਹੋਵੇ ਤੇ ਬੜਾ ਔਖਾ। ਰਸਤੇ 'ਚ ਦਰਿਆ ਵੀ ਆਉਣਗੇ, ਨਦੀਆਂ ਵੀ ਆਉਣਗੀਆਂ। ਜੇ ਪੁਲ ਨਹੀਂ ਹੈਗੇ ਤੇ ਤੈਰ ਕੇ ਜਾਣਾ ਬੜਾ ਔਖਾ ਹੈ। ਪਰ ਜੇ ਕੋਈ ਹਵਾਈ ਜਹਾਜ਼ ਤੇ ਚੜ੍ਹ ਗਿਆ, ਮਹੀਨਿਆਂ ਦਾ ਸਫ਼ਰ ਘੰਟਿਆਂ 'ਚ ਤੈਅ ਹੋ ਜਾਣਾ ਹੈ। ਨਾ ਨਦੀਆਂ ਦੀ ਪ੍ਰਵਾਹ, ਨਾ ਨਾਲਿਆਂ ਦੀ ਪ੍ਰਵਾਹ, ਨਾ ਦਰਿਆਵਾਂ ਦੀ ਪ੍ਰਵਾਹ, ਨਾ ਸਮੁੰਦਰ ਦੀ ਪ੍ਰਵਾਹ। ਤੇ ਹਜ਼ੂਰ ਫਰਮਾਉਂਦੇ, ਤੇਰਾ ਰਸਤਾ ਸੌਖਾ ਕਰ ਦਿੱਤਾ, ਤੈਨੂੰ ਜਹਾਜ਼ ਜੂ ਦੇ ਦਿੱਤਾ ਹੈ। ਕਿਹੜਾ ਜਹਾਜ਼? ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋ ਉਤਰੈ ਪਾਰ, ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਪਿਆਰਿਆ, ਇਹ ਸਾਰੀਆਂ ਦਾਤਾਂ ਸੁਭਾਵਕ ਸਹਿਜੇ ਹੀ ਮਿਲ ਜਾਂਦੀਆਂ ਨੇ ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹਰ ਜਸ ਨੂੰ, ਵਾਹਿਗੁਰੂ ਦੇ ਨਾਮ ਨੂੰ ਕੰਨਾਂ ਦੇ ਨਾਲ ਸੁਣਨਾ ਕੀਤਾ। ਫਿਰ ਪੰਕਤੀ ਪੜ੍ਹ ਦਿਓ। ਜਬ ਤੇ ਸੁਣਿਆ ਹਰ ਜਸ ਕਾਨੇ। ਜਬ ਤੇ ਜਦੋਂ ਤੋਂ ਗੁਰਮੁਖਾਂ ਨੇ, ਜਗਿਆਸੂਆਂ ਨੇ ਆਪਣੇ ਕੰਨਾਂ ਦੇ ਨਾਲ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਨੂੰ ਸੁਣਿਆ, ਉਹਨਾਂ ਨੂੰ ਸਾਰੀਆਂ ਦਾਤਾਂ ਇਹ ਸਹਿਜੇ ਹੀ ਪ੍ਰਾਪਤ ਹੋ ਗਈਆਂ। ਜਬ ਤੇ ਜਗਿਆਸੂ, ਜਦੋਂ ਤੋਂ ਤੂੰ ਆਪਣੇ ਕੰਨਾਂ ਦੇ ਨਾਲ ਸਤ ਸੰਗਤ ਵਿੱਚ ਮਿਲ ਕਰਕੇ, ਬੈਠ ਕਰਕੇ ਵਾਹਿਗੁਰੂ ਜੀ ਦੇ ਨਾਮ ਦੇ ਜਸ ਨੂੰ ਸਰਵਣ ਕਰਨਾ ਕਰੇਗਾ ਨਾ, ਸਾਰੀਆਂ ਦਾਤਾਂ ਸੁਭਾਵਕ ਹੀ ਪ੍ਰਾਪਤ ਹੋ ਜਾਣਗੀਆਂ। ਕੰਨ ਤਾਂ ਮਿਲੇ ਵੀ ਇਸੇ ਕਾਰਨ ਕਰਕੇ ਹੀ ਨੇ ਨਾ। ਇਹ ਸਰਵਣ ਹੋ ਮੇਰੇ ਹੋ, ਸਾਚਾ ਸੁਣਨਾ ਨੋ ਪਠਾਏ। ਸੱਚੇ ਨਾਮ ਨੂੰ ਸੁਣਨ ਵਾਸਤੇ ਵਾਹਿਗੁਰੂ ਜੀ ਨੇ, ਹੇ ਮੇਰੇ ਕੰਨੋ ਸਰਵਣੋ, ਤੁਹਾਨੂੰ ਦੁਨੀਆ ਅੰਦਰ ਭੇਜਿਆ। ਸਾਚਾ ਸੁਣਨਾ ਨੋ ਪਠਾਏ, ਸੱਚੇ ਨਾਮ ਨੂੰ ਸੁਣਨ ਵਾਸਤੇ। ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਤਾਂ ਫਰਮਾਨ ਕਰਦੇ ਨੇ ਨਾ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਮੇਰੇ ਮੋਹਨ, ਮਨ ਨੂੰ ਮੋਹ ਲੈਣ ਵਾਲੇ ਹਰੀ ਅਕਾਲ ਪੁਰਖ ਵਾਹਿਗੁਰੂ ਪਿਆਰੇ ਜੀ, ਸਾਡੇ ਤੇ ਇਹ ਕਿਰਪਾ ਕਰੋ। ਇਹ ਜਿਹੜੇ ਸਾਕਤ ਲੋਕ, ਬੁਰੇ ਲੋਕ, ਬੁਰੇ ਬੋਲਾਂ ਨੂੰ, ਗੰਦੇ ਗੀਤਾਂ ਨੂੰ, ਟੱਪਿਆਂ ਨੂੰ, ਠੁਮਰੀਆਂ ਨੂੰ ਗਾਉਂਦੇ ਨੇ ਨਾ, ਇਹਨਾਂ ਗੰਦੇ ਗੀਤਾਂ ਦੀ, ਲੱਚਰ ਗੀਤਾਂ ਦੀ ਆਵਾਜ਼, ਉਹਨਾਂ ਦੀ ਸ਼ਬਦ, ਉਹਨਾਂ ਦੀ ਧੁਨ ਕਦੇ ਸਾਡੇ ਕੰਨਾਂ 'ਚ ਨਾ ਪੈ ਜਾਵੇ। ਮਨ ਨੂੰ ਮੈਲਾ ਕਰ ਦਿੰਦੇ ਨੇ, ਵਿਕਾਰੀ ਕਰ ਦਿੰਦੇ ਨੇ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਨਿਰਵਿਕਾਰ ਜੀਵਨ ਕਰਨ ਵਾਸਤੇ ਜਬ ਤੇ ਸੁਣਿਆ ਹਰ ਜਸ ਕਾਨੀ। ਜਦੋਂ ਤੋਂ ਗੁਰਮੁਖਾਂ ਨੇ ਕੰਨਾਂ ਦੇ ਨਾਲ ਵਾਹਿਗੁਰੂ ਜੀ ਦੇ ਜਸ ਨੂੰ ਸਰਵਣ ਕਰਨਾ ਕੀਤਾ, ਸਾਰੇ ਸ਼ੁਭ ਗੁਣ ਤਿੰਨਾਂ ਨੂੰ ਪ੍ਰਾਪਤ ਹੋ ਗਏ। ਤੇ ਪਿਆਰਿਆ, ਜਬ ਤੇ ਜਦੋਂ ਤੋਂ ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਸ ਨੂੰ ਆਪਣੇ ਕੰਨਾਂ ਦੇ ਨਾਲ ਸਰਵਣ ਕਰਨਾ ਸ਼ੁਰੂ ਕਰ ਦੇਵੇਂਗਾ, ਹੌਲੀ 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 ਤੇਰੇ ਮਨ ਦੀ ਮੈਲ ਉਤਰਦੀ ਜਾਵੇਗੀ, ਮਨ ਤੇਰਾ ਉਜਲ ਹੁੰਦਾ ਜਾਵੇਗਾ। ਇਹ ਸਾਰੇ ਹੀ ਗੁਣ ਤੈਨੂੰ ਸੁਭਾਵਕ ਹੀ ਪ੍ਰਾਪਤ ਹੋ ਜਾਣਗੇ। ਅਭਿਮਾਨ, ਵਿਸ਼ੇਸ਼ ਕਰਕੇ ਹਿਰਦੇ ਦਾ ਮਾਣ, ਹੰਕਾਰ ਦੀ ਮੈਲ ਤੇਰੀ ਉਤਰ ਜਾਵੇਗੀ। ਇਸੇ ਪ੍ਰਕਾਰ ਕਾਮ, ਕ੍ਰੋਧ ਇਤਿਆਦਿਕ ਵਿਕਾਰਾਂ ਦੀ ਮੈਲ ਵੀ ਉਤਰ ਜਾਵੇਗੀ। ਆ ਕਰਕੇ ਸਤ ਸੰਗਤ ਦੇ ਵਿੱਚ ਬੈਠ ਕਰਕੇ ਕੰਨਾਂ ਦੇ ਨਾਲ ਵਾਹਿਗੁਰੂ ਜੀ ਦੇ ਜਸ ਨੂੰ, ਵਡਿਆਈ ਨੂੰ ਸਰਵਣ ਕਰਨਾ ਕਰ। ਵਿਸ਼ਰਾਮ ਦੇ ਕਰਕੇ ਸਾਹਿਬ ਜੀ ਫਰਮਾਨ ਕਰਦੇ ਨੇ, ਰਹਾਉ ਦਾ ਭਾਵ ਹੈ ਰਾਹੁਣਾ, ਭਾਵ ਬੀਜਣਾ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀਆਂ ਪੰਕਤੀਆਂ ਅੰਦਰ ਹੁੰਦਾ ਹੈ। ਇਸੇ ਕਰਕੇ ਸ਼ਬਦ ਨੂੰ ਜਦੋਂ ਰਾਗ ਦੁਆਰਾ ਗਾਇਆ ਜਾਂਦਾ ਨਾ, ਤੇ ਸਤਿਗੁਰੂ ਜੀ ਦੀ ਹਦਾਇਤ ਹੈ ਰਹਾਉ ਵਾਲੀਆਂ ਪੰਕਤੀਆਂ ਨੂੰ ਅਸਥਾਈ ਰੱਖਣਾ ਤੇ ਬਾਕੀ ਪੰਕਤੀਆਂ ਦੇ ਅੰਤਰੇ ਲਾਉਣੇ ਨੇ।
ਜਿਵੇਂ ਜਿਹੜਾ ਚੱਕਾ ਹੁੰਦਾ ਗੱਡੀ ਦਾ ਉਹ ਧੁਰੇ ਐਕਸਲ ਦੇ ਦੁਆਰੇ ਘੁੰਮਦਾ ਨਾ, ਸਾਰੇ ਜਿੰਨੇ ਗੇੜੇ ਕੱਢਦਾ ਐਕਸਲ ਦੁਆਰੇ ਘੁੰਮਦਾ, ਉਹਦੇ 4 ਸਫੇਰੇ ਦੁਆਲੇ ਘੁੰਮਦਾ। ਇਸੇ ਪ੍ਰਕਾਰ ਮੇਨ ਕੇਂਦਰੀ ਭਾਵ ਧੁਰਾ ਐਕਸਲ ਹੁੰਦੀਆਂ ਰਹਾਉ ਵਾਲੀਆਂ ਪੰਕਤੀਆਂ, ਤੇ ਬਾਕੀ ਦਾ ਜਿਹੜਾ ਪ੍ਰਕਰਣ ਹੈ ਉਹਨਾਂ ਪੰਕਤੀਆਂ ਦੀ ਹੀ ਪਰਿਕਰਮਾ ਕਰਦਾ, ਭਾਵ ਆਲੇ ਦੁਆਲੇ ਘੁੰਮਦਾ, ਜਾਂ ਕਹਿ ਲਈਏ ਰਹਾਉ ਵਾਲੀਆਂ ਪੰਕਤੀਆਂ ਦੇ ਅਰਥ ਨੂੰ ਖੋਲ ਕੇ ਰੱਖਦਾ। ਤੇ ਹਜ਼ੂਰ ਫਰਮਾਉਂਦੇ ਨੇ ਰਹਾਉ ਰਹਿਣਾ ਕਰੋ, ਬੀਜਣਾ ਕਰੋ, ਗੁਰੂ ਕੇ ਇਸ ਉਪਦੇਸ਼ ਨੂੰ ਸਿੱਖੋ ਆਪਣੇ ਹਿਰਦੇ ਰੂਪੀ ਭੂਮੀ ਦੇ ਵਿੱਚ, ਸਰੀਰ ਰੂਪੀ ਭੂਮੀ ਦੇ ਵਿੱਚ ਸਤਿਗੁਰੂ ਜੀ ਦੇ ਇਸ ਉਪਦੇਸ਼ ਨੂੰ ਬੀਜਣਾ ਕਰੋ, ਕਮਾਵਣਾ ਕਰੋ, ਧਾਰਨ ਕਰਨਾ ਕਰੋ। ਸਹਿਜ ਸੁਖ ਆਨੰਦ ਨਿਧਾਨ, ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਸਹਿਜ ਸੁਖ ਅਚੁੱਤ ਸੁਖ ਦਾ ਦਾਤਾ ਹੈ। ਅਚੁੱਤ ਸੁਖ, ਜਿਹੜਾ ਸੁਖ ਕਦੇ ਮਿਟੇ ਨਾ, ਜਿਹੜਾ ਸੁਖ ਕਦੇ ਘਟੇ ਨਾ। ਭੁੱਖ ਲੱਗੀ ਹੋਵੇ, ਪ੍ਰਸ਼ਾਦਾ ਛਕੀਏ, ਬੜਾ ਸੁੱਖ ਮਿਲਦਾ ਹੈ, ਪਰ 5-6 ਘੰਟਿਆਂ ਬਾਅਦ ਪ੍ਰਸ਼ਾਦਾ ਹਜਮ ਹੋ ਜਾਂਦਾ, ਫਿਰ ਭੁੱਖ ਲੱਗ ਜਾਂਦੀ ਹੈ, ਫਿਰ ਉਹ ਆਨੰਦ ਨਹੀਂ ਰਹਿੰਦਾ ਜਿਹੜਾ ਪ੍ਰਸ਼ਾਦਾ ਛਕਣ ਵੇਲੇ ਸੀ। ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ, ਵਧਾਈਆਂ ਮਿਲੀਆਂ, ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਲੱਡੂ ਵੰਡੇ ਗਏ, ਅਨੇਕ ਪ੍ਰਕਾਰ ਦੇ ਉਤਸ਼ਾਹ ਕੀਤੇ ਗਏ, ਪਰ ਮੁਆਫ ਕਰਨਾ ਪੁੱਤਰ ਢਿੱਲਾ ਹੋ ਜਾਵੇ, ਬਿਮਾਰ ਹੋ ਜਾਵੇ, ਫਿਰ ਉਹ ਉਤਸ਼ਾਹ, ਉਹ ਖੁਸ਼ੀਆਂ ਨਹੀਂ ਰਹਿੰਦੀਆਂ। ਨਾਲਾਇਕ ਨਿਕਲ ਆਵੇ, ਫਿਰ ਉਹ ਖੁਸ਼ੀਆਂ ਨਹੀਂ ਰਹਿੰਦੀਆਂ, ਸੁੱਖ ਨਹੀਂ ਰਹਿੰਦਾ। ਬੜਾ ਧਨ ਪ੍ਰਾਪਤ ਹੋ ਜਾਵੇ, ਬੜਾ ਮਨ ਪ੍ਰਸੰਨ ਹੁੰਦਾ, ਜੀ ਅੱਜ ਬੜਾ ਧਨ ਮਿਲਿਆ, ਪਰ ਜਿਹੜਾ ਆਇਆ ਉਸਨੇ ਜਾਣਾ ਵੀ ਹੈ। ਬਿਨਾਂ ਪੈਰਾਂ ਤੋਂ ਆਇਆ ਸੀ, ਬਿਨਾਂ ਪੈਰਾਂ ਤੋਂ ਚਲਿਆ ਜਾਂਦਾ, ਫਿਰ ਮਨ ਦੁਖੀ ਹੁੰਦਾ, ਉਹ ਬੜਾ ਨੁਕਸਾਨ ਹੋ ਗਿਆ। ਦੁਨੀਆ ਦੇ ਸੁੱਖ ਅਚੁੱਤ ਸੁੱਖ ਨਹੀਂ ਨੇ, ਸਥਾਈ ਸਥਿਰ ਨਹੀਂ ਹੈ, ਪਰ ਵਾਹਿਗੁਰੂ ਜੀ ਦੀ ਪ੍ਰਾਪਤੀ ਦਾ ਸੁੱਖ ਸਥਿਰ ਸੁੱਖ ਹੈ। ਹਜ਼ੂਰ ਫਰਮਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ, ਪੰਕਤੀ ਦੁਬਾਰਾ ਪੜ੍ਹਦੇ ਹੋ ਜੀ। ਸਹਿਜ ਸੁਖ ਆਨੰਦ ਨਿਧਾਨ, ਜਿਹੜਾ ਸਹਿਜ ਸੁਖ ਦਾ ਦਾਤਾ ਹੈ, ਅਚੁੱਤ ਸੁਖ ਦਾ ਦਾਤਾ ਹੈ, ਸੁਖ ਨਿਧਾਨ, ਸੁੱਖਾਂ ਦਾ ਖਜ਼ਾਨਾ ਹੈ, ਸੁੱਖਾਂ ਦਾ ਸਾਗਰ ਹੈ, ਤੇ ਸੁਖ ਵੀ ਸਦੀਵ ਕਾਲ ਦਾ, ਸਦੀਵ ਕਾਲ ਦਾ ਸੁਖ ਹੈ। ਸਰੂਪ ਰੂਪ ਦੀ ਪ੍ਰਾਪਤੀ ਦਾ ਸੁਖ, ਆਤਮ ਸਵਰੂਪ ਦੀ ਪ੍ਰਾਪਤੀ ਦਾ ਸੁਖ, ਤੇ ਆਤਮ ਸਰੂਪ ਦੀ ਪ੍ਰਾਪਤੀ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੈ, ਕਿਉਂਕਿ ਆਤਮਾ ਪ੍ਰਮਾਤਮਾ ਦੀ ਅੰਸ਼ ਹੈ। ਇਸ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਜਿਹੜਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਹੈ ਨਾ, ਅਚੁੱਤ ਸੁੱਖਾਂ ਦਾ ਦਾਤਾ ਹੈ, ਸਹਿਜ ਗਿਆਨ ਦਾ ਦਾਤਾ ਹੈ, ਸੁਖ ਨਿਧਾਨ, ਸੁੱਖਾਂ ਦਾ ਸਮੁੰਦਰ ਹੈ, ਜਿੱਥੇ ਲੋਕ ਦੇ ਅੰਦਰ ਸੁੱਖ ਬਖਸ਼ਦਾ ਹੈ, ਪਰ ਲੋਕ ਦੇ ਅੰਦਰ ਸਰੂਪ ਰੂਪ ਦੀ ਅਭੇਦਤਾ ਦੇ ਕਰਕੇ ਸੁਖ ਸਾਗਰ ਵਾਹਿਗੁਰੂ ਜੀ ਆਪਣੇ ਵਿੱਚ ਲੀਨ ਹੀ ਕਰ ਲੈਂਦੇ ਹਨ। ਸੁੱਖਾਂ ਦੇ ਦਾਤਾ ਸਵਰੂਪ ਜੀ। ਰਾਖਨ ਹਾਰ ਰੱਖ ਲੈ ਨਿਦਾਨ, ਹੇ ਸੱਚੇ ਪਾਤਸ਼ਾਹ ਜੀ, ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਣ ਦੇ ਨਾਲ ਇਸ ਲੋਕ ਦੇ ਅੰਦਰ ਤੇ ਸਹਾਇਤਾ ਹੁੰਦੀ ਹੈ, ਸੁੱਖ ਮਿਲਦੇ ਨੇ, ਪਰ ਮਹਾਰਾਜ ਅਗਲੇ ਲੋਕ ਪਰਲੋਕ ਦੇ ਵਿੱਚ ਸਾਡਾ ਸਹਾਰਾ ਕੌਣ ਬਣੇਗਾ? ਦੁਨੀਆਦਾਰੀ ਦੇ ਅੰਦਰ ਦੇਖਿਆ ਜਾਂਦਾ, ਜਿਹੜੇ ਆਸਰੇ ਇਸ ਲੋਕ ਦੇ ਨੇ ਨਾ, ਇਸ ਲੋਕ 'ਚ ਹੀ ਰਹਿ ਜਾਂਦੇ ਨੇ, ਨਾਲ ਨਹੀਂ ਜਾਂਦੇ। ਚਾਹੇ ਉਹ ਆਸਰਾ ਧਨ ਦਾ ਹੋਵੇ, ਕਿਸੇ ਅਹੁਦੇ ਦਾ ਹੋਵੇ, ਕਿਸੇ ਮੰਤਰੀ ਦਾ ਹੋਵੇ, ਰਿਸ਼ਤੇਦਾਰ ਦਾ ਜਾਂ ਮਾਤਾ ਪਿਤਾ ਦਾ। ਮਹਾਰਾਜ ਜਿਹੜੇ ਆਸਰੇ ਇੱਥੇ ਪ੍ਰਾਪਤ ਹੁੰਦੇ ਨੇ, ਇੱਥੇ ਹੀ ਛੁੱਟ ਜਾਂਦੇ ਨੇ। ਤੇ ਗਰੀਬ ਨਿਵਾਜ ਨਾਮ ਜਪਾਂਗੇ, ਇੱਥੇ ਤੇ ਸੁੱਖ ਮਿਲੇਗਾ, ਪਰ ਦਰਗਾਹ ਦੇ ਵਿੱਚ ਸਾਡਾ ਰਖਵਾਲਾ ਕੌਣ ਬਲੇਗਾ? ਤੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਪਿਆਰਿਓ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਸੁੱਖਾਂ ਦਾ ਦਾਤਾ ਨਿਦਾਨ ਅੰਤਮ ਸਮੇਂ ਦਰਗਾਹ ਦੇ ਵਿੱਚ ਵੀ ਤੁਹਾਡੀ ਰਖਵਾਲੀ ਕਰੇਗਾ, ਬਾਂਹ ਫੜੇਗਾ। ਉਹ ਲੋਕ ਪਰਲੋਕ ਦਾ ਸੱਜਣ ਹੈ, ਸੱਜਣ ਸੱਚਾ ਪਾਤਸ਼ਾਹੂ, ਸਿਰ ਸਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੂ। ਉਹ ਐਸਾ ਸੱਜਣ ਹੈ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਸੱਜਣ ਸਤਿਗੁਰੂ ਜੀ ਐਸੇ ਸੱਜਣ ਨੇ, ਜਿੱਥੇ ਵੀ ਲੇਖਾ ਮੰਗਿਆ ਜਾਂਦਾ ਉੱਥੇ ਹੀ ਖੜੇ ਹੁੰਦੇ ਨੇ। ਇਹ ਤੇ ਸਾਡਾ ਹੈ, ਲੇਖਾ ਨਹੀਂ ਹੋਣ ਦਿੰਦੇ। ਰੱਖ ਲੈ ਨਿਦਾਨ, ਅੰਤਮ ਸਮੇਂ ਰੇਖੇ ਚੋਂ ਵੀ ਰੱਖ ਲੈਂਦੇ ਨੇ। ਤੇ ਜਿਸ ਵੇਲੇ ਧਰਮ ਰਾਜਾ ਵੇਖਦਾ ਨਾ, ਤੇ ਗੁਰੂ ਕਾ ਪਿਆਰਾ ਆਇਆ, ਇਹ ਤੇ ਸੰਗਤ ਕਰਨ ਵਾਲਾ ਆਇਆ, ਕਿਉਂਕਿ ਧਰਮ ਰਾਜੇ ਨੂੰ ਹਦਾਇਤ ਹੈ ਨਾ, ਜਹ ਸਾਧੂ, ਜਿੱਥੇ ਸਾਧੂ ਵਸਦੇ ਨੇ, ਰਹਿੰਦੇ ਨੇ। ਗੋਬਿੰਦ ਭਜਨ, ਵਾਹਿਗੁਰੂ ਜੀ ਦੇ ਨਾਮ ਦਾ ਭਜਨ ਹੁੰਦਾ, ਸਿਮਰਨ ਹੁੰਦਾ, ਕੀਰਤਨ ਨਾਨਕ ਨੀਤ। ਤੇ ਹਜ਼ੂਰ ਫਰਮਾਉਂਦੇ, ਜਿੱਥੇ ਨਿਤਾ ਪ੍ਰਤੀ ਕੀਰਤਨ ਹੁੰਦਾ ਹੈ, ਸਾਧ ਸੰਗਤ ਹੁੰਦੀ ਹੈ,
ਤੇ ਧਰਮ ਰਾਜਾ ਆਪਣੇ ਜਮਦੂਤਾਂ ਨੂੰ ਹਦਾਇਤਾਂ ਕਰਦਾ, ਕਹਿੰਦਾ ਜਮਦੂਤੋ ਦੇਖਿਓ ਜਿੱਥੇ ਇਹ ਤਿੰਨ ਚੀਜ਼ਾਂ ਚੋਂ ਇੱਕ ਵੀ ਹੈ ਨਾ ਉੱਥੇ ਨਾ ਜਾਇਓ। ਜਿੱਥੇ ਸਾਧੂ ਰਹਿੰਦੇ ਹੋਣ, ਵਸਦੇ ਹੋਣ, ਜਿੱਥੇ ਸਿਮਰਨ ਭਜਨ ਹੁੰਦਾ ਹੋਵੇ, ਜਾਂ ਜਿੱਥੇ ਕੀਰਤਨ ਹੁੰਦਾ ਹੈ, ਸਾਧ ਸੰਗਤ ਹੁੰਦੀ ਹੈ, ਸਤ ਸੰਗਤ ਹੁੰਦੀ, ਉੱਥੇ ਨਾ ਜਾਇਓ। ਕਹਿੰਦੇ ਮਹਾਰਾਜ ਜੇ ਚਲੇ ਗਏ ਭੁਲੇਖੇ ਨਾਲ ਫਿਰ ਕੀ ਹੋਏਗਾ? ਤੇ ਧਰਮ ਰਾਜਾ ਕਹਿੰਦਾ ਜੇ ਤੁਸੀਂ ਭੁਲੇਖੇ ਨਾਲ ਵੀ ਚਲੇ ਗਏ ਤੇ ਤੁਸੀਂ ਵੀ ਵੱਜ ਜਾਣਾ ਤੇ ਮੈਂ ਵੀ ਵੱਜ ਜਾਣਾ, ਫਿਰ ਨਾ ਤੁਸਾਂ ਛੁੱਟਣਾ ਤੇ ਨਾ ਮੈਂ ਛੁੱਟਣਾ ਹੈ। ਨਾ ਹੋ ਨਾ ਤੂੰ ਨਾ ਛੁੱਟ ਹੈ, ਨਾ ਫਿਰ ਮੈਂ ਛੁੱਟਾਂਗਾ ਨਾ ਤੁਸੀਂ ਛੁੱਟੋਗੇ, ਛੁਟਕਾਰਾ ਨਹੀਂ ਹੋਣਾ। ਇਸ ਕਰਕੇ ਉੱਥੇ ਨੇੜੇ ਵੀ ਨਾ ਜਾਇਓ ਜਿੱਥੇ ਵਾਹਿਗੁਰੂ ਜੀ ਦੀ ਬੰਦਗੀ ਹੁੰਦੀ ਹੈ। ਨਿਕਟ ਨਾ ਜਾਈਓ ਦੂਤ ਮੇਰੇ ਦੂਤੋ, ਉਹਨਾਂ ਦੇ ਨੇੜੇ ਨਾ ਲੱਗ ਜਾਇਓ। ਤੇ ਧਰਮ ਰਾਜਾ ਜਦੋਂ ਦੇਖਦਾ ਇਹ ਤੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨ ਵਾਲਾ ਹੈ, ਇਹ ਤੇ ਸਤਿਗੁਰੂ ਜੀ ਦਾ ਪਿਆਰਾ ਹੈ, ਇਹ ਤੇ ਗੁਰਸਿੱਖ ਹੈ, ਇਹ ਤੇ ਅੰਮ੍ਰਿਤ ਧਾਰੀ ਹੈ, ਇਹ ਤੇ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲਾ ਹੈ, ਇਹ ਤੇ ਅੰਮ੍ਰਿਤ ਬਾਣੀ ਨੂੰ ਪੜ੍ਹਨ ਵਾਲਾ ਹੈ, ਇਸ ਦਾ ਤੇ ਜੀਵਨ ਹੀ ਅੰਮ੍ਰਿਤਮਈ ਬਣ ਗਿਆ ਹੈ। ਗੁਰਬਾਣੀ ਬਣੀ ਹੈ, ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਜੀਵਨ ਗੁਰਬਾਣੀ ਅਨੁਸਾਰ ਹੋ ਜਾਣਾ, ਇਹ ਗੁਰਬਾਣੀ ਬਣਨਾ ਹੈ, ਇਸ ਦਾ ਅੰਮ੍ਰਿਤਮਈ ਜੀਵਨ ਹੈ। ਫਿਰ ਧਰਮ ਰਾਜਾ ਧਰਮ ਰਾਏ ਦਰ ਕਾਗਦ ਫਾਰੇ, ਲੇਖੇ ਵਾਲੇ ਕਾਗਜ਼ ਪਾੜ ਕੇ ਸੁੱਟ ਦਿੰਦਾ, ਪਿਆਰਿਆ ਮੈਂ ਤੇਰਾ ਲੇਖਾ ਨਹੀਂ ਲੈ ਸਕਦਾ, ਮੇਰੇ 'ਚ ਇੰਨੀ ਪਾਇਆ ਨਹੀਂ, ਇੰਨੀ ਸੱਤਾ ਨਹੀਂ, ਇੰਨੀ ਸ਼ਕਤੀ ਨਹੀਂ, ਮੇਰੇ 'ਚ ਇੰਨੀ ਸਮਰੱਥਾ ਨਹੀਂ ਤੇਰਾ ਲੇਖਾ ਲੈ ਸਕਾਂ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਨਾ, ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ, ਅਥਵਾ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਉਹਨਾਂ ਦਾ ਤੇ ਲੇਖਾ ਨਿਬੜ ਹੀ ਜਾਂਦਾ ਹੈ, ਮੁੱਕ ਹੀ ਜਾਂਦਾ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਰਖਨਹਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਐਸੇ ਸਮਰੱਥਾ ਵਾਲੇ ਨੇ ਪਿਆਰਿਓ, ਰੱਖ ਲੇ ਨਿਦਾਨ, ਜਿੱਥੇ ਇਸ ਲੋਕ ਦੇ ਅੰਦਰ ਮੱਖਣ ਸ਼ਾਹ ਵਾਂਗੂ ਬੇੜੇ ਡੁੱਬਣ ਨਹੀਂ ਨਾ ਦਿੰਦੇ ਪੂਰੇ ਸਤਿਗੁਰੂ ਜੀ, ਪਰ ਲੋਕ ਦੇ ਵਿੱਚ ਵੀ ਮੋਢਾ ਪਿੱਠ ਲੱਗਣ ਨਹੀਂ ਦਿੰਦੇ, ਧਰਮ ਰਾਜੇ ਦੇ ਪਾਸ ਲੇਖੇ ਵਾਸਤੇ ਜਾਣ ਹੀ ਨਹੀਂ ਦਿੰਦੇ, ਉੱਥੇ ਵੀ ਲੇਖੇ ਚੋਂ ਨਰਕਾਂ ਵਿੱਚ ਪੈਣ ਤੋਂ ਅੰਤਮ ਸਮੇਂ ਵੀ ਜੀਵ ਨੂੰ ਰੱਖ ਲੈਂਦੇ ਨੇ। ਦੁਖ ਦਰਦ ਬਿਨ ਸੇ ਭੈ ਭਰਮ, ਤੇ ਜਿਹੜੇ ਨਾਮ ਦੇ ਰਸੀਏ ਨੇ ਨਾ, ਉਹਨਾਂ ਦੇ ਦੁੱਖ ਮਿਟ ਜਾਂਦੇ ਨੇ ਜੰਮਣ ਅਤੇ ਮਰਨ ਦੇ। ਜੰਮਣ ਮਰਨ ਦਾ ਦੁੱਖ ਸਾਰਿਆਂ ਤੋਂ ਵੱਡਾ, ਭਾਵੇਂ ਹੋਰ ਵੀ ਦੁੱਖ ਕਥਨ ਕੀਤੇ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗਾ ਤਨ ਧਾਏ, ਵੱਡੇ ਦੁੱਖ ਨੇ, ਪਰ ਸਾਰਿਆਂ ਤੋਂ ਵੱਡਾ ਦੁੱਖ ਹੈ ਜੰਮਣ ਅਤੇ ਮਰਨ ਦਾ। ਇੱਕ ਦੁੱਖ ਰਾਮ ਰਾਏ ਕੱਟ ਹਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਤੇ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਨਾਮ ਦੀ ਬਰਕਤ ਐਸੀ ਹੈ, ਦੁੱਖ ਦਰਦ ਬਿਨਸੈ, ਜੰਮਣ ਮਰਨ ਦਾ ਦੁੱਖ ਬਿਨਸ ਜਾਂਦਾ ਹੈ, ਮਾਤਾ ਦੇ ਗਰਭ ਜੂਨ ਵਿੱਚ ਆਉਣ ਦਾ ਦੁੱਖ ਬਿਨਸ ਜਾਂਦਾ ਹੈ, ਮਰ ਕੇ ਜਾਣ ਦਾ ਦੁੱਖ ਬਿਨਸ ਜਾਂਦਾ ਹੈ, ਨਰਕਾਂ ਦਾ ਦੁੱਖ ਜਿਹੜਾ ਬਿਨਸ ਜਾਂਦਾ ਹੈ। ਇਸੇ ਪ੍ਰਕਾਰ ਦਰਦ ਅਗਿਆਨ ਦੇ, ਅਵਿਦਿਆ ਦੇ, ਵਿਕਾਰਾਂ ਦੇ, ਮਾਇਆ ਦੇ ਬੰਧਨਾਂ ਦੇ ਜਿੰਨੇ ਦਰਦ ਨੇ ਇਹ ਵੀ ਛੁੱਟ ਜਾਂਦੇ ਨੇ, ਬਿਨਸੈ ਨਾਸ ਹੋ ਜਾਂਦੇ ਨੇ। ਜਹ ਭਵ ਪੈ ਪਰ ਲੋਕ ਭੈ ਇਤਿਆਦਿਕ ਜਿਹੜੇ 7 ਪ੍ਰਕਾਰ ਦੇ ਭਰਮ ਕਹੇ ਜਾਂਦੇ ਨੇ, 5 ਪ੍ਰਕਾਰ ਦੇ ਭਰਮ ਕਹੇ ਜਾਂਦੇ ਨੇ, 7 ਪ੍ਰਕਾਰ ਦੇ ਭੈ ਕਹੇ ਜਾਂਦੇ ਨੇ, ਉਹ ਵੀ ਸਾਰੇ ਨਾਸ਼ ਹੋ ਜਾਂਦੇ ਨੇ। ਨਾ ਕੋਈ ਭਰਮ ਰਹਿ ਜਾਂਦਾ, ਨਾ ਕੋਈ 7 ਪ੍ਰਕਾਰ ਦੇ ਡਰਾਂ ਚੋਂ ਡਰ ਰਹਿ ਜਾਂਦਾ, ਨਾ ਕੋਈ ਬੰਧਨ ਰਹਿ ਜਾਂਦਾ, ਨਾ ਦੁੱਖ ਰਹਿ ਜਾਂਦਾ, ਨਾ ਦਰਦ ਰਹਿ ਜਾਂਦਾ। ਇਹ ਸਾਰੀ ਬਰਕਤ ਨਾਮ ਦੀ ਹੈ। ਦੁਖ ਦਰਦ ਬਿਨ ਸੇ ਭੈ ਭਰਮ, ਜਹ ਭਵ ਭੈ ਪਰ ਲੋਕ ਭੈ ਜਨਮ ਵੇਦਨਾ ਜਾਤ। ਇਸੇ ਪ੍ਰਕਾਰ ਜਿਹੜੇ 5 ਪ੍ਰਕਾਰ ਦੇ ਭਰਮ ਨੇ, ਭੇਦ ਭਰਮ ਕਰ ਤਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸਤ ਹੈ, ਪਾਂਚੋ ਭਰਮ ਸੰਸਾਰ। ਜੰਮਣ ਮਰਨ ਦਾ ਦੁੱਖ, ਅਗਿਆਨ ਅਵਿਦਿਆ ਅਸਮਤਾ ਦੇ ਦੁੱਖ, 5 ਪ੍ਰਕਾਰ ਦੇ ਭਰਮ, 7 ਪ੍ਰਕਾਰ ਦੇ ਡਰ ਸਾਰੇ ਬਿਨਸ ਜਾਂਦੇ ਹਨ। ਹਜ਼ੂਰ ਫਰਮਾਉਂਦੇ ਹਨ ਜੀ, ਆਵਣ ਜਾਣ ਰੱਖੇ ਕਰ ਕਰਮ। ਸੋ ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਨੂੰ ਕਰਨਾ ਕੀਤਾ ਨਾ, ਉਹਨਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਵਣ ਜਾਣ ਤੋਂ ਰੱਖ ਲਿਆ ਹੈ, ਜੰਮਣ ਮਰਨ ਤੋਂ ਰੱਖ ਲਿਆ ਹੈ। ਬਾਰ-ਬਾਰ ਜੰਮ ਕਰਕੇ ਦੁਨੀਆ ਵਿੱਚ ਮਾਤਾ ਦੀ ਗਰਭ ਜੋਨੀ ਦੁਆਰਾ ਦੁਨੀਆ ਵਿੱਚ ਨਹੀਂ ਆਉਂਦੇ ਤੇ ਮਰ ਮਰ ਕੇ ਸੰਸਾਰ ਚੋਂ ਜਾਂਦੇ ਨਹੀਂ। ਆਵਣ ਜਾਣ ਰੱਖੇ, ਉਹਨਾਂ ਨੂੰ ਰੱਖ ਲਿਆ ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਨੂੰ ਕਰਨਾ ਕੀਤਾ। ਕਿਉਂਕਿ ਸਾਧ ਸੰਗਤ ਜੀ ਜਿਹੜਾ ਸ਼ਕਾਮ ਕਰਮ ਕਰਨਾ ਇਹ ਤਨਖਾਹ ਵਰਗਾ ਹੈ। ਨੌਕਰੀ ਕੀਤੀ ਤੇ ਤਨਖਾਹ ਲੈ ਲਈ, ਤੇ ਸ਼ਕਾਮ ਕਰਮ ਕੀ ਹੈ? ਅਸੀਂ ਕਿਸੇ ਪ੍ਰਕਾਰ ਦਾ ਕਰਮ ਕਰਦੇ ਨਾਲ ਭਾਵਨਾ ਰੱਖ ਲੈਂਦੇ, ਮਹਾਰਾਜ ਫਲਾਨੀ ਦਾਤ ਬਖਸ਼ੋ, ਅਸੀਂ ਫਲਾਨਾ ਸ਼ੁਭ ਕਰਮ ਕਰਾਂਗੇ।
ਭਾਵੇਂ ਕਿ ਇਹ ਕਰਨੇ ਜਾਇਜ਼ ਨੇ, ਕਿਸੇ ਪ੍ਰਕਾਰ ਇਹਨਾਂ ਦਾ ਖੰਡਨ ਨਹੀਂ। ਜਿੱਥੇ ਲੋੜ ਮੁਤਾਬਕ ਜਾਂ ਜ਼ਰੂਰਤ ਮੁਤਾਬਕ ਸ਼ਕਾਮ ਕਰਮ ਕੀਤਾ ਗਿਆ, ਸਾਧ ਸੰਗਤ ਜੀ ਵਾਹਿਗੁਰੂ ਜੀ ਦੀ ਪ੍ਰਾਪਤੀ ਵਾਸਤੇ ਨਿਸ਼ਕਾਮ ਕਰਮ ਕਰਨੇ ਵੀ ਅਤਿਅੰਤ ਜ਼ਰੂਰੀ ਨੇ। ਘਰ ਵਿੱਚ ਪੁੱਤਰ ਦੀ ਦਾਤ ਨਹੀਂ, ਅਰਦਾਸ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ, ਦੁਨੀਆ ਦਾ ਮਿੱਠਾ ਮੇਵਾ ਲਾਲ ਬਖਸ਼ੋ, ਸ੍ਰੀ ਅਖੰਡ ਪਾਠ ਸਾਹਿਬ ਕਰਵਾਵਾਂਗੇ। ਅਖੰਡ ਪਾਠ ਸਾਹਿਬ ਕਰਵਾਇਆ ਜਾਂ ਸਹਿਜ ਪਾਠ ਕੀਤਾ, ਪਰ ਉਹਦਾ ਫਲ ਲੈ ਲਿਆ, ਇਹ ਸਕਾਮ ਕਰਮ ਹੈ। ਲੰਗਰ ਕੀਤਾ, ਜੱਗ ਕੀਤਾ, ਭੰਡਾਰਾ ਕੀਤਾ, ਬਸਤਰ ਕਿਸੇ ਦੀ ਸੇਵਾ ਕੀਤੇ, ਗੁਰਸਿੱਖ ਦੇ ਜਾਂ ਲੋੜਵੰਦ ਨੂੰ ਦਾਨ ਕੀਤੇ, ਕੋਈ ਦਾਤ ਮੰਗ ਲਈ, ਅਰਦਾਸ ਕਰ ਲਈ, ਇਹ ਸਕਾਮ ਕਰਮ ਨੇ। ਭਾਵੇਂ ਕਿ ਮੰਗਣਾ ਤੇ ਸਤਿਗੁਰੂ ਸਾਹਿਬ ਜੀ ਦੇ ਕੋਲੋਂ ਆ ਕੇ ਮਾਤਾ ਪਿਤਾ ਤੋਂ ਹੀ ਮੰਗਣਾ ਨਾ, ਤੇ ਮਾਤਾ ਪਿਤਾ ਤੇ ਸਤਿਗੁਰੂ ਜੀ ਨੇ। ਸਾਰੀਆਂ ਦਾਤਾਂ ਆ ਕੇ ਸਤਿਗੁਰੂ ਜੀ ਤੋਂ ਮੰਗਣੀਆਂ, ਪਰ ਨਿਸ਼ਕਾਮ ਕਰਮ ਵੀ ਕਰਨੇ ਨੇ। ਨਿਸ਼ਕਾਮ ਕਰਮ ਕਿਉਂ ਕਰਨੇ ਨੇ? ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਜਿਹੜਾ ਨਿਸ਼ਕਾਮ ਕਰਮ ਇੱਛਾ ਰਹਿਤ ਹੋ ਕੇ ਅੰਮ੍ਰਿਤ ਵੇਲੇ ਤੇ ਨਿਤ ਉੱਠਣਾ, ਬਾਣੀ ਪੜ੍ਹਨੀ, ਸਤ ਸੰਗਤ ਕਰਨੀ, ਪਰ ਫਲ ਦੀ ਇੱਛਾ ਹੀ ਨਾ ਰੱਖਣੀ, ਨਿਸ਼ਕਾਮ ਹੋ ਕਰਕੇ ਬੰਦਗੀ ਕਰਨੀ, ਫਿਰ ਵਾਹਿਗੁਰੂ ਜੀ ਦੀ ਹੀ ਪ੍ਰਾਪਤੀ ਹੋ ਜਾਂਦੀ ਹੈ। ਤੇ ਹਜ਼ੂਰ ਫਰਮਾਵਣਾ ਕਰਦੇ ਨੇ, ਜਿਨ੍ਹਾਂ ਨੇ ਨਿਸ਼ਕਾਮ ਕਰਮਾਂ ਨੂੰ ਕਰਨਾ ਕੀਤਾ ਨਾ, ਉਦਮ ਦੇ ਸਹਿਤ ਵਾਹਿਗੁਰੂ ਜੀ ਨੇ ਤਿੰਨਾਂ ਨੂੰ ਆਉਣ ਜਾਣ ਤੋਂ, ਜੰਮਣ ਮਰਨ ਤੋਂ ਰੱਖ ਲਿਆ। ਸੱਚੇ ਪਾਤਸ਼ਾਹ ਜੇਕਰ ਮਨੁੱਖ ਆਪਣੇ ਯਤਨ ਦੇ ਨਾਲ ਕਰਮ ਕਰੇ ਤੇ ਕੀ ਵਾਹਿਗੁਰੂ ਜੀ ਮਿਲ ਜਾਂਦੇ ਨੇ? ਹਜ਼ੂਰ ਫਰਮਾਉਂਦੇ, ਕਰ ਕਰਮ, ਕਰਮ ਤੋਂ ਭਾਵ ਹੈ ਕਿਰਪਾ। ਪਿਆਰਿਆ, ਜਦੋਂ ਨਿਸ਼ਕਾਮ ਕਰਮ ਕਰੀਏ, ਵਾਹਿਗੁਰੂ ਜੀ ਦੇ ਸਤਿਗੁਰੂ ਜੀ ਦੇ ਹਿਰਦੇ ਨੂੰ ਭਾ ਜਾਈਏ ਨਾ, ਤੇ ਸਤਿਗੁਰੂ ਜੀ ਫਿਰ ਆਪਣੀ ਕਰਮ ਕਿਰਪਾ ਕਰ ਦਿੰਦੇ ਨੇ। ਤੇ ਜਿਸ ਦੇ ਉੱਪਰ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ, ਫਿਰ ਆਵਣ ਜਾਣ ਤੋਂ ਰੱਖ ਲੈਂਦੇ ਨੇ, ਜੰਮਣ ਮਰਨ ਚੋਂ ਕੱਢ ਲੈਂਦੇ ਨੇ, ਜੂਨੀਆਂ ਵਿੱਚ ਨਹੀਂ ਪੈਣ ਦਿੰਦੇ, ਨਰਕਾਂ ਵਿੱਚ ਨਹੀਂ ਪੈਣ ਦਿੰਦੇ। ਸੰਸਾਰ ਦੁੱਖ ਰੂਪ ਹੈ, ਸੰਸਾਰ ਵਿੱਚ ਮੁੜ ਮੁੜ ਨਹੀਂ ਜਨਮ ਲੈਣ ਦਿੰਦੇ। ਇਸ ਸੰਸਾਰ ਦਾ ਨਾਮ ਹੀ ਮ੍ਰਿਤ ਮੰਡਲ ਹੈ, ਮੌਤ ਦਾ ਮੰਡਲ, ਮੌਤ ਦੀ ਜਗ੍ਹਾ, ਮੌਤ ਦਾ ਸਥਾਨ। ਜਿਹੜਾ ਇੱਥੇ ਆ ਗਿਆ ਉਹਨੇ ਮਰਨਾ ਹੀ ਮਰਨਾ ਹੈ ਸਰੀਰ ਕਰਕੇ। ਮ੍ਰਿਤ ਮੰਡਲ ਜਗ ਸਾਜਿਆ, ਇਹ ਜਿਹੜਾ ਜਗਤ ਮ੍ਰਿਤ ਮੰਡਲ ਹੈ। ਤੇ ਸਤਿਗੁਰੂ ਜੀ ਨਾਮ ਰੂਪੀ ਜਹਾਜ਼ ਤੇ ਚਾੜ ਕਰਕੇ ਮ੍ਰਿਤ ਮੰਡਲ ਚੋਂ ਕੱਢ ਕੇ ਸੱਚਖੰਡ ਅਸਥਾਨ ਆਪਣੇ ਸਰੂਪ ਰੂਪ ਦੀ ਭੇਦਤਾ ਬਖਸ਼ਦੇ ਨੇ। ਕਰ ਕਰਮ ਕਿਰਪਾ ਕਰਕੇ ਫਿਰ ਜੰਮਣ ਮਰਨ ਵਿੱਚ ਨਹੀਂ ਆਉਣ ਦਿੰਦੇ, ਦੁੱਖਾਂ ਵਿੱਚ ਨਹੀਂ ਆਉਣ ਦਿੰਦੇ ਜੀ। ਵੇਖਾ ਬੋਲਾ ਸੁਣਾ ਸਭ ਆਪ। ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਆਪ ਜੀ ਨੇ ਕਰਮ ਦੀ ਬਾਤ ਕੀਤੀ ਹੈ, ਕਰ ਕਰਮ, ਇਹ ਕਰਮ ਕਿਵੇਂ ਪ੍ਰਾਪਤ ਹੋਵੇ, ਕਿਰਪਾ ਕਿਵੇਂ ਪ੍ਰਾਪਤ ਹੋਵੇ? ਤੇ ਹਜ਼ੂਰ ਫਰਮਾਉਂਦੇ ਨੇ, ਪਿਆਰਿਆ ਵਾਹਿਗੁਰੂ ਜੀ ਨੂੰ ਆਪਣੇ ਤੋਂ ਦੂਰ ਨਾ ਜਾਣ। ਜੇ ਕਰਮ ਪ੍ਰਾਪਤ ਕਰਨੀ, ਕਿਰਪਾ ਪ੍ਰਾਪਤ ਕਰਨੀ ਹੈ ਨਾ, ਸਦ ਸੁਣਦਾ, ਸਦ ਵੇਖਦਾ ਉਸ ਅਕਾਲ ਪੁਰਖ ਜੀ ਨੂੰ ਜਾਣ। ਸਦਾ ਤੈਨੂੰ ਵੇਖ ਰਿਹਾ, ਤੇਰੇ ਹਰ ਇੱਕ ਬੋਲ ਨੂੰ ਉਹ ਸੁਣ ਰਿਹਾ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹ ਤੇ ਅੰਗ ਸੰਗ ਹੈ, ਸਰੀਰ ਦੇ ਨਾਲ ਹੀ ਹੈ। ਇਸੇ ਪ੍ਰਕਾਰ ਸਦਾ ਅੰਗ ਸੰਗੇ, ਸਦਾ ਅੰਗਾਂ ਦੇ ਨਾਲ, ਸਰੀਰ ਦੇ ਨਾਲ ਵਸਦਾ ਹੈ। ਅਭੰਗੰ ਵਿਭੂਤੇ ਜਾਣਨਾ ਕਰ ਪਿਆਰਿਆ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਹਰ ਇੱਕ ਕਰਮ ਨੂੰ ਦੇਖ ਰਹੇ ਨੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਤੇਰੇ ਹਰ ਇੱਕ ਬੋਲ ਨੂੰ ਸੁਣ ਰਹੇ ਨੇ। ਤੇਰੀ ਜ਼ੁਬਾਨ ਚੋਂ ਬੋਲੇ ਹੋਏ ਬੋਲ ਨੂੰ ਤੇ ਸੁਣ ਰਹੇ ਨੇ। ਜੋ ਤੂੰ ਹਿਰਦੇ ਦੇ ਅੰਦਰ ਬੋਲਦਾ ਨਾ ਕਿਸੇ ਦੇ ਪਰਥਾਏ, ਜਿਸ ਨੂੰ ਕੋਈ ਨਹੀਂ ਸੁਣਦਾ, ਵਾਹਿਗੁਰੂ ਜੀ ਉਸ ਨੂੰ ਵੀ ਸੁਣ ਰਹੇ ਨੇ। ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣੇਗਾ ਨਾ, ਮੈਨੂੰ ਦੇਖ ਰਹੇ ਨੇ, ਫਿਰ ਤੂੰ ਬੁਰਾ ਕਰਮ ਨਹੀਂ ਕਰੇਗਾ, ਫਿਰ ਚੋਰੀ ਜਾਰੀ ਠੱਗੀ ਨਹੀਂ ਕਰੇਗਾ। ਜਦੋਂ ਤੂੰ ਜਾਣੇਗਾ ਵਾਹਿਗੁਰੂ ਜੀ ਮੇਰੇ ਬੋਲਾਂ ਨੂੰ ਸੁਣ ਰਹੇ ਨੇ, ਫਿਰ ਤੂੰ ਕਿਸੇ ਨੂੰ ਗਾਲੀ ਗਲੋਚ ਨਹੀਂ ਬੋਲੇਗਾ, ਕਿਸੇ ਨੂੰ ਫਿੱਕਾ ਸ਼ਬਦ ਨਹੀਂ ਬੋਲੇਗਾ, ਕਿਸੇ ਨੂੰ ਅਪਵਾਦ ਨਹੀਂ ਕਰੇਗਾ, ਮੰਦ ਬੋਲ ਨਹੀਂ ਬੋਲੇਗਾ, ਗਾਲੀ ਗਲੋਚ ਨਹੀਂ ਕਰੇਗਾ। ਇਸ ਪ੍ਰਕਾਰ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣਨਾ ਕਰ। ਵਾਹਿਗੁਰੂ ਜੀ ਸੁਣ ਰਹੇ ਨੇ, ਵਾਹਿਗੁਰੂ ਜੀ ਵੇਖ ਰਹੇ ਨੇ, ਵਾਹਿਗੁਰੂ ਜੀ ਮੇਰੇ ਨਾਲ ਨੇ। ਹਜ਼ੂਰੀ ਨੂੰ ਸਦਾ ਮਾਨਣਾ ਕਰ। ਮਹਿਸੂਸ ਕਰਕੇ ਪੰਕਤੀ ਫਿਰ ਪੜ੍ਹਦੇ ਹੋ ਜੀ। ਵੇਖਾ ਬੋਲਾ ਸੁਣਾ ਸਭ ਆਪ। ਤੇ ਵਾਹਿਗੁਰੂ ਜੀ ਜਿਤਨੇ ਬਚਨ ਕਰ ਰਹੇ ਨੇ, ਜਿਤਨੇ ਬੋਲ ਸੁਣਦੇ, ਇਹ ਵਾਹਿਗੁਰੂ ਜੀ ਹੀ ਬੋਲ ਰਹੇ ਨੇ। ਜਿਤਨੇ ਅੰਮ੍ਰਿਤ ਬਾਣੀ ਦੇ ਬਚਨ ਸਰਵਣ ਕਰਦੇ ਆ, ਇਹ ਵਾਹਿਗੁਰੂ ਜੀ ਜਿਹੜੇ ਨੇ ਇਹ ਸਰਵਣ ਕਰਾ ਰਹੇ ਨੇ, ਬੋਲ ਰਹੇ ਨੇ। ਅਥਵਾ ਜੋ ਅਸੀਂ ਪੇਖਾ ਵੇਖਦੇ ਆ ਨਾ, ਇਹ ਵਾਹਿਗੁਰੂ ਜੀ ਹੀ ਸਾਖੀ ਚੇਤਨ ਰੂਪ ਹੋ ਕਰਕੇ ਨੇਤਰਾਂ ਦੇ ਅੰਦਰ ਵਸੇ ਨੇ, ਤਾਂ ਦੇਖ ਰਹੇ ਆ। ਜਿਹੜੇ ਅੰਨੇ ਲੋਕ ਹੁੰਦੇ ਨੇ, ਅੱਖਾਂ ਤੇ ਉਹਨਾਂ ਦੀਆਂ ਵੀ ਨੇ ਪਰ ਦਿਸਦਾ ਨਹੀਂ। ਜਿਹੜੇ ਬੋਲੇ ਹੁੰਦੇ ਨੇ, ਕੰਨ ਉਹਨਾਂ ਦੇ ਵੀ ਨੇ ਪਰ ਸੁਣਦਾ ਨਹੀਂ। ਜਿਹੜੇ ਗੂੰਗੇ ਹੁੰਦੇ ਨੇ, ਜ਼ੁਬਾਨ ਉਹਨਾਂ ਦੀ ਵੀ ਹੈ ਪਰ ਬੋਲ ਨਹੀਂ ਸਕਦੇ।
ਪਿਆਰਿਆ, ਵਾਹਿਗੁਰੂ ਜੀ ਨੂੰ ਇਵੇਂ ਆਪਣੇ ਅੰਤਰ ਆਤਮੇ ਵਸਿਆ ਜਾਣ ਕਿ ਜੇ ਵੇਖ ਰਹੇ ਤੇ ਅੱਖਾਂ ਦੇ ਅੰਦਰ ਚੇਤਨ ਸੱਤਾ ਉਸੇ ਦੀ ਹੈ, ਜੇ ਸੁਣ ਰਹੇ ਆ ਤੇ ਕੰਨਾਂ ਦੇ ਅੰਦਰ ਸਾਖੀ ਚੇਤਨ ਹੋ ਕਰਕੇ ਉਹ ਵਸਿਆ ਹੋਇਆ ਤਾਂ ਸੁਣ ਰਹੇ ਆ। ਜੇ ਇਹ ਵਾਕ ਇੰਦਰਾ ਜ਼ੁਬਾਨ ਕੋਈ ਬਚਨ ਬੋਲ ਰਿਹਾ ਤੇ ਵਾਹਿਗੁਰੂ ਜੀ ਦੀ ਚੇਤਨ ਸੱਤਾ ਪਾ ਕੇ ਬੋਲ ਰਿਹਾ ਹੈ। ਵਾਹਿਗੁਰੂ ਜੀ ਦੀ ਚੇਤਨ ਸੱਤਾ ਤੋਂ ਬਿਨਾਂ ਸਾਰੇ ਇੰਦਰੇ ਜੜ ਨੇ। ਜਦੋਂ ਜੀਵ ਬੇਹੋਸ਼ ਹੋ ਜਾਂਦਾ ਫਿਰ ਕਿਉਂ ਨਹੀਂ ਬੋਲਦਾ? ਡਾਕਟਰ ਟੀਕਾ ਲਾ ਕੇ ਬੇਹੋਸ਼ ਕਰ ਦਿੰਦੇ ਨੇ, ਜਾਂ ਸੱਟ ਲੱਗ ਜਾਵੇ, ਐਕਸੀਡੈਂਟ ਹੋ ਜਾਵੇ ਤਾਂ ਵੀ ਬੇਹੋਸ਼ ਹੋ ਜਾਂਦਾ, ਜਾਂ ਜਦੋਂ ਸਰੀਰ 'ਚ ਚੇਤਨਤਾ ਨਹੀਂ ਰਹਿੰਦੀ ਆਤਮਾ ਨਿਕਲ ਜਾਂਦੀ ਹੈ, ਵਾਹਿਗੁਰੂ ਜੀ ਦੀ ਚੇਤਨ ਸੱਤਾ ਨਿਕਲ ਜਾਂਦੀ, ਜੋਤ ਨੂੰ ਵਾਹਿਗੁਰੂ ਜੀ ਖਿੱਚ ਲੈਂਦੇ ਨੇ। ਹੱਥ ਪੈਰ ਉਹੀ ਹੋਈ ਨੇ, ਫਿਰ ਕਿਉਂ ਨਹੀਂ ਬੋਲਦਾ? ਫਿਰ ਕਿਉਂ ਨਹੀਂ ਉੱਠ ਕੇ ਬੈਠਦਾ? ਫਿਰ ਕਿਉਂ ਨਹੀਂ ਦੇਖਦਾ? ਫਿਰ ਕਿਉਂ ਨਹੀਂ ਸੁਣਦਾ? ਸਾਰਾ ਟੱਬਰ ਕੀਰਨੇ ਪਾ ਪਾ ਕੇ ਕਹਿੰਦਾ ਇੱਕ ਵਾਰ ਆਵਾਜ਼ ਦੇ ਦੇ ਮੁਰਦਾ, ਫਿਰ ਕਿਉਂ ਨਹੀਂ ਬੋਲਦਾ? ਤਾਂ ਨਹੀਂ ਬੋਲਦਾ, ਚੇਤਨ ਸੱਤਾ ਨਹੀਂ ਰਹੀ। ਪਿਆਰਿਆ, ਵਾਹਿਗੁਰੂ ਤੇਰੇ ਤੋਂ ਦੂਰ ਨਹੀਂ, ਤੇਰੇ ਇੰਨਾ ਨੇੜੇ ਆ ਕਿ ਤੇਰੇ ਇੱਕ ਇੱਕ ਇੰਦਰੇ ਦੇ ਅੰਦਰ ਵਸਿਆ, ਅੱਖਾਂ 'ਚ ਵਸਿਆ, ਕੰਨਾਂ 'ਚ ਵਸਿਆ, ਜ਼ੁਬਾਨ 'ਚ ਵਸਿਆ। ਨੇੜੇ ਤੋਂ ਨੇੜੇ, ਸਾਹ ਰਗ ਤੋਂ ਵੀ ਨੇੜੇ ਹੈ, ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਤੇ ਇਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹਜ਼ੂਰ ਸਦਾ ਆਪਣੇ ਆਪ ਨੂੰ ਮੰਨਣਾ ਕਰ। ਫਿਰ ਪੜੋ ਜੀ। ਵੇਖੈ ਬੋਲੇ ਸੁਣੈ ਸਭ ਆਪ। ਹਰੀ ਅਕਾਲ ਪੁਰਖ ਵਾਹਿਗੁਰੂ ਸਾਖੀ ਚੇਤਨ ਹੋ ਕਰਕੇ ਜ਼ੁਬਾਨ ਦੁਆਰਾ ਬੋਲ ਰਿਹਾ ਹੈ, ਕੰਨਾਂ ਦੁਆਰਾ ਸੁਣ ਰਿਹਾ ਤੇ ਨੇਤਰਾਂ ਦੁਆਰਾ ਦੇਖ ਰਿਹਾ ਹੈ। ਸਦਾ ਸੰਗ ਤਾਂ ਕਉ ਮਨ ਜਾਪ। ਹੇ ਮੇਰਿਆ ਮਨਾ, ਐਸੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਦਾ ਹੀ ਸੰਗ ਜਾਣ ਕਰਕੇ ਜਪਣਾ ਕਰ। ਐਸਾ ਨਾ ਜਾਣ ਕੇ ਵਾਹਿਗੁਰੂ ਜੀ ਦੂਰ ਹੈ। ਜਦੋਂ ਨਿਤਨੇਮ ਕਰਦਾ, ਗੁਟਕਾ ਸਾਹਿਬ ਲੈ ਕੇ ਬੈਠਦਾ ਨਾ, ਤੇ ਐਵੇਂ ਜਾਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਰੇ ਪਾਸ ਬੈਠੇ ਮੇਰੇ ਤੋਂ ਸੁਣ ਰਹੇ ਨੇ। ਜਿਵੇਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤਾ ਸੀ ਨਾ ਕਿ ਜਦੋਂ ਕੀਰਤਨ ਸੁਹੇਲੇ ਦਾ ਪਾਠ ਕਰਨਾ, 5 ਇਸ਼ਨਾਨਾ ਕਰਕੇ, ਸਰਾਣੇ ਵੱਲ ਮੁੱਖ ਕਰਕੇ, ਤੇ ਫਿਰ ਅਦਬ ਦੇ ਨਾਲ, ਨਿਰਮਲ ਭਾਵ ਦੇ ਨਾਲ ਸੁਹੇਲਾ ਸਾਹਿਬ ਦਾ ਪਾਠ ਕਰਨਾ, ਤਾਂ ਅਸੀਂ ਕੋਲ ਬੈਠ ਕੇ ਸੁਣਾਂਗੇ। ਜਿਹੜਾ ਵੀ ਕੀਰਤਨ ਸੁਹੇਲੇ ਦਾ ਪਾਠ ਕਰਦਾ ਕੋਲ ਬੈਠ ਕੇ ਸੁਣਦੇ ਆ। ਇਸ ਪ੍ਰਕਾਰ ਭਾਵਨਾ ਰੱਖਣੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗ ਨੇ, ਨਾਲ ਨੇ, ਕੋਲ ਨੇ, ਸਾਨੂੰ ਦੇਖ ਰਹੇ ਤੇ ਸੁਣ ਰਹੇ ਨੇ। ਤੇ ਸਾਧ ਸੰਗਤ ਜੀ, ਸਾਡਾ ਸੁਭਾਅ ਇਹ ਹੈ, ਜਦੋਂ ਤੇ ਆਉਂਦੇ ਆ ਗੁਰਦੁਆਰੇ ਫਿਰ ਤੇ ਅਸੀਂ ਜਾਣਦੇ ਆ ਮਹਾਰਾਜ ਜੀ ਵੇਖ ਰਹੇ ਆ। ਜਦੋਂ ਅਸੀਂ ਚੋਰੀ ਕਰਦੇ ਆ ਫਿਰ ਨਹੀਂ ਜਾਣਦੇ ਕਿ ਸਾਨੂੰ ਮਹਾਰਾਜ ਵੇਖਦੇ ਨੇ। ਜਦੋਂ ਚੰਗਾ ਕਰਮ ਕਰੀਏ, ਕਿਸੇ ਨੂੰ ਦਾਨ ਦੇਈਏ, ਤੇ ਮਨ 'ਚ ਭਾਵ ਆਉਂਦਾ ਰੱਬ ਤੇ ਦੇਖਦਾ ਨਾ। ਤੇ ਜਦੋਂ ਕਿਸੇ ਦੀ ਨਿੰਦਿਆ ਕਰੀਏ ਫਿਰ ਵੇਖੀਦਾ, ਜਿਹਦੀ ਨਿੰਦਿਆ ਕਰਨ ਦੇ ਉਹ ਤਾਂ ਨਹੀਂ ਸੁਣਦਾ। ਜਿਹਦੀ ਨਿੰਦਿਆ ਕਰਦੇ ਆ ਉਹਦਾ ਡਰ ਆ ਕਿ ਉਹਨੂੰ ਨਾ ਸੁਣ ਜਾਵੇ, ਪਰ ਰੱਬ ਦਾ ਡਰ ਨਹੀਂ ਕਿ ਰੱਬ ਤੇ ਸੁਣਦਾ ਨਾ। ਜੇ ਵਾਹਿਗੁਰੂ ਜੀ ਨੂੰ ਹਾਜ਼ਰ ਹਜ਼ੂਰ ਜ਼ਾਹਰ ਜ਼ਹੂਰ ਜਾਣ ਲਈਏ ਤੇ ਸੱਚ ਕਰਕੇ ਜਾਣਿਓ, ਤਜਰਬਾ ਕਰ ਲਓ। ਦਿਨ ਵਿੱਚ ਅੱਧਾ ਘੰਟਾ, 1 ਘੰਟਾ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਿ ਵਾਹਿਗੁਰੂ ਜੀ ਮੇਰੇ ਨਾਲ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਰੇ ਨਾਲ ਨੇ। ਜਦੋਂ ਨਾਲ ਜਾਣ ਲਵਾਂਗੇ ਤੇ ਫਿਰ ਵਾਹਿਗੁਰੂ ਸੁਭਾਵਿਕ ਹੀ ਮੁਖ ਚੋਂ ਨਿਕਲੇਗਾ। ਜਦੋਂ ਨਾਲ ਜਾਣਾਂਗੇ ਨਾ ਕਿ ਸਤਿਗੁਰੂ ਜੀ ਅੰਤਰਜਾਮੀ ਨੇ, ਅੰਤਰਜਾਮੀ ਹਿਰਦੇ ਦੀ ਜਾਣਨ ਵਾਲੇ ਨਾਲ ਖੜੇ ਨੇ, ਫਿਰ ਮਨ 'ਚ ਬੁਰਾ ਭਾਵ ਨਹੀਂ ਆਵੇਗਾ। ਕਿਸੇ ਦਾ ਰੂਪ ਵੇਖ ਕੇ, ਕਿਸੇ ਦਾ ਧਨ ਵੇਖ ਕੇ ਫਿਰ ਮਨ ਮੈਲਾ ਨਹੀਂ ਹੋਵੇਗਾ। ਭਾਵਨਾ ਹੋਏਗੀ ਵਾਹਿਗੁਰੂ ਜੀ ਨਾਲ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਰ ਸਾਜਨ ਸਭ ਕੈ ਨਿਕਟ ਖੜਾ, ਸਾਰਿਆਂ ਦੇ ਨਾਲ ਖੜਾ, ਤੇ ਵਾਹਿਗੁਰੂ ਜੀ ਸਾਡੇ ਵੀ ਨਾਲ ਖੜੇ ਨੇ, ਫਿਰ ਨਹੀਂ ਮੈਲਾ ਭਾਵ ਆਵੇਗਾ। ਇਸ ਕਰਕੇ ਆਪਣੇ ਅੰਗਾਂ ਦੇ ਸੰਗ ਸਰੀਰ ਦੇ ਨਾਲ ਜਾਣ ਕਰਕੇ, ਮਨ ਦੇ ਪਿਆਰ ਕਰਕੇ ਪਿਆਰਿਆ, 8 ਪਹਿਰ ਤੇ ਇਸ ਵਾਹਿਗੁਰੂ ਜੀ ਦੇ ਨਾਮ ਗੁਰਮੰਤਰ ਦੇ ਜਾਪ ਨੂੰ ਜਪਣਾ ਕਰ। ਸੰਤ ਪ੍ਰਸਾਦ ਭਇਓ ਪ੍ਰਗਾਸ। ਮਹਾਰਾਜ ਸੱਚੇ ਪਾਤਸ਼ਾਹ ਜੀ ਨਾਮ ਜਪਣੇ ਦੇ ਜੋ ਮਹਾਤਮ ਆਪ ਜੀ ਨੇ ਵੱਡੇ ਭਾਰੀ ਦੱਸੇ ਨੇ, ਸੌਖਾ ਤੇ ਸਹਿਜ ਮਾਰਗ ਕੀ ਹੈ ਜਿਸ ਦੇ ਨਾਲ ਸੌਖੀ ਪ੍ਰਾਪਤੀ ਹੋ ਜਾਵੇ। ਤੇ ਗਰੀਬ ਨਿਵਾਜ ਜੀ ਫਰਮਾਵਣਾ ਕਰਦੇ ਨੇ, ਸੰਤ ਪ੍ਰਸਾਦ, ਪੂਰੇ ਸ਼ਾਂਤ ਆਤਮਾ, ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹਿਰਦੇ ਦੇ ਅੰਦਰ ਨਾਮ ਦਾ ਪ੍ਰਗਾਸ ਆਉਂਦਾ ਹੈ। ਇਸੇ ਪ੍ਰਕਾਰ ਵਾਹਿਗੁਰੂ ਜੀ ਦੇ ਪਿਆਰੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਜਿਨ੍ਹਾਂ ਨੂੰ ਨਾਮ ਕਦੇ ਵਿਸਰਦਾ ਨਹੀਂ, ਉਹਨਾਂ ਦੀ ਸੰਗਤ ਦੇ ਵਿੱਚ ਮਿਲ ਕਰਕੇ ਨਾਮ ਨੂੰ ਜਪਣਾ ਕਰ। ਫਿਰ ਸੰਤ ਜਨਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਤੇਰੇ ਹਿਰਦੇ ਦੇ ਅੰਦਰ ਨਾਮ ਦਾ ਪ੍ਰਕਾਸ਼ ਹੋ ਜਾਵੇਗਾ, ਨਾਮ ਦਾ ਚਾਨਣ ਹੋ ਜਾਵੇਗਾ, ਸਰੂਪ ਰੂਪ ਦਾ ਗਿਆਨ ਹੋ ਜਾਵੇਗਾ। ਅਗਿਆਨ ਦਾ, ਅਵਿਦਿਆ ਦਾ ਅੰਧਕਾਰ, ਘੋਰ ਗੁਬਾਰ ਹਨੇਰਾ ਤੇਰੇ ਹਿਰਦੇ ਦੇ ਵਿੱਚੋਂ ਚੁੱਕਿਆ ਜਾਵੇਗਾ।
ਮਿਟ ਜਾਵੇਗਾ, ਅਭਾਵ ਹੋ ਜਾਵੇਗਾ। ਪੂਰ ਰਹੇ ਏਕੈ ਗੁਣਤਾਸ। ਤੇ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸ਼ੁਭ ਗੁਣਾਂ ਦਾ ਖਜ਼ਾਨਾ ਹੈ, ਦਾਤਾ ਹੈ, ਉਸੇ ਨੂੰ ਹੀ ਪਰਿਪੂਰਨ ਦੇਖ ਲਵੇਗਾ। ਕਿਉਂਕਿ ਜਦੋਂ ਤੱਕ ਹਿਰਦੇ ਦੇ ਅੰਦਰ ਪ੍ਰਕਾਸ਼ ਨਹੀਂ, ਉਦੋਂ ਤੱਕ ਬਾਹਰ ਪ੍ਰਕਾਸ਼ ਨਜ਼ਰ ਨਹੀਂ ਆਉਣਾ। ਜਦੋਂ ਤੱਕ ਆਪਣੀਆਂ ਅੱਖਾਂ ਦੇ ਅੰਦਰ ਹੀ ਜੋਤ ਨਹੀਂ, ਬਾਹਰ ਕੁਛ ਨਜ਼ਰ ਨਹੀਂ ਆਉਣਾ। ਜੇ ਅੱਖਾਂ ਹੀ ਅੰਨੀਆਂ ਨੇ ਤੇ ਬਾਹਰ ਕੀ ਦਿਸੇਗਾ? ਜਿਸ ਦੀਆਂ ਅੱਖਾਂ ਵਿੱਚ ਜੋਤ ਹੈ, ਅੱਖਾਂ ਅੰਦਰ ਚਾਨਣ ਹੈ, ਉਹਨੂੰ ਬਾਹਰ ਦੁਨੀਆ ਦੇ ਸਾਰੇ ਕੌਤਕ, ਸਾਰੀ ਪ੍ਰਿਥਵੀ ਦੇ ਪਦਾਰਥ ਨਜ਼ਰ ਆਉਣਗੇ। ਪਰ ਪਹਿਲਾਂ ਜੋਤ ਅੱਖਾਂ ਵਿੱਚ ਹੋਣੀ ਚਾਹੀਦੀ ਹੈ, ਪਹਿਲਾਂ ਨਜ਼ਰ ਅੱਖਾਂ ਵਿੱਚ ਹੋਣੀ ਚਾਹੀਦੀ ਹੈ। ਜੇ ਅੱਖਾਂ ਅੰਨੀਆਂ ਨੇ ਤੇ ਬਾਹਰ ਨਹੀਂ ਦਿਸਣਾ। ਇਸੇ ਪ੍ਰਕਾਰ ਜੇ ਆਪਣੇ ਹਿਰਦੇ ਦੇ ਅੰਦਰ ਪ੍ਰਕਾਸ਼ ਨਹੀਂ, ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਬ੍ਰਹਮ ਦਾ ਗਿਆਨ ਨਹੀਂ, ਤੇ ਫਿਰ ਬਾਹਰ ਵੀ ਬ੍ਰਹਮ ਕਿਤੇ ਨਹੀਂ ਦਿਸਣਾ। ਸਾਨੂੰ ਨਹੀਂ ਨਾ ਨਜ਼ਰ ਆਉਂਦਾ, ਕਿਉਂ? ਹਿਰਦੇ ਦੇ ਅੰਦਰ ਬ੍ਰਹਮ ਸਾਖਿਆਤਕਾਰ ਨਹੀਂ ਤੇ ਬਾਹਰ ਵੀ ਨਹੀਂ ਦਿਸਣਾ। ਜਿਸ ਦਿਨ ਹਿਰਦੇ ਦੇ ਅੰਦਰ ਸਾਖਿਆਤਕਾਰ ਹੋ ਗਿਆ ਨਾ, ਫਿਰ ਬਾਹਰ ਵੀ ਸਭਨਾਂ ਦੇ ਵਿੱਚ ਭਾਈ ਕਨ੍ਹਈਆ ਜੀ ਵਾਂਗੂ ਹੀ ਨਜ਼ਰ ਆਵੇਗਾ। ਸਭ ਮਹਿ ਜੋਤ, ਜੋਤ ਹੈ ਸੋਏ। ਆ ਬਲਬ ਜਗ ਰਹੇ ਨੇ ਨਾ, ਟਿਊਬਲਾਈਟ ਜਗ ਰਹੀ ਹੈ। ਜੇ ਬਲਬ ਦੇ ਅੰਦਰ ਹਨੇਰਾ ਹੋਵੇ, ਕਹਿਣ ਤੋਂ ਭਾਵ ਅੰਦਰ ਲਾਈਟ ਨਾ ਜਗਦੀ ਹੋਵੇ, ਸਵਿੱਚ ਬੰਦ ਕਰ ਦਈਏ, ਅੰਦਰ ਹਨੇਰਾ, ਹੁਣ ਅੰਦਰ ਲਾਈਟ ਨਹੀਂ ਤੇ ਬਾਹਰ ਕਮਰੇ 'ਚ ਵੀ ਕੁਛ ਨਜ਼ਰ ਨਹੀਂ ਆਉਣਾ। ਬੰਦ ਕਮਰਾ ਹੋਵੇ, ਘੁੱਪ ਹਨੇਰ ਗੁਬਾਰ ਹੋਵੇ, ਬਲਬ ਜਗਾ ਦਈਏ, ਟਿਊਬਲਾਈਟ ਜਗਾ ਦਈਏ, ਦੀਵਾ ਜਗਾ ਦਈਏ, ਫਿਰ ਬਾਹਰ ਸਭ ਕੁਝ, ਕਮਰੇ ਵਿੱਚ ਜੋ ਕੁਝ ਵੀ ਪਿਆ ਨਜ਼ਰ ਆਵੇਗਾ। ਜੇ ਟਿਊਬਲਾਈਟ ਦੇ ਅੰਦਰ ਚਾਨਣ ਹੋ ਗਿਆ ਤੇ ਬਾਹਰ ਵੀ ਚਾਨਣ ਹੋਏਗਾ। ਜੇ ਅੰਦਰ ਚਾਨਣ ਨਹੀਂ ਹੋਇਆ, ਸਵਿੱਚ ਬੰਦ ਕਰ ਦਿੱਤਾ, ਤੇ ਕਮਰੇ 'ਚ ਵੀ ਚਾਨਣ ਨਹੀਂ ਹੋਣਾ। ਇਸੇ ਪ੍ਰਕਾਰ ਜਦੋਂ ਤੱਕ ਸਾਡੇ ਹਿਰਦਾ ਰੂਪੀ ਟਿਊਬਲਾਈਟ, ਹਿਰਦਾ ਰੂਪੀ ਬਲਬ, ਹਿਰਦਾ ਰੂਪੀ ਦੀਵਾ ਨਹੀਂ ਨਾ ਜਗਦਾ, ਉਦੋਂ ਤੱਕ ਬਾਹਰ ਨਜ਼ਰ ਨਹੀਂ ਆਉਂਦਾ। ਹਜ਼ੂਰ ਫਰਮਾਵਣਾ ਕਰਦੇ ਨੇ, ਸੰਤ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਜਪਣਾ ਕਰੀਏ, ਹਿਰਦੇ ਦੇ ਅੰਦਰ ਪ੍ਰਕਾਸ਼ ਹੁੰਦਾ, ਤਾਂ ਬਾਹਰ ਨਜ਼ਰ ਆਉਂਦਾ। ਫਿਰ ਪੜ੍ਹਦੇ ਹੋ ਜੀ, ਪੂਰ ਰਹੇ ਏਕੈ ਗੁਣਤਾਸ। ਫਿਰ ਸੰਤਾਂ ਦੀ ਕਿਰਪਾ ਦੇ ਨਾਲ ਨਾਮ ਨੂੰ ਹਿਰਦੇ ਦੇ ਅੰਦਰ ਵਸਾ ਕਰਕੇ ਜਪਣਾ ਕਰੀਏ, ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸ਼ੁਭ ਗੁਣਾਂ ਦਾ ਤਾਸ ਖਜ਼ਾਨਾ ਹੈ, ਪੂਰ ਰਹਿਓ, ਸਾਰੀ ਸ੍ਰਿਸ਼ਟੀ ਦੇ ਕਣ ਕਣ ਦੇ ਅੰਦਰ, ਜ਼ਰਰੇ ਜ਼ਰਰੇ ਦੇ ਅੰਦਰ ਵਸਿਆ ਹੋਇਆ ਨਜ਼ਰ ਆ ਜਾਂਦਾ ਹੈ। ਤੇ ਸਾਧ ਸੰਗਤ ਜੀ, ਵੇਖਣ ਤੋਂ ਪਹਿਲਾਂ ਮਹਿਸੂਸ ਕਰਨਾ ਪੈਂਦਾ ਹੈ। ਤੇ ਜਦੋਂ ਮਹਿਸੂਸ ਹੀ ਨਹੀਂ ਹੋਇਆ, ਅਸੀਂ ਕਹਿੰਦੇ ਆ, ਪੜ੍ਹਦੇ ਸੁਣਦੇ, ਵਾਹਿਗੁਰੂ ਜ਼ਰਰੇ ਜ਼ਰਰੇ 'ਚ ਵਸਦਾ, ਕਦੇ ਮਹਿਸੂਸ ਕੀਤਾ? ਕਦੇ ਖਿੜੇ ਹੋਏ ਫੁੱਲ 'ਚ ਮਹਿਸੂਸ ਕੀਤਾ? ਕਦੇ ਹਰੇ ਪੱਤੇ ਦੇ ਅੰਦਰ ਮਹਿਸੂਸ ਕੀਤਾ ਕਿ ਜੇ ਵਾਹਿਗੁਰੂ ਦੀ ਜੋਤ ਨਾ ਹੋਵੇ ਤੇ ਪੱਤਾ ਸੜ ਜਾਣਾ ਸੀ, ਸੁੱਕ ਜਾਣਾ ਸੀ, ਤਬਾਹ ਹੋ ਜਾਣਾ ਸੀ, ਗਰਕ ਹੋ ਜਾਣਾ ਸੀ, ਨੇਸ ਤੋਂ ਨਾਬੂਦ ਹੋ ਜਾਣਾ ਸੀ। ਹਰਿਆਵਲਤਾ ਤੇ ਵਾਹਿਗੁਰੂ ਦੀ ਹੈ, ਕਦੇ ਮਹਿਸੂਸ ਕੀਤਾ? ਕਦੇ ਛੋਟੇ ਜਿਹੇ ਬੱਚੇ ਵਿੱਚ, ਕਿਸੇ ਪੰਛੀ ਵਿੱਚ ਮਹਿਸੂਸ ਕੀਤਾ? ਉਸ ਦੀ ਮਾਸੂਮੀਅਤ ਦੇ ਅੰਦਰ ਮਹਿਸੂਸ ਕੀਤਾ ਕਦੇ? ਜਦ ਤੱਕ ਮਹਿਸੂਸ ਨਹੀਂ ਕਰਦੇ, ਉਦੋਂ ਤੱਕ ਦੇਖ ਨਹੀਂ ਸਕਾਂਗੇ। ਪਹਿਲਾਂ ਮਹਿਸੂਸ ਕਰਨਾ ਪਵੇਗਾ। ਅਸੀਂ ਤੇ ਐਸੇ ਗਾਫਲ ਹਾਂ, ਕਦੇ ਮਹਿਸੂਸ ਹੀ ਨਹੀਂ ਕਰਦੇ। ਅੰਦਰ ਪ੍ਰਕਾਸ਼ ਨਹੀਂ, ਅੰਦਰ ਗਿਆਨ ਨਹੀਂ, ਅੰਦਰ ਚਾਨਣ ਨਹੀਂ। ਹਜ਼ੂਰ ਫਰਮਾਉਂਦੇ ਨੇ, ਸੰਤਾਂ ਦੀ ਸੰਗਤ ਵਿੱਚ ਮਿਲ ਕਰਕੇ ਜਪੀਏ। ਸੰਤਾਂ ਦੀ ਕਿਰਪਾ ਦੇ ਨਾਲ, ਨਾਮ ਜਪਣੇ ਦੇ ਨਾਲ, ਸੰਤਾਂ ਦੀ ਕਿਰਪਾ ਨਾਲ ਜਪਿਆ ਜਾਂਦਾ ਨਾਮ। ਕਿਉਂਕਿ ਕਿਰਪਾ ਕਰਕੇ ਹੀ, ਤਰਸ ਕਰਕੇ ਹੀ ਨਾਮ ਦਾ ਉਪਦੇਸ਼ ਦਿੰਦੇ, ਭਲਿਆ ਤੇਰਾ ਵੀ ਭਲਾ ਹੋ ਜੇ, ਤੂੰ ਵੀ ਜਪ ਲੈ, ਸੰਤ ਜਪਾਵੈ ਨਾਮ। ਤੇ ਜਦੋਂ ਤੂੰ ਕਿਰਪਾ ਕਰਕੇ ਜਪਾਉਂਦੇ ਨੇ, ਫਿਰ ਅੰਤਰ ਆਤਮੇ ਚਾਨਣ ਹੋ ਜਾਂਦਾ ਹੈ। ਸ਼ੁਭ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਨਿਰੰਕਾਰ ਪਰਮਾਤਮਾ ਜੀ ਦਾ ਦਰਸ਼ਨ ਦੀਦਾਰ ਫਿਰ ਕਣ ਕਣ ਜ਼ਰਰੇ ਜ਼ਰਰੇ ਦੇ ਵਿੱਚੋਂ ਹੁੰਦਾ ਹੈ। ਸਗਲ ਬਨਸਪਤ ਮਹਿਬੈ ਸੰਤਰ, ਸਗਲ ਦੂਧ ਮਹਿ ਘੀਆ। ਜਿਵੇਂ ਸਾਰੀਆਂ ਲੱਕੜਾਂ ਦੇ ਵਿੱਚ ਅੱਗ ਹੈ ਤੇ ਸਭ ਪ੍ਰਕਾਰ ਦੇ ਦੁੱਧ ਦੇ ਵਿੱਚ ਘਿਓ ਹੈ, ਪਰ ਨਜ਼ਰ ਨਹੀਂ ਆਉਂਦਾ, ਯਤਨ ਕਰਕੇ ਕੱਢਣਾ ਪੈਂਦਾ। ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਹਿਰਦੇ ਹਿਰਦੇ ਦੇ ਅੰਦਰ ਸਭ ਦੇ ਵਿੱਚ ਉਸ ਦੀ ਜੋਤ ਵਸੀ, ਫਿਰ ਨਜ਼ਰ ਆਉਂਦੀ ਹੈ। ਕਹਿਤ ਪਵਿੱਤਰ ਸੁਣਤ ਪੁਨੀਤ। ਉਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਐਸਾ ਹੈ, ਕਹਿਣ ਵਾਲੇ ਪਵਿੱਤਰ ਹੁੰਦੇ ਨੇ ਤੇ ਸੁਣਨ ਵਾਲੇ ਪੁਨੀਤ ਹੁੰਦੇ ਨੇ ਜੀ। ਪਵਿੱਤਰ ਵੀ ਪਵਿੱਤਰ ਹੈ ਤੇ ਪੁਨੀਤ ਵੀ ਪੁਨੀਤ ਹੈ, ਫਿਰ ਦੋਵਾਂ ਦਾ ਫਰਕ ਕੀ ਹੈ? ਤੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਬਚਨ ਪੜ੍ਹੀਏ ਨਾ, ਪਵਿੱਤਰ 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 ਪੁਨੀਤ। 3 ਵਾਰ ਪਵਿੱਤਰਤਾ ਹੋਵੇ ਤੇ 1 ਵਾਰ ਪੁਨੀਤ ਬਣਦਾ ਹੈ। ਹਜ਼ੂਰ ਫਰਮਾਉਂਦੇ, ਜਿਹੜਾ ਬਚਨ ਕਹਿ ਰਿਹਾ, ਜਿਹੜਾ ਪਾਠ ਕਰ ਰਿਹਾ, ਜਿਹੜਾ ਕੀਰਤਨ ਕਰ ਰਿਹਾ, ਉਹ ਪਵਿੱਤਰ ਹੈ। ਪਰ ਤੂੰ ਜੇ ਸੰਗਤ ਵਿੱਚ ਬੈਠ ਕੇ ਸੁਣਿਆ ਤੇ ਤੂੰ ਪੁਨੀਤ ਹੋ ਜਾਣਾ ਹੈ। ਉਸ ਦੇ ਨਾਲੋਂ 3 ਗੁਣਾ ਵੱਧ ਮਹਾਤਮ ਤੈਨੂੰ ਮਿਲ ਜਾਣਾ ਹੈ। ਐਸੀ ਦਾਤ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਨਾਮ ਐਸੀ ਸਰਬਗਤਾ ਵਾਲਾ ਹੈ, ਕਹਿਣ ਵਾਲੇ ਤੇ ਪਵਿੱਤਰ ਹੁੰਦੇ ਹੀ ਨੇ। ਕੁਛ ਸਰੀਰ ਐਸੇ ਵੀ ਹੁੰਦੇ ਨੇ ਜੀ, ਅਸੀਂ ਤੇ ਗੁਰਬਾਣੀ ਪੜ੍ਹਨਾ ਨਹੀਂ ਜਾਣਦੇ,
ਅਸੀਂ ਤੇ ਪੜ੍ਹੇ ਲਿਖੇ ਨਹੀਂ, ਸਾਨੂੰ ਤੇ ਗੁਰਮੁਖੀ ਨਹੀਂ ਆਉਂਦੀ, ਜਾਂ ਅਸੀਂ ਸੰਥਿਆ ਨਹੀਂ ਲਈ ਹੋਈ, ਜਾਂ ਕੀਰਤਨ ਨਹੀਂ ਸਿੱਖਿਆ, ਸਾਨੂੰ ਤੇ ਕਰਨਾ ਨਹੀਂ ਆਉਂਦਾ। ਤੇ ਮਹਾਰਾਜ ਜੀ ਕਹਿੰਦੇ 2 ਕੰਨ ਤੇ ਤੈਨੂੰ ਬਖਸ਼ੇ ਨੇ, ਸੁਣਨਾ ਤੇ ਆਉਂਦਾ ਨਾ, ਚੌਂਕੜਾ ਮਾਰਨਾ ਤੇ ਆਉਂਦਾ ਨਾ। ਸੰਗਤ ਵਿੱਚ ਹੈ ਸਤਿਗੁਰੂ ਜੀ ਦੇ ਦੀਦਾਰ ਕਰ, ਮਾਰ ਚੌਂਕੜਾ ਤੇ ਸਾਵਧਾਨ ਹੋ ਕਰਕੇ ਸੁਣ। ਸਾਵਧਾਨ ਏਕਾਗਰ ਚੀਤ, ਚਿੱਤ ਏਕਾਗਰ ਕਰਕੇ ਸਾਵਧਾਨਤਾ ਦੇ ਨਾਲ ਸੁਣ ਲੈਣਾ ਕਰ। ਜੇ ਤੈਨੂੰ ਇਹ ਲੱਗਦਾ ਤੈਨੂੰ ਕਰਨਾ ਨਹੀਂ ਆਉਂਦਾ ਤੇ ਡਰਨ ਵਾਲੀ ਪਛਤਾਵੇ ਵਾਲੀ ਗੱਲ ਨਹੀਂ, ਤੂੰ ਸੁਣ ਹੀ ਲੈ, ਕਰਨ ਦੇ ਨਾਲੋਂ 3 ਗੁਣਾ ਵੱਧ ਮਹਾਤਮ ਪ੍ਰਾਪਤ ਹੋ ਜਾਵੇਗਾ। ਐਸਾ ਨਾਮ ਦਾ ਮਹਾਤਮ ਕਹਿਣ ਵਾਲੇ ਪਵਿੱਤਰ ਤੇ ਸੁਣਨ ਵਾਲੇ ਪੁਨੀਤ ਹੋ ਜਾਂਦੇ ਹਨ। ਗੁਣ ਗੋਬਿੰਦ ਗਾਵਹਿ ਨਿਤ ਨੀਤ। ਤੇ ਵਾਹਿਗੁਰੂ ਜੀ ਦੇ ਪਿਆਰੇ ਫਿਰ ਨਿਤਾ ਪ੍ਰਤੀ ਹਰ ਰੋਜ਼ ਵਾਹਿਗੁਰੂ ਦੇ ਗੁਣਾਂ ਨੂੰ ਗਾਵਣਾ ਕਰਦੇ ਨੇ। ਜਿਹੜੇ ਐਸੇ ਜਗਿਆਸੂ ਹਿਰਦੇ ਦੇ ਅੰਦਰ ਪ੍ਰਕਾਸ਼ ਹੋ ਗਿਆ, ਨਾਮ ਦਾ ਰਸ ਇਹਨਾਂ ਦੇ ਪਾਸੋਂ ਛੱਡਿਆ ਨਹੀਂ ਜਾਂਦਾ। ਪਿਆਰਿਆ, ਤੂੰ ਵੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਨਿਤਾ ਪ੍ਰਤੀ ਗਾਇਨ ਕਰਨਾ ਕਰ, ਨਿਤਾ ਪ੍ਰਤੀ ਜਪਣਾ ਕਰ, ਧਿਆਉਣਾ ਕਰ। ਕੀਰਤਨ ਰੂਪ ਵਿੱਚ ਨਹੀਂ ਆਉਂਦਾ, ਕੋਈ ਪੰਕਤੀ ਕੰਠ ਹੈ, ਤੁਰਦਾ ਫਿਰਦਾ ਗਾਈ ਜਾ, ਉਹ ਵੀ ਪ੍ਰਵਾਨ। ਪ੍ਰਸ਼ਾਦਾ ਪਕਾਉਂਦਿਆਂ, ਝਾੜੂ ਫੇਰਦਿਆਂ ਮਾਤਾਵਾਂ ਬੀਬੀਆਂ ਕਈ ਵਾਰ ਗੁਰਮੁਖ ਸਰੀਰਾਂ ਨੂੰ ਦੇਖਿਆ ਜਾਂਦਾ ਹੈ, ਗੁਰਬਾਣੀ ਦੀ ਪੰਕਤੀ ਪੜ੍ਹੀ ਜਾਣੀ, ਗਾਈ ਜਾਣੀ। ਐਸੀ ਮਾਤਾ ਦੇ ਦਰਸ਼ਨ ਵੀ ਕੀਤੇ। ਪ੍ਰਸ਼ਾਦਾ ਪਕਾਉਂਦਿਆਂ 25 ਮਿੰਟ ਦੇ ਵਿੱਚ ਕੰਠੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲੈਂਦੀ, ਨਾਲ ਨਾਲ ਪ੍ਰਸ਼ਾਦਾ, ਨਾਲ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ। ਇੱਕ ਦੂ ਇੱਕ ਚੜ੍ਹੰਦੀ ਆ, ਕੌਣ ਜਾਣਾ ਮੇਰਾ ਨਾਉ ਜੀਓ, ਇੱਕ ਤੋਂ ਇੱਕ ਵੱਧ ਚੜ੍ਹਦੀ ਕਲਾ ਵਾਲੇ। ਇਸੇ ਪ੍ਰਕਾਰ ਇੱਕ ਗੁਰਮੁਖ ਐਸਾ ਵੀ ਆ, ਉਹ ਕਈ ਲੈ ਕੇ ਖੇਤਾਂ ਵਿੱਚ ਕੰਮ ਕਰਦਾ ਤੇ 25 ਮਿੰਟਾਂ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਈ ਵਾਉਂਦੇ ਹੀ ਕਰ ਲੈਂਦਾ। ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਕੰਮਕਾਰ ਕਾਰਜ ਵਿਵਹਾਰ ਕਰਦਿਆਂ ਵੀ ਵਾਹਿਗੁਰੂ ਜੀ ਦਾ ਨਾਮ ਵਿਸਰੇ ਨਾ, ਭੁੱਲੇ ਨਾ। ਉਸ ਦੀ ਯਾਦ ਦੇ ਅੰਦਰ ਜੁੜ ਕਰਕੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਉਤਸ਼ਾਹ ਸਦਾ ਬਣਿਆ ਰਵੇ। ਉਤਸ਼ਾਹ ਦੇ ਸਹਿਤ ਸਦਾ ਤਿਸ ਨੂੰ ਗਾਇਨ ਕਰਦੇ ਰਹੋ। ਕਹੋ ਨਾਨਕ ਜਾਂ ਕਹੋ ਕਿਰਪਾਲ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਦਾਤਾਂ ਕਿੰਨਾਂ ਨੂੰ ਮਿਲਦੀਆਂ ਨੇ? ਸਾਧ ਸੰਗਤ, ਜਪਣਾ, ਬੈਠਣਾ, ਸੁਣਨਾ, ਆਰਾਧਨਾ, ਕਿੰਨਾਂ ਨੂੰ ਇਹ ਦਾਤਾਂ ਮਿਲਦੀਆਂ ਨੇ? ਤੇ ਹਜ਼ੂਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਨੇ, ਪਿਆਰਿਓ ਗੁਰਸਿੱਖੋ, ਜਿਨ੍ਹਾਂ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਕਿਰਪਾਲੂ ਜੀ ਕਿਰਪਾਲਤਾ ਕਰ ਦਿੰਦੇ ਨੇ। ਕਿਰਪਾਲ, ਕਿਰਪਾ ਆਲ, ਆਲ ਦਾ ਅਰਥ ਹੈ ਘਰ। ਜੋ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਦਾ ਹੀ ਘਰ ਨੇ, ਉਹ ਵਾਹਿਗੁਰੂ ਜੀ ਜਿਸ ਜੀਵ ਦੇ ਉੱਪਰ ਕਿਰਪਾ ਕਰ ਦਿੰਦੇ ਹਨ, ਤਿਸ ਜਾਨ ਕੇ ਸਭ ਪੂਰਨ ਕਾਲ। ਇਸ ਪਿਆਰੇ ਦੀ ਕੀਤੀ ਹੋਈ ਸਾਰੀ ਜਿਹੜੀ ਘਾਲਣਾ ਹੈ ਨਾ, ਉਹ ਪੂਰਨ ਹੋ ਜਾਂਦੀ ਏ, ਸਫਲੀ ਹੋ ਜਾਂਦੀ ਏ, ਫਲੀਭੂਤ ਹੋ ਜਾਂਦੀ ਏ। ਜਿਸ ਦੇ ਉੱਪਰ ਕਿਰਪਾ ਹੋ ਗਈ ਉਸ ਦਾ ਜਨਮ ਵੀ ਸਫਲਾ ਹੋ ਜਾਂਦਾ ਹੈ। ਉਸ ਦਾ ਅੰਮ੍ਰਿਤ ਵੇਲੇ ਉਠਿਆ, ਉਸ ਦਾ ਨਾਮ ਜਪਿਆ, ਪ੍ਰਭ ਘਾਲਿਆ, ਕਿਸੇ ਕਾ ਇੱਕ ਤਿਲ ਨਾ ਗਵਾਈ। ਤਿਲ ਮਾਤਰ ਵੀ ਪ੍ਰਮਾਤਮਾ ਜੀ ਘਾਲਣਾ ਕਿਸੇ ਦੀ ਬਿਰਥੀ ਨਹੀਂ ਜਾਣ ਦਿੰਦੇ। ਜਦੋਂ ਜੀਵ ਜਪਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਸਿਮਰਨ ਕਰਦਾ ਹੈ, ਸਤ ਸੰਗਤ ਕਰਦਾ ਹੈ, ਸੇਵਾ ਕਰਦਾ ਹੈ, ਸਤਿਗੁਰੂ ਜੀ ਕਿਰਪਾਲੂ ਹੋ ਜਾਂਦੇ ਨੇ। ਫਿਰ ਕਿਰਪਾਲੂ ਹੋ ਕਰਕੇ ਸਾਰੀ ਘਾਲ ਤੇ ਇਸ ਦੀ ਸਫਲੀ ਕਰ ਦਿੰਦੇ ਨੇ। ਤੇ ਜਦੋਂ ਘਾਲ ਸਫਲੀ ਕਰ ਦਿੰਦੇ ਨੇ, ਫਿਰ ਲੇਖੇ ਹੀ ਮੁਕਾ ਦਿੰਦੇ ਨੇ। ਕਿਸੇ ਪ੍ਰਕਾਰ ਦਾ ਆਵਾਗਾਉਣ ਦਾ ਚੱਕਰ ਰਹਿ ਹੀ ਨਹੀਂ ਜਾਂਦਾ। ਲੇਖਾ ਛੂਟ ਅਲੇਖਾ ਛੂਟ ਹੈ, ਹਮ ਨਿਰਗੁਣ ਲੇਹ ਉਬਾਰੀ। ਸੱਚੇ ਪਾਤਸ਼ਾਹ ਸਾਨੂੰ ਵੀ ਲੇਖਿਆਂ ਚੋਂ ਛੱਡ ਕਰਕੇ, ਕੱਢ ਕਰਕੇ, ਅਲੇਖੇ ਬਿਨਾਂ ਲੇਖੇ ਤੋਂ ਕਿਰਪਾ ਕਰਕੇ ਬਚਾ ਲਵੋ। ਮਹਾਰਾਜ ਸਾਨੂੰ ਨਿਰਗੁਣਾਂ ਨੂੰ ਵੀ ਕੱਢ ਲਵੋ, ਬੇਨਤੀਆਂ ਕਰਦੇ ਰਹੀਏ। ਹਜ਼ੂਰ ਪਾਤਸ਼ਾਹ ਜੀ ਫਰਮਾਉਂਦੇ ਨੇ, ਜਦੋਂ ਵਾਹਿਗੁਰੂ ਜੀ ਪ੍ਰਸੰਨ ਹੁੰਦੇ ਨੇ ਨਾ, ਗੁਰੂ ਦੁਆਰਾ ਨਾਮ ਬਖਸ਼ ਕਰਕੇ, ਸਤ ਸੰਗਤ ਦੁਆਰਾ ਜਪਾ ਕਰਕੇ ਘਾਲ ਸਫਲੀ ਕਰ ਦਿੰਦੇ ਨੇ। ਫਿਰ ਲੇਖਿਆਂ ਚੋਂ ਮੁਕਤ ਕਰ ਦਿੰਦੇ ਨੇ, ਜੰਮਣ ਮਰਨ ਕੱਟ ਦਿੰਦੇ ਨੇ, ਸਾਰੇ ਵਿਕਾਰ ਤਿਸ ਦੇ ਮੇਟ ਦਿੰਦੇ ਨੇ। ਨਿਰਵਿਕਾਰ ਕਰਕੇ, ਪਰਮ ਪਵਿੱਤਰ ਬਣਾ ਕਰਕੇ, ਪਵਿੱਤਰ 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 ਪੁਨੀਤ ਬਣਾ ਕਰਕੇ, ਪੁਨੀਤ ਸਰੂਪ, ਪਾਵਨ ਸਰੂਪ ਵਾਹਿਗੁਰੂ ਜੀ ਆਪਣੇ ਸਰੂਪ ਰੂਪ ਦੇ ਵਿੱਚ ਅਭੇਦ ਕਰ ਲੈਂਦੇ ਨੇ। ਜ਼ਿੰਦਗੀ ਕਰਨੇ ਦੀਆਂ, ਸਿਮਰਨ ਭਜਨ ਕਰਨੇ ਦੀਆਂ, ਵਾਹਿਗੁਰੂ ਅਕਾਲ ਪੁਰਖ ਜੀ ਦੇ ਭਾਣੇ ਦੇ ਅੰਦਰ ਰਹਿਣੇ ਦੀਆਂ, ਸਤਿਗੁਰੂ ਜੀ ਦੀ ਨਦਰ ਵਿੱਚ ਆਉਣੇ ਦੀਆਂ, ਸ਼ਰਨ ਵਿੱਚ ਆਉਣੇ ਦੀਆਂ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿਖੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਸਾਨੂੰ ਔਗਣਿਆਰਿਆਂ ਨੂੰ ਆਪਣੇ ਤਖਤ ਸਾਹਿਬ ਜੀ ਦੇ ਚਰਨਾਂ ਦੀਆਂ ਹਾਜ਼ਰੀਆਂ ਬਖਸ਼ ਰਹੇ ਹੋ, ਸਤ ਸੰਗਤ ਦੀਆਂ ਘੜੀਆਂ ਬਖਸ਼ ਰਹੇ ਹੋ। ਗਰੀਬ ਨਿਵਾਜ ਅਸੀਂ ਔਗਣਿਆਰੇ ਹਾਂ ਮਹਾਰਾਜ। ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ।
ਮਹਾਰਾਜ ਬੁਰੇ ਹਾਂ ਚਾਹੇ ਭਲੇ ਆ, ਜਿਹੋ ਜਿਹੇ ਵੀ ਆ ਬਸ ਥਾਰੇ ਆਪ ਜੀ ਦੇ ਆ, ਆਪਣੇ ਕਰਕੇ ਰੱਖ ਲਵੋ ਗਰੀਬ ਨਿਵਾਜ। ਸੰਸਾਰ ਪਾਪਾਂ ਦੀ ਅੱਗ ਦੇ ਵਿੱਚ ਸੜਦਾ ਪਿਆ, ਵਿਕਾਰਾਂ ਦੀ ਅੱਗ ਦੇ ਵਿੱਚ ਮੱਚਦਾ ਪਿਆ, ਪਾਪਾਂ ਵਿਕਾਰਾਂ ਵਿੱਚੋਂ ਕੱਢ ਲਵੋ, ਆਪਣੇ ਬਣਾ ਕਰਕੇ ਰੱਖ ਲਵੋ। ਗਰੀਬ ਨਿਵਾਜ ਸਾਹਿਬ ਜੀ ਕਿਰਪਾਲਤਾ ਕਰਨ, ਸਾਡੀ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਜੋ ਸ਼ਰਵਣ ਕੀਤਾ, ਕਥਨ ਕੀਤਾ, ਸਾਡੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਵਸਾ ਦੇਣ। ਗਰੀਬ ਨਿਵਾਜ ਸਾਹਿਬ ਜੀ ਨਾਮ ਜਪਵਾ ਕਰਕੇ ਆਪਣੇ ਚਰਨਾਂ ਵਿਖੇ ਪ੍ਰਵਾਨ ਆਪ ਕਰ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਅੱਗੇ ਵਾਸਤੇ ਸੁਮਤ ਬਖਸ਼ਣੀ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਕਹਿਤ ਪਵਿੱਤਰ ਸੁਣਤ ਪੁਨੀਤ, ਗੁਣ ਗੋਵਿੰਦ ਗਾਵਹਿ ਨਿਤ ਨੇਤ। ਕਹੋ ਨਾਨਕ ਜਾਂ ਕਹੋ ਕਿਰਪਾਲ, ਤਿਸ ਜਨ ਕੇ ਸਭ ਪੂਰਨ ਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੀ ਅਚੁੱਤ ਹੀ ਪਾਰ ਬ੍ਰਹਮ, ਅਬਿਨਾਸੀ ਅਗਨਾਸ। हे पूरन हे सर्ब मैं, दुख भंजन गुण तास। हे संगी हे निरंकार, हे निर्गुण सब टेक। हे गोविद हे गुण निधान, जाकै सदा विवेक। हे अपरंपर हर हरि, है पीहो बनहार। हे संतह कै सदा संग, निधारा आधार। हे ठाकुर हव दस रू, मैं निर्गुण गुण नहीं कोई। नानक दीजै नाम दान, राखो हिय परोई। आई प्रभ सरनागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरै पार। जो सरदा कर सेव दे, गुर पार उतारन हार। कथा निता प्रत होत है, सुनो सो सिंह सुजान। नानक गुरु गोबिंद सिंह जी, सदा कर कल्याण। नानक गुरु गोबिंद सिंह जी, सदा कर कल्याण। वाहिगुरु जी का खालसा, वाहिगुरु जी की फतेह। गाज के जयकारा जावे सो